ਦਲੀਪ ਕੌਰ ਟਿਵਾਣਾ ਦਾ ਨਾਵਲ ਹੈ ਧੁੱਪ ਛਾਂ ਤੇ ਰੁੱਖ। ਰੁੱਤ ਚੜ੍ਹਦੇ ਸਿਆਲ ਦੀ, ਵੇਲਾ ਢਲਦੀ ਦੁਪਹਿਰ, ਬੱਦਲਵਾਈ ਦਾ ਦਿਨ, ਸ਼ਹਿਰ ਦਿੱਲੀ। ਇੰਡੀਆ ਗੇਟ, ਪਾਰਲੀਮੈਂਟ ਹਾਊਸ, ਕਨਾਟ ਪਲੇਸ, ਲਾਲ ਕਿਲ੍ਹਾ, ਸੀਸਗੰਜ ਗੁਰਦੁਆਰਾ ਲੰਘ ਕੇ ਆਉਂਦਾ ਹੈ ਦਿੱਲੀ ਦਾ ਰੇਲਵੇ ਸਟੇਸ਼ਨ। ਅੰਮ੍ਰਿਤਸਰ ਮੇਲ 3 ਨੰਬਰ ਪਲੇਟਫਾਰਮ 'ਤੇ ਆ ਕੇ ਰੁਕੀ। ਚੜ੍ਹਨ ਉਤਰਨ ਵਾਲੇ ਮੁਸਾਫਰਾਂ 'ਚ ਹਫੜਾ ਦਫੜੀ, ਕੁਲੀਆਂ ਦੀ ਨਸ ਭੱਜ ਤੇ ਹਾਕਰਾਂ ਦੀ ਚਹਿਲ ਪਹਿਲ ਤੋਂ ਬੇਨਿਆਜ਼। ਨਿੱਕਾ ਜਿਹਾ ਅਟੈਚੀ ਕੇਸ ਹੱਥ 'ਚ ਲਮਕਾਈ, ਕੰਬਲ ਬਾਂਹ ਉੱਪਰ ਧਰੀ, ਖੂਬਸੂਰਤ ਤੇ ਨੌਜਵਾਨ ਔਰਤ ਫਸਟ ਕਲਾਸ ਦੇ ਡੱਬੇ ਆ ਕੇ ਰੁਕੀ। ਡੱਬਾ ਖਾਲੀ ਦੇਖ ਪਹਿਲੇ ਜ਼ਰਾ ਝਿਜਕੀ, ਫਿਰ ਕੁਝ ਸੋਚ ਅੰਦਰ ਲੰਘ ਆਈ। ਅਟੈਚੀ ਕੇਸ ਉੱਪਰ ਫੱਟੇ ਉੱਤੇ ਰੱਖ, ਕੰਬਲ ਸੀਟ 'ਤੇ ਵਿਛਾ, ਉਹ ਬਾਰੀ ਕੋਲ ਬੈਠ ਗਈ। ਸਾਹਮਣੀ ਸੀਟ 'ਤੇ ਕੋਈ ਅੰਗਰੇਜ਼ੀ ਦਾ ਰਸਾਲਾ ਭੁੱਲ ਗਿਆ ਹੋਇਆ ਸੀ ਜਾਂ ਪੜ੍ਹ ਚੁੱਕਣ ਮਗਰੋਂ ਜਾਣ ਕੇ ਛੱਡ ਗਿਆ ਸੀ। ਕਮਲ ਲਤਾ ਨੇ ਚੁੱਕ ਕੇ ਵੇਖਿਆ। ਫਿਲਮਫੇਅਰ ਸੀ ਤੇ ਉਹਦੇ ਪਹਿਲੇ ਹੀ ਸਫ਼ੇ 'ਤੇ ਲਿਖਿਆ ਸੀ, ਜਿਸ ਨੂੰ ਇਹ ਰਸਾਲਾ ਲੱਭੇਗਾ ਮੈਂ ਉਹਨੂੰ ਪਿਆਰ ਕਰਦਾ ਹਾਂ, ਦੀਪਕ। ਕਮਲ ਲਤਾ ਨੇ ਪੜ੍ਹਿਆ ਤੇ ਹੱਸ ਕੇ ਰਸਾਲਾ ਉੱਥੇ ਹੀ ਉਸੇ ਤਰ੍ਹਾਂ ਹੀ ਰੱਖ ਦਿੱਤਾ। ਡੱਬੇ ਵਿੱਚ ਮੂੰਗਫਲੀਆਂ ਦੇ ਛਿਲਕੇ ਵੇਖ ਉਹਨੂੰ ਲੱਗਿਆ, ਲੋਕ ਇਉਂ ਕਿਉਂ ਕਰਦੇ ਨੇ। ਫਿਰ ਉਹ ਬਾਰੀ ਵਿੱਚੋਂ ਬਾਹਰ ਝਾਕਣ ਲੱਗ ਪਈ। ਪਲੇਟਫਾਰਮ ਉੱਪਰ ਰੰਗ ਬਰੰਗੇ ਲੋਕ ਤੁਰ ਫਿਰ ਰਹੇ ਸਨ। ਪਤਾ ਨਹੀਂ ਹਰ ਰੋਜ਼ ਇੰਨੇ ਲੋਕ ਕਿੱਧਰੋਂ ਆਉਂਦੇ ਨੇ ਤੇ ਕਿੱਧਰ ਨੂੰ ਤੁਰ ਜਾਂਦੇ ਨੇ। ਸੋਚਦਿਆਂ ਉਹਨੂੰ ਸਟੇਸ਼ਨ ਦੀ ਵੀ ਇੱਕ ਸੰਸਾਰ ਜਿਹਾ ਲੱਗਿਆ। ਡੱਬੇ ਉੱਪਰ ਵੱਡਾ ਸਾਰਾ ਨੰਬਰ 1 ਲਿਖਿਆ ਦੇਖ ਲੋਕ ਅਗਾਂਹ ਲੰਘਦੇ ਗਏ। ਖਿਆਲ ਆਇਆ, ਕਿਧਰੇ ਇਕੱਲੀ ਨਾ ਰਹਿ ਜਾਵਾਂ। 2 ਛੁੱਟੀਆਂ ਹੀ ਸਨ, ਜੇ ਨਾਲ ਆ ਜਾਂਦੇ ਤਾਂ ਕੀ ਸੀ, ਨਾਲੇ ਇੱਥੋਂ ਕੁਝ ਕਿਤਾਬਾਂ ਲੈ ਜਾਂਦੇ। ਉਹਨੇ ਥੋੜ੍ਹੇ ਜਿਹੇ ਗਿਲੇ ਨਾਲ ਆਪਣੇ ਪਤੀ ਪਰਸ਼ੋਤਮ ਬਾਰੇ ਸੋਚਿਆ। ਸੋਚਦਿਆਂ ਉਸਨੇ ਉੱਠ ਕੇ ਬੂਹੇ ਦੀ ਚਿਟਕਣੀ ਚੈੱਕ ਕੀਤੀ ਕਿ ਬੰਦ ਤਾਂ ਠੀਕ ਹੋ ਜਾਏਗੀ। ਮੁੜ ਆਪਣੀ ਸੀਟ 'ਤੇ ਆ ਬੈਠੀ। ਮਨ ਹੋਇਆ ਚਾਹ ਹੀ ਪੀ ਲਵੇ, ਪਰ ਇੰਨੇ ਨੂੰ ਗੱਡੀ ਨੇ ਵਿਸਲ ਦੇ ਦਿੱਤੀ। ਗੱਡੀ ਤੁਰਨੀ ਵਾਲੀ ਸੀ ਕਿ ਇੱਕ ਔਰਤ, ਜਿਹਨੂੰ ਲੜਕੀ ਵੀ ਆਖ ਸਕਦੇ ਹੋ, ਕੁਲੀ ਤੋਂ ਨਿੱਕਾ ਜਿਹਾ ਅਟੈਚੀ ਕੇਸ ਚੁਕਵਾਈ ਉੱਥੇ ਪਹੁੰਚੀ। ਡੱਬੇ ਦੇ ਅੰਦਰ ਝਾਕੀ ਤੇ ਫੇਰ ਲੰਘ ਆਈ। ਕਮਲ ਲਤਾ ਉਸ ਵੱਲ ਝਾਕੀ। ਉਹਨੇ ਕਾਲੇ ਰੰਗ ਦੀ ਬੈਲ ਬਾਟਮ ਉੱਪਰ ਵਲੈਤੀ ਫਰ ਦਾ ਕੋਟ ਪਾਇਆ ਹੋਇਆ ਸੀ। ਫਸਟ ਕਲਾਸ 'ਚ ਅਮੀਰ ਲੋਕ ਹੀ ਸਫ਼ਰ ਕਰਦੇ ਨੇ। ਮੈਨੂੰ ਤਾਂ ਟੈਲੀਵਿਜ਼ਨ ਵਾਲਿਆਂ ਕਿਰਾਇਆ ਦਿੱਤਾ ਸੀ। ਉਹਨੇ ਜਿਵੇਂ ਆਪਣੇ ਆਪ ਨਾਲ ਮਨ ਵਿੱਚ ਹੀ ਗੱਲ ਕੀਤੀ। ਉਹ ਔਰਤ, ਜਿਹਨੂੰ ਲੜਕੀ ਵੀ ਆਖ ਸਕਦੇ ਹੋ, ਕਮਲ ਲਤਾ ਦੇ ਸਾਹਮਣੇ ਵਾਲੀ ਸੀਟ 'ਤੇ ਆ ਕੇ ਬੈਠ ਗਈ। ਅਟੈਚੀ ਕੇਸ ਕੁਲੀ ਨੇ ਉੱਪਰ ਫੱਟੇ ਉੱਤੇ ਰੱਖ ਦਿੱਤਾ। ਕੁਲੀ ਨੂੰ ਉਸਨੇ 2 ਰੁਪਈਏ ਦਿੱਤੇ ਤੇ ਉਹ ਸਲਾਮਾਂ ਕਰਦਾ ਚਲਾ ਗਿਆ। ਕਮਲ ਲਤਾ ਨੇ ਉਸਨੂੰ ਧਿਆਨ ਨਾਲ ਵੇਖਿਆ। ਅੱਗੋਂ ਉਹਨੇ ਸਿਰ ਛੰਡਿਆ, ਕੱਟੇ ਹੋਏ ਵਾਲਾਂ ਵਿੱਚ ਹੱਥ ਫੇਰਿਆ ਤੇ ਜਾਣੂਆਂ ਵਾਂਗ ਮੁਸਕਰਾਈ। ਗੱਡੀ ਨੇ ਫਿਰ ਵਿਸਲ ਦਿੱਤੀ। ਤੁਹਾਡੇ ਨਾਲ ਕਿਸੇ ਨੇ ਆਉਣਾ ਹੈ? ਨਹੀਂ ਤਾਂ ਦਰਵਾਜ਼ਾ ਅੰਦਰੋਂ ਬੋਲਟ ਕਰ ਦਈਏ? ਕਮਲ ਲਤਾ ਨੇ ਉਸ ਔਰਤ ਨੂੰ ਪੁੱਛਿਆ। ਨਹੀਂ, ਮੇਰੇ ਨਾਲ ਕੋਈ ਨਹੀਂ, ਮੈਂ ਕਰ ਦਿੰਦੀ ਹਾਂ ਦਰਵਾਜ਼ਾ ਬੰਦ। ਵੈਸੇ ਤਾਂ ਅਜੇ ਦਿਨ ਹੀ ਹੈ, ਆਖਦੀ ਔਰਤ ਉੱਠੀ ਤੇ ਡੱਬੇ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਆਈ। ਕਮਲ ਲਤਾ ਨੇ ਪਰਸ ਵਿੱਚੋਂ ਸਵੈਟਰ ਦਾ ਅੱਧ ਬੁਣਿਆ ਪੱਲੜ ਕੱਢਿਆ, ਉਲਝਿਆ ਧਾਗਾ ਸੁਲਝਾਇਆ ਤੇ ਬੁਣਨ ਲੱਗ ਪਈ। ਉਹ ਔਰਤ, ਜਿਹਨੂੰ ਤੁਸੀਂ ਲੜਕੀ ਵੀ ਆਖ ਸਕਦੇ ਹੋ, ਚੁੱਪਚਾਪ ਬੈਠੀ ਜਿਵੇਂ ਕੁਝ ਸੋਚਦੀ ਰਹੀ। ਫਿਰ ਉਹਦੀ ਨਜ਼ਰ ਫਿਲਮਫੇਅਰ 'ਤੇ ਪਈ। ਹੁਣ ਤੱਕ ਜਿਵੇਂ ਉਹ ਆਲੇ ਦੁਆਲੇ ਝਾਕੀ ਨਹੀਂ ਸੀ। ਚੁੱਕ ਕੇ ਦੇਖਿਆ, ਪਹਿਲੇ ਹੀ ਸਫ਼ੇ 'ਤੇ ਲਿਖਿਆ ਸੀ, ਜਿਸ ਨੂੰ ਇਹ ਰਸਾਲਾ ਲੱਭੇਗਾ ਮੈਂ ਉਹਨੂੰ ਪਿਆਰ ਕਰਦਾ ਹਾਂ, ਦੀਪਕ। ਉਹ ਮੁਸਕਰਾਈ ਤੇ ਕਮਲ ਲਤਾ ਵੱਲ ਝਾਕੀ। ਕਮਲ ਲਤਾ ਨੇ ਦੇਖ ਤਾਂ ਲਿਆ ਸੀ, ਪਰ ਸਵੈਟਰ ਦੇ ਕੁੰਡੇ ਗਿਣਦੀ ਨੇ ਉਹਨੇ ਇਉਂ ਹੀ ਜ਼ਾਹਰ ਕੀਤਾ ਜਿਵੇਂ ਉਹ ਉਸ ਵੱਲ ਨਹੀਂ ਸੀ ਵੇਖ ਰਹੀ। ਉਸ ਲੜਕੀ ਨੇ ਉਹ ਫਿਕਰਾ ਮੁੜ ਪੜ੍ਹਿਆ ਕਿ ਜਿਹਨੂੰ ਉਹ ਰਸਾਲਾ ਲੱਭੇਗਾ ਮੈਂ ਉਹਨੂੰ ਪਿਆਰ ਕਰਦਾ ਹਾਂ, ਦੀਪਕ। ਪੜ੍ਹਦੀ ਉਹ ਖੁਸ਼ ਵੀ ਹੋਈ ਤੇ ਉਦਾਸ ਵੀ। ਕਿੰਨਾ ਚਿਰ ਉਹ ਰਸਾਲੇ ਵਿਚਲੀਆਂ ਤਸਵੀਰਾਂ ਵੇਖਦੀ ਰਹੀ ਤੇ ਤਸਵੀਰਾਂ ਹੇਠ ਲਿਖਿਆ ਪੜ੍ਹਦੀ ਰਹੀ। ਫਿਰ ਰੋਲ ਕਰਕੇ ਹੱਥ ਵਿੱਚ ਫੜ ਲਿਆ ਤੇ ਕੁਝ ਸੋਚਦੀ ਰਹੀ। ਬਾਹਰ ਸ਼ਹਿਰ, ਘਰ, ਦਰਖਤ, ਖੇਤ, ਸਭ ਕੁਝ ਪਿੱਛੇ ਛੱਡਦੀ ਗੱਡੀ ਨੱਠੀ ਜਾ ਰਹੀ ਸੀ। ਤੁਸੀਂ ਮਿਸਿਜ਼ ਪੁਰਸ਼ੋਤਮ ਹੋ ਨਾ?
ਇੱਕ ਉਸ ਔਰਤ ਨੇ ਜਿਸ ਨੂੰ ਤੁਸੀਂ ਲੜਕੀ ਵੀ ਆਖ ਸਕਦੇ ਹੋ? ਕਮਲ ਲਤਾ ਨੇ ਪੁੱਛਿਆ। ਹਾਂ, ਵਿੱਚ ਸਿਰ ਹਿਲਾਉਂਦਿਆਂ ਕਮਲ ਲਤਾ ਉਸ ਵੱਲ ਸੰਵਾਰ ਕੇ ਝਾਕੀ। ਇਹ ਠੀਕ ਹੈ ਕਿ ਲੋਕ ਉਹਨੂੰ ਕਈ ਵਾਰੀ ਸਿਆਣ ਲੈਂਦੇ ਸਨ ਕਿ ਇਹ ਉਹੀ ਕਮਲ ਲਤਾ ਹੈ, ਡਾਂਸਰ ਕਮਲ ਲਤਾ, ਖਾਸ ਕਰ ਜਦੋਂ ਤੋਂ ਟੈਲੀਵਿਜ਼ਨ 'ਤੇ ਉਹਦੇ ਪ੍ਰੋਗਰਾਮ ਆਉਣੇ ਸ਼ੁਰੂ ਹੋਏ ਸਨ। ਇਹ ਗੱਲ ਆਮ ਹੋ ਗਈ ਸੀ, ਪਰ ਇਸ ਔਰਤ ਨੇ ਤਾਂ ਉਹਨੂੰ ਕਮਲ ਲਤਾ ਨਹੀਂ, ਮਿਸਿਸ ਪੁਰਸ਼ੋਤਮ ਕਰਕੇ ਪੁੱਛਿਆ ਸੀ। ਮੇਰੇ ਟੈਲੀਵਿਜ਼ਨ ਖਰੀਦਣ ਦਾ ਇੱਕ ਕਾਰਨ ਇਹ ਵੀ ਸੀ ਕਿ ਮੈਂ ਤੁਹਾਨੂੰ ਟੈਲੀਵਿਜ਼ਨ 'ਤੇ ਵੇਖਣਾ ਚਾਹੁੰਦੀ ਸੀ। ਉਸ ਔਰਤ ਨੇ ਪਰਸ ਵਿੱਚੋਂ ਨੇਲ ਫਾਈਲ ਕੱਢ ਆਪਣੇ ਖੱਬੇ ਹੱਥ ਦੇ ਅੰਗੂਠੇ ਕੋਲ ਦੀ ਉਂਗਲ ਦਾ ਨਹੁੰ ਰਗੜਦਿਆਂ ਹੱਸ ਕੇ ਕਿਹਾ। ਤੁਸੀਂ ਡਾਂਸ ਵਿੱਚ ਬਹੁਤ ਦਿਲਚਸਪੀ ਰੱਖਦੇ ਹੋ? ਕਮਲ ਲਤਾ ਨੇ ਉਸੇ ਤਰ੍ਹਾਂ ਸਵੈਟਰ ਬੁਣਦੀ ਨੇ ਪੁੱਛਿਆ। ਡਾਂਸ ਵਿੱਚ ਵੀ ਦਿਲਚਸਪੀ ਹੈ ਅਤੇ ਪੁਰਸ਼ੋਤਮ ਹੋਰੀ ਤੁਹਾਡੇ ਬਾਰੇ ਗੱਲਾਂ ਵੀ ਕਰਦੇ ਹੁੰਦੇ ਨੇ। ਤੁਸੀਂ ਉਹਨਾਂ ਨੂੰ ਜਾਣਦੇ ਹੋ? ਕਮਲ ਲਤਾ ਨੇ ਸਵੈਟਰ ਵੱਲੋਂ ਨਜ਼ਰਾਂ ਹਟਾ ਕੇ ਪੁੱਛਿਆ। ਥੋੜ੍ਹਾ ਜਿਹਾ ਜਾਣਦੀ ਹਾਂ, ਉਸ ਔਰਤ ਨੇ ਹੱਸ ਕੇ ਕਿਹਾ। ਕਮਲ ਲਤਾ ਉਸ ਔਰਤ ਵਾਂਗ ਬੇਮਤਲਬ ਜਿਹਾ ਹਾਸਾ ਨਹੀਂ ਹੱਸੀ, ਸਗੋਂ ਉਹਦਾ ਜਾਇਜ਼ਾ ਲੈਂਦਿਆਂ ਪੁੱਛੀ। ਥੋੜ੍ਹਾ ਜਿਹਾ ਕਿਸ ਤਰ੍ਹਾਂ? ਪਲ ਦੇ ਪਲ ਲਈ ਉਸ ਔਰਤ ਨੂੰ ਕੋਈ ਗੱਲ ਨਾ ਔੜੀ। ਗਰਦਨ ਝਟਕੀ, ਨੇਲ ਫਾਈਲ ਪਰਸ ਵਿੱਚ ਪਾ ਦਿੱਤੀ, ਕੰਘੀ ਕੱਢ ਕੇ ਵਾਲ ਵਾਹੁਣ ਲੱਗ ਪਈ। ਕਿੰਨਾ ਹੀ ਚਿਰ ਵਾਲ ਵਾਹੁੰਦੀ ਰਹੀ, ਫਿਰ ਪਾਊਡਰ ਵਾਲੀ ਡੱਬੀ ਵਿਚਲੇ ਸ਼ੀਸ਼ੇ ਵਿੱਚ ਵੇਖ ਕੇ ਵਾਲ ਕਦੇ ਅੱਗੇ ਨੂੰ ਕਦੇ ਪਿੱਛੇ ਨੂੰ ਸੈੱਟ ਕਰ ਕਰ ਵੇਖਦੀ ਰਹੀ। ਪੁਰਸ਼ੋਤਮ ਹੋਰੀ ਤਾਂ ਇੱਕ ਵਾਰੀ ਆਖਦੇ ਸੀ ਮੈਂ ਵਾਲ ਨਾ ਕੱਟਿਆ ਕਰਾਂ। ਕਈ ਗੱਲਾਂ 'ਚ ਉਹ ਬੜੇ ਹੀ ਬੈਕਵਰਡ ਨੇ। ਉਹ ਔਰਤ ਕਮਲ ਲਤਾ ਨੂੰ ਆਪਣੀ ਵੱਲ ਧਿਆਨ ਨਾਲ ਦੇਖ ਕੇ ਬੋਲੀ। ਮੇਰਾ ਪਤੀ ਇੱਕ ਬਹੁਤ ਨੇਕ ਆਦਮੀ ਹੈ। ਕਮਲ ਲਤਾ ਨੇ ਕਿਸੇ ਅੰਦਰਲੇ ਡਰ ਤੋਂ ਜਿਵੇਂ ਡਰ ਕੇ ਕਿਹਾ। ਹਾਂ, ਉਹ ਬਹੁਤ ਨੇਕ ਆਦਮੀ ਨੇ, ਉਹਨੇ ਅੱਗੋਂ ਹੱਸ ਕੇ ਕਿਹਾ। ਕਮਲ ਲਤਾ ਨੂੰ ਸਮਝ ਨਹੀਂ ਲੱਗੀ ਕਿ ਉਹ ਹਾਸਾ ਆਮ ਸਧਾਰਨ ਹਾਸਾ ਸੀ ਜਾਂ ਇਸ ਤੋਂ ਡੂੰਘੇ ਅਰਥਾਂ ਵਾਲਾ। ਤੁਸੀਂ ਸੋਚ ਹੀ ਨਹੀਂ ਸਕਦੇ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਕੋਈ ਆਦਮੀ ਇੰਨਾ ਚੰਗਾ ਵੀ ਹੋ ਸਕਦਾ ਹੈ। ਕੋਈ ਮਾੜਾ ਵਿਚਾਰ ਕਦੇ ਉਹਨਾਂ ਦੇ ਮਨ 'ਚੋਂ ਲੰਘਦਾ ਹੀ ਨਹੀਂ। ਕਮਲ ਲਤਾ ਨੇ ਮੁੜ ਕਿਹਾ ਅਤੇ ਸਵੈਟਰ ਵਧੇਰੇ ਧਿਆਨ ਨਾਲ ਬੁਣਨ ਲੱਗੀ। ਹਾਂ, ਕੋਈ ਮਾੜਾ ਵਿਚਾਰ ਉਹਨਾਂ ਦੇ ਮਨ 'ਚ ਆਉਂਦਾ ਹੀ ਨਹੀਂ। ਕਦੇ ਕਦੇ ਜਦੋਂ ਮੈਂ ਉਹਨਾਂ ਨੂੰ ਆਖਦੀ ਹਾਂ ਕਿ ਤੁਹਾਡੀ ਪਤਨੀ ਨੂੰ ਤੁਹਾਡੇ ਨਾਲੋਂ ਵੱਧ ਆਪਣੀ ਕਲਾ, ਆਪਣੀ ਸ਼ੋਹਰਤ ਨਾਲ ਪਿਆਰ ਹੈ, ਤਾਂ ਬਸ ਇੰਨਾ ਹੀ ਆਖਦੇ ਨੇ ਕਿ ਹਰ ਬੰਦੇ ਨੂੰ ਆਪਣੀ ਆਪਣੀ ਮਰਜ਼ੀ ਨਾਲ ਜਿਉਣ ਦਾ ਅਧਿਕਾਰ ਹੈ। ਦੇਵੀ, ਤੁਹਾਡਾ ਨਾਮ ਦੇਵੀ ਹੈ? ਕਮਲ ਲਤਾ ਨੇ ਬੇਆਰਾਮ ਜਿਹੀ ਹੋ ਕੇ ਪੁੱਛਿਆ ਅਤੇ ਉੱਨ ਦਾ ਗੋਲਾ ਜਿਹੜਾ ਸੀਟ ਤੋਂ ਹੇਠਾਂ ਡਿੱਗ ਪਿਆ ਸੀ ਉਹਨੂੰ ਚੁੱਕ ਕੇ ਝਾੜਨ ਲੱਗ ਪਈ। ਉਹ ਔਰਤ ਜਿਹਨੂੰ ਤੁਸੀਂ ਲੜਕੀ ਵੀ ਆਖ ਸਕਦੇ ਹੋ ਹੱਸ ਕੇ ਬੋਲੀ। ਨਹੀਂ, ਉਹਨਾਂ ਨੂੰ ਹਰ ਔਰਤ ਹੀ ਸ਼ਾਇਦ ਦੇਵੀ ਲੱਗਦੀ ਹੈ। ਸ਼ਬਦਾਂ ਦੇ ਉਹਨਾਂ ਦੇ ਆਪਣੇ ਹੀ ਅਰਥ ਹੁੰਦੇ ਨੇ। ਉਹਨਾਂ ਕੋਲ ਹਰ ਚੀਜ਼ ਦੇ ਹੀ ਆਪਣੇ ਅਰਥ ਨੇ। ਕਮਲ ਲਤਾ ਨੂੰ ਇਹ ਚੰਗਾ ਨਹੀਂ ਲੱਗਿਆ ਕਿ ਕੋਈ ਬੇਗਾਨੀ ਔਰਤ ਉਹਦੇ ਪਤੀ ਬਾਰੇ ਇੰਨਾ ਕੁਝ ਜਾਣਦੀ ਸੀ। ਤੁਸੀਂ ਦਿੱਲੀ ਰਹਿੰਦੇ ਹੋ? ਕਮਲ ਲਤਾ ਨੇ ਉਸ ਨੂੰ ਪੁੱਛਿਆ, ਸ਼ਾਇਦ ਚਾਹਿਆ ਵੀ। ਨਹੀਂ, ਤੁਹਾਡੇ ਸ਼ਹਿਰ ਹੀ ਰਹਿੰਦੀ ਹਾਂ। ਦਿੱਲੀ ਮੇਰੇ ਪੇਰੈਂਟਸ ਰਹਿੰਦੇ ਨੇ, ਪਰ ਮੈਂ ਸਮਗਲਡ ਜਾਂ ਆਖੋ ਇੰਪੋਰਟਡ ਚੀਜ਼ਾਂ ਖਰੀਦਣ ਹੀ ਆਉਂਦੀ ਹਾਂ। ਦਿੱਲੀ ਵਿੱਚ ਇਹ ਚੀਜ਼ਾਂ ਮਿਲ ਜਾਂਦੀਆਂ ਨੇ। ਉਸਨੇ ਪੈਰਾਂ ਵਿੱਚੋਂ ਸੈਂਡਲ ਲਾਹ ਸੀਟ ਉੱਤੇ ਪੈਰ ਰੱਖ ਕੇ ਆਰਾਮ ਨਾਲ ਠੀਕ ਹੋ ਕੇ ਬੈਠਦਿਆਂ ਮੁਸਕਰਾ ਕੇ ਕਿਹਾ। ਮੁਸਕਰਾਉਂਦਿਆਂ ਰਹਿਣ ਦੀ ਸ਼ਾਇਦ ਉਹਦੀ ਆਦਤ ਹੀ ਸੀ ਅਤੇ ਕਮਲ ਲਤਾ ਨੇ ਵੇਖਿਆ ਉਹ ਹੱਸ ਵੀ ਬਿਨਾਂ ਗੱਲ ਤੋਂ ਹੀ ਪੈਂਦੀ ਸੀ। ਤੁਹਾਡੇ ਪਤੀ ਕੀ ਕੰਮ ਕਰਦੇ ਨੇ? ਆਖ ਕਮਲ ਲਤਾ ਨੇ ਸਿੱਧਾ ਸਵਾਲ ਕੀਤਾ। ਉਹ ਜਾਣਨਾ ਚਾਹੁੰਦੀ ਸੀ ਇਹ ਔਰਤ ਕੌਣ ਹੈ ਅਤੇ ਉਹਦੇ ਪਤੀ ਨੂੰ ਕਿਵੇਂ ਜਾਣਦੀ ਹੈ। ਮੇਰੇ ਪਤੀ? ਕੀ ਹਰ ਔਰਤ ਦਾ ਕੋਈ ਪਤੀ ਹੋਣਾ ਜ਼ਰੂਰੀ ਹੈ? ਆਖ ਹੱਸ ਕੇ ਉਸ ਔਰਤ ਨੇ ਜਵਾਬ ਦੇਣ ਦੀ ਥਾਂ ਸਗੋਂ ਸਵਾਲ ਕੀਤਾ। ਨਹੀਂ, ਮੇਰਾ ਮਤਲਬ ਸੀ ਇਹ ਕਿਵੇਂ ਹੋ ਸਕਦਾ ਹੈ ਕਿ ਤੁਹਾਡੇ ਵਰਗੀ ਲੜਕੀ ਨੂੰ ਕਦੇ ਕਿਸੇ ਨੇ ਚਾਹਿਆ ਨਾ ਹੋਵੇ ਅਤੇ ਵਿਆਹ ਲਈ ਆਖਿਆ ਨਾ ਹੋਵੇ। ਅਤੇ ਚਾਹੁਣ ਦਾ ਮਤਲਬ ਸਿਰਫ ਵਿਆਹ ਨਹੀਂ ਹੁੰਦਾ। ਵਿਆਹ ਤਾਂ ਸਿਰਫ ਇੱਕ ਸਮਾਜਿਕ ਲੋੜ ਹੈ। ਉਹ ਔਰਤ ਗੱਲ ਟੋਕ ਕੇ ਬੋਲੀ। ਕਮਲ ਲਤਾ ਨੂੰ ਯਾਦ ਆਇਆ ਇਹ ਫਿਕਰਾ ਉਹਦੇ ਪਤੀ ਪੁਰਸ਼ੋਤਮ ਦਾ ਹੈ ਕਿ ਚਾਹੁਣ ਦਾ ਮਤਲਬ ਸਿਰਫ ਵਿਆਹ ਨਹੀਂ ਹੁੰਦਾ, ਵਿਆਹ ਤਾਂ ਸਿਰਫ ਇੱਕ ਸਮਾਜਿਕ ਲੋੜ ਹੈ। ਪਰ ਇਹ ਫਿਕਰਾ ਉਸ ਔਰਤ ਦੇ ਮੂੰਹੋਂ ਸੁਣ ਕੇ ਉਹਨੂੰ ਕੁਝ ਤਲਖੀ ਮਹਿਸੂਸ ਹੋਈ, ਪਰ ਉਹਨੇ ਜ਼ਾਹਰ ਨਹੀਂ ਹੋਣ ਦਿੱਤੀ। ਉਹ ਔਰਤ ਫਿਰ ਹੱਸ ਪਈ। ਤੁਸੀਂ? ਕਮਲ ਲਤਾ ਨੇ ਪੁੱਛਿਆ। ਮੈਂ ਇੱਕ ਔਰਤ ਹਾਂ, ਪੜ੍ਹਾਉਂਦੀ ਹਾਂ ਕਾਲਜ ਵਿੱਚ ਪੁਰਸ਼ੋਤਮ ਹੋਰਾਂ ਦੇ ਨਾਲ ਹੀ। ਗੱਲ ਉਹਦੀ
ਅੱਧ ਵਿਚਾਲੇ ਖੜਖੜ ਦੀ ਬਹੁਤ ਤੇਜ਼ ਆਵਾਜ਼ 'ਚ ਖੋ ਗਈ। ਕੋਈ ਹੋਰ ਗੱਡੀ ਉਸ ਗੱਡੀ ਨੂੰ ਕ੍ਰਾਸ ਕਰ ਰਹੀ ਸੀ। ਕਮਲ ਲਤਾ ਪਰੇਸ਼ਾਨ ਜਿਹੀ ਹੋ ਕੇ ਉਸ ਔਰਤ ਦੇ ਮੂੰਹ ਵੱਲ ਵੇਖਦੀ ਰਹੀ। ਕਮਲ ਲਤਾ ਨੂੰ ਆਪਣੀ ਵੱਲ ਇਉਂ ਵੇਖਦੀ ਵੇਖ ਉਹ ਔਰਤ ਫਿਰ ਹੱਸ ਪਈ। ਗੱਡੀ ਲੰਘ ਗਈ। ਉਸ ਔਰਤ ਨੇ ਪਰਸ ਵਿੱਚੋਂ ਦੁੱਧ ਚਿੱਟਾ ਰੁਮਾਲ ਕੱਢਿਆ। ਨਿੱਕਾ ਜਿਹਾ ਸ਼ੀਸ਼ਾ ਫਿਰ ਪਰਸ ਵਿੱਚੋਂ ਕੱਢਿਆ। ਰੁਮਾਲ ਨਾਲ ਸ਼ੀਸ਼ੇ ਵਿੱਚ ਝਾਕ ਕੇ ਅੱਖਾਂ ਦੇ ਕੋਇਆਂ ਵਿੱਚੋਂ ਕੱਜਲ ਸੰਵਾਰਿਆ। ਤੁਹਾਡਾ ਨਾਮ ਰੀਟਾ ਤਾਂ ਨਹੀਂ? ਕਮਲ ਲਤਾ ਨੇ ਡੂੰਘਾ ਉਸ ਵੱਲ ਝਾਕ ਕੇ ਪੁੱਛਿਆ। ਹਾਂ, ਰੀਟਾ ਹੀ ਹੈ। ਪਿਛਲੇ ਸਾਲ ਜਦੋਂ ਸਟ੍ਰਾਈਕ ਹੋਈ ਸੀ ਤੁਹਾਡੇ ਸਸਪੈਂਡ ਹੋਣ 'ਤੇ ਤਾਂ ਪਤਾ ਲੱਗਿਆ ਸੀ ਕਿ ਹਾਂ, ਪ੍ਰਿੰਸੀਪਲ ਨੇ ਮੈਨੂੰ ਸੱਦਿਆ ਸੀ ਕਿ ਪਤਾ ਲੱਗਿਆ ਕਿ ਦਿੱਲੀ ਤੋਂ ਕੋਈ ਲੜਕਾ ਆ ਕੇ ਕਈ ਦਿਨ ਤੇਰੇ ਨਾਲ ਰਹਿੰਦਾ ਹੈ ਅਤੇ ਲੋਕ ਆਖਦੇ ਨੇ ਤੇਰੇ ਸੰਬੰਧ ਉਸ ਨਾਲ ਚੰਗੇ ਨਹੀਂ। ਤੂੰ ਆਦਮੀਆਂ ਨਾਲ ਬੈਠ ਕੇ ਸ਼ਰਾਬ ਪੀਂਦੀ ਹੈ, ਸਿਗਰਟ ਪੀਂਦੀ ਹੈ ਅਤੇ ਕਲਾਸਾਂ ਵਿੱਚ ਕਮਿਊਨਿਜ਼ਮ ਦੀਆਂ ਗੱਲਾਂ ਕਰਦੀ ਹੈ। ਮੈਂ ਆਖਿਆ ਮੇਰੀ ਪ੍ਰਾਈਵੇਟ ਜ਼ਿੰਦਗੀ ਬਾਰੇ ਤੁਹਾਨੂੰ ਕੁਝ ਵੀ ਪੁੱਛਣ ਦਾ ਹੱਕ ਨਹੀਂ। ਦਿੱਲੀ ਤੋਂ ਜਿਹੜਾ ਲੜਕਾ ਆਉਂਦਾ ਹੈ ਉਹ ਮੇਰਾ ਦੋਸਤ ਹੈ। ਜੇ ਮੇਰੇ ਕੋਲ ਆ ਕੇ ਠਹਿਰਦਾ ਹੈ ਤਾਂ ਕਿਸੇ ਨੂੰ ਕੀ। ਬਾਕੀ ਇਹ ਗਲਤ ਹੈ ਕਿ ਮੈਂ ਸ਼ਰਾਬ ਪੀਂਦੀ ਹਾਂ। ਇਹ ਗੱਲ ਨਹੀਂ ਕਿ ਸ਼ਰਾਬ ਪੀਣ ਨੂੰ ਮਾੜਾ ਸਮਝਦੀ ਹਾਂ, ਸਗੋਂ ਮੈਨੂੰ ਸ਼ਰਾਬ ਸੂਟ ਨਹੀਂ ਕਰਦੀ। ਇਹ ਮੂਰਖ ਲੋਕ ਇਹ ਨਹੀਂ ਸਮਝਦੇ ਕਿ ਸਾਡੀ ਜਨਰੇਸ਼ਨ ਲਈ ਸੈਕਸ ਕੋਈ ਹਊਆ ਜਾਂ ਗੁਨਾਹ ਨਹੀਂ ਬਣਿਆ ਹੋਇਆ, ਜ਼ਿੰਦਗੀ ਦੀ ਇੱਕ ਸਧਾਰਨ ਲੋੜ ਹੈ। ਰੀਟਾ ਇੱਕੋ ਸਾਹ ਕਹਿੰਦੀ ਗਈ। ਕਮਲ ਲਤਾ ਬੜੇ ਧਿਆਨ ਨਾਲ ਉਹਦੀ ਗੱਲ ਸੁਣ ਰਹੀ ਸੀ। ਪ੍ਰਿੰਸੀਪਲ ਆਖਣ ਲੱਗਿਆ ਇਸ ਤਰ੍ਹਾਂ ਵਿਦਿਆਰਥੀਆਂ 'ਤੇ ਮਾੜਾ ਅਸਰ ਪੈਂਦਾ ਹੈ, ਪਰ ਇਹਨਾਂ ਸੋ ਕਾਲਡ ਚੰਗੇ ਲੋਕਾਂ ਦੇ ਕਦੇ ਮਨ ਫਰੋਲ ਕੇ ਕੋਈ ਦੇਖੇ ਇੰਨੇ ਗੰਦੇ ਨਿਕਲਣਗੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਪਰ ਉੱਪਰੋਂ ਐਡੇ ਹਿਪੋਕਰੇਟਸ। ਤੌਬਾ, ਰੀਟਾ ਬੁੱਲ ਸੁਕੇੜ ਕੇ ਦੱਸ ਰਹੀ ਸੀ। ਗੱਲ ਅਸਲ 'ਚ ਆਪਣੀਆਂ ਆਪਣੀਆਂ ਵੈਲਿਊਜ਼ ਦੀ ਹੁੰਦੀ ਹੈ, ਕਮਲ ਲਤਾ ਨੇ ਗੱਲ ਟੋਕ ਕੇ ਕਿਹਾ। ਇੱਕ ਦਿਨ ਪਰਸ਼ੋਤਮ ਹੋਰੀ ਵੀ ਆਖਦੇ ਸੀ ਕਿ ਜਿਸਮ ਦਾ ਕੀ ਹੈ, ਕੂੜਾ ਕਰਕਟ, ਗੰਦ, ਬਿਮਾਰੀਆਂ ਦੇ ਕਿਰਮ, ਫੋੜੇ, ਜ਼ਖਮ, ਇਸ ਵਿੱਚ ਕੁਝ ਵੀ ਹੋ ਸਕਦਾ। ਗੱਲ ਤਾਂ ਮਨ ਦੀ ਹੁੰਦੀ ਹੈ, ਰੀਟਾ ਨੇ ਦੱਸਿਆ। ਮਨ ਤੁਹਾਡੇ ਜਿਸਮ ਤੋਂ ਵੱਖਰਾ ਤਾਂ ਨਹੀਂ ਹੁੰਦਾ ਨਾ? ਕਮਲ ਲਤਾ ਨੇ ਸਵੈਟਰ ਪਰਾਂ ਰੱਖਦੀ ਨੇ ਕਿਹਾ। ਇਹੀ ਤਾਂ ਮੈਂ ਆਖਦੀ ਹਾਂ, ਜੋ ਮਨ ਕਰਦਾ ਕਰੋ, ਢੋਂਗ ਨਾ ਕਰੋ। ਰੀਟਾ ਨੇ ਫਿਲਮ ਫੇਰ ਮੁੜ ਖੋਲ੍ਹਦਿਆਂ ਕਿਹਾ। ਕੁਝ ਪਲ ਚੁੱਪ ਵਰਤੀ ਰਹੀ। ਗੱਡੀ ਕਦੋਂ ਕਰਨਾਲ ਆ ਕੇ ਰੁਕੀ ਅਤੇ ਕਦੋਂ ਤੁਰ ਪਈ ਕਮਲ ਲਤਾ ਨੂੰ ਪਤਾ ਨਹੀਂ ਲੱਗਿਆ। ਉੱਠੀ, ਫਿਰ ਬੈਠ ਗਈ, ਮੁੜ ਸਵੈਟਰ ਚੁੱਕ ਲਿਆ। ਕਿੰਨੇ ਕੁ ਪੈਸੇ ਆ ਜਾਂਦੇ ਨੇ ਪ੍ਰੋਗਰਾਮਾਂ ਤੋਂ? ਰੀਟਾ ਨੇ ਨਾ ਜਾਣੇ ਕੀ ਦੱਸਣ ਲਈ ਇਹ ਗੱਲ ਪੁੱਛੀ। ਪੈਸਿਆਂ ਦੀ ਐਡੀ ਗੱਲ ਨਹੀਂ ਹੁੰਦੀ, ਕਮਲ ਲਤਾ ਨੇ ਉਹਦੀ ਗੱਲ ਸਮਝਦਿਆਂ ਉੱਤਰ ਦਿੱਤਾ। ਅਸਲ 'ਚ ਤਾਂ ਉਹ ਇਹੀ ਪੁੱਛਣਾ ਚਾਹੁੰਦੀ ਸੀ ਕਿ ਇਹ ਪ੍ਰੋਗਰਾਮ ਤੂੰ ਪੈਸਿਆਂ ਲਈ ਦਿੰਦੀ ਹੈ? ਹਾਂ, ਸ਼ੋਹਰਤ ਤਾਂ ਬੜੀ ਹੈ ਨਾ, ਹਜ਼ਾਰਾਂ ਲੱਖਾਂ ਲੋਕੀ ਤੁਹਾਨੂੰ ਟੈਲੀਵਿਜ਼ਨ 'ਤੇ ਵੇਖਦੇ ਨੇ, ਰੀਟਾ ਨੇ ਹੱਸ ਕੇ ਅਗਲੀ ਗੱਲ ਆਖੀ। ਇਸ ਨਾਲ ਵੀ ਕੀ ਹੁੰਦਾ, ਕਮਲ ਲਤਾ ਦਾ ਜਵਾਬ ਸੀ। ਹੋਰ ਫਿਰ ਕੀ, ਰੀਟਾ ਪੁੱਛ ਰਹੀ ਸੀ। ਉਂਝ ਹੀ ਬਸ। ਇੰਨੇ ਘੰਟੇ ਦਾ ਰਿਆਜ਼ ਕਿਹੜਾ ਕੋਈ ਦੇਖਦਾ ਹੁੰਦਾ ਹੈ? ਇਹ ਤਾਂ ਇੱਕ ਤਰੀਕਾ ਆਪਣੇ ਆਪ ਤੋਂ ਪਾਰ ਲੰਘ ਜਾਣ ਦਾ। ਕਮਲ ਲਤਾ ਨੇ ਇੱਕ ਤਾਲ ਵਿੱਚ ਆਪਣਾ ਸੱਜਾ ਪੈਰ ਸਹਿਜੇ ਸਹਿਜੇ ਹਿਲਾਉਂਦਿਆਂ ਕਿਹਾ। ਕੀ ਫਿਰ ਅਫੀਮ, ਸ਼ਰਾਬ, ਭਗਤੀ, ਔਰਤ ਸਭ ਨਸ਼ੇ ਹੀ ਆਪਣੇ ਆਪ ਤੋਂ ਪਾਰ ਲੰਘ ਜਾਣ ਦੇ ਤਰੀਕੇ ਨਹੀਂ? ਰੀਟਾ ਆਖ ਰਹੀ ਸੀ। ਕਮਲ ਲਤਾ ਨੂੰ ਯਾਦ ਆਇਆ ਇਹ ਉਹਦੇ ਪਤੀ ਪੁਰਸ਼ੋਤਮ ਦਾ ਫਿਕਰਾ ਹੈ ਕਿ ਕੀ ਅਫੀਮ, ਸ਼ਰਾਬ, ਭਗਤੀ, ਔਰਤ ਸਭ ਨਸ਼ੇ ਹੀ ਆਪ ਤੋਂ ਪਾਰ ਲੰਘ ਜਾਣ ਦੇ ਤਰੀਕੇ ਨਹੀਂ? ਉਹ ਸੋਚਾਂ ਜਿਹੀਆਂ 'ਚ ਖੋ ਗਈ। ਖੜ ਕਰਕੇ ਗੱਡੀ ਨੇ ਲਾਈਨ ਬਦਲੀ। ਕਮਲ ਲਤਾ ਉੱਠ ਕੇ ਬੇਮਤਲਬੀ ਬਾਥਰੂਮ ਵੱਲ ਗਈ। ਬੇਮਤਲਬ ਟੈਪ ਖੋਲ੍ਹਿਆ, ਚੂਲੀ ਭਰੀ ਅਤੇ ਕੁਰਲੀ ਕੀਤੀ, ਮੁੜ ਆ ਕੇ ਸੀਟ 'ਤੇ ਬੈਠ ਗਈ। ਤੁਸੀਂ ਸ਼ਾਦੀ ਕਿਉਂ ਨਹੀਂ ਕਰ ਲੈਂਦੇ ਕਿਸੇ ਨਾਲ? ਇੱਕ ਕਮਲ ਲਤਾ ਨੇ ਬੇਚੈਨ ਜਿਹੀ ਹੋ ਕੇ ਰੀਟਾ ਨੂੰ ਪੁੱਛਿਆ। ਰੀਟਾ ਹੱਸ ਪਈ, ਗਰਦਨ ਛੰਡੀ। ਤੁਹਾਡੇ ਖਿਆਲ ਵਿੱਚ ਸ਼ਾਦੀ ਸਭ ਸਮੱਸਿਆਵਾਂ ਦਾ ਇਲਾਜ ਹੈ? ਕੀ ਸ਼ਾਦੀ ਦੀਆਂ ਆਪਣੀਆਂ ਸਮੱਸਿਆਵਾਂ ਨਹੀਂ ਹੁੰਦੀਆਂ? ਨਾਲੇ ਬਿਨਾਂ ਕਿਸੇ ਨੂੰ ਚੰਗੀ ਤਰ੍ਹਾਂ ਜਾਣੇ ਤੁਸੀਂ ਸ਼ਾਦੀ ਕਿਵੇਂ ਕਰ ਸਕਦੇ ਹੋ? ਜਦੋਂ ਜਾਣ ਜਾਓ ਤਾਂ ਪਤਾ ਲੱਗਦਾ ਹੈ। ਅਜਿਹੇ ਕਿਸੇ ਬੰਦੇ ਨਾਲ ਤੁਸੀਂ ਸ਼ਾਦੀ ਕਰ ਹੀ ਕਿਵੇਂ ਸਕਦੇ ਹੋ? ਘਰ ਦੇ ਇਸ ਗੱਲੋਂ ਨਾਰਾਜ਼ ਨੇ ਮੇਰੇ ਨਾਲ। ਮੈਂ ਆਖਿਆ ਮੈਂ ਕੋਈ ਡੰਗਰ ਪਸ਼ੂ ਹਾਂ ਵੀ ਜਿਸ ਨਾਲ ਮਰਜ਼ੀ ਹੱਕ ਦਿਓ, ਜਦੋਂ ਮੈਨੂੰ ਲੋੜ ਹੋਏਗੀ ਕਰ ਲਵਾਂਗੀ। ਅਸਲ 'ਚ ਇਹ ਇੱਕ ਸਮਾਜਿਕ ਲੋੜ ਹੀ ਹੈ ਬਹੁਤੀ। ਨਹੀਂ, ਇਹ ਤੁਹਾਡੀ ਸਪਿਰਿਚੁਅਲ ਨੀਡ ਵੀ ਤਾਂ ਹੋ ਸਕਦੀ ਹੈ।
ਤੁਸੀਂ ਅਜਿਹਾ ਕੋਈ ਬੰਦਾ ਚਾਹੁੰਦੇ ਹੋ ਜਿੱਥੇ ਆਪਣੇ ਆਪ ਨੂੰ ਕੰਪਲੀਟਲੀ ਅਬੰਡਨ ਕਰ ਸਕੋ। ਕਮਲ ਲਤਾ ਨੇ ਆਪਣੇ ਪੈਰ ਦੀ ਉਂਗਲ ਵਿੱਚ ਪੈਰੀ ਖੱਲੀ ਨੂੰ ਦਬਾਉਂਦਿਆਂ ਕਿਹਾ। ਰੀਟਾ ਹੱਸ ਪਈ ਤੇ ਬੋਲੀ, ਇਹ ਗੱਲ ਸਧਾਰਨ ਲੋਕਾਂ ਲਈ ਤਾਂ ਠੀਕ ਹੋ ਸਕਦੀ ਹੈ, ਪਰ ਕਲਾਕਾਰਾਂ ਲਈ ਨਹੀਂ। ਕਲਾਕਾਰ ਬੰਦੇ ਨਹੀਂ ਹੁੰਦੇ? ਕਮਲ ਲਤਾ ਨੇ ਦੱਬਵੀਂ ਖਿੱਝ ਨਾਲ ਪੁੱਛਿਆ। ਮੇਰਾ ਮਤਲਬ ਹੈ ਕਲਾਕਾਰ ਲੋਕ ਆਪਣੇ ਆਪ ਨੂੰ ਆਪਣੀ ਕਲਾ ਵਿੱਚ ਕੰਪਲੀਟਲੀ ਅਬੰਡਨ ਕਰ ਸਕਦੇ ਹੁੰਦੇ ਨੇ ਅਤੇ ਇਉਂ ਆਪਣੇ ਆਪ ਤੋਂ ਪਾਰ ਲੰਘ ਸਕਦੇ ਹੁੰਦੇ ਨੇ, ਅਤੇ ਇਸ ਲਈ ਕਾਸੇ ਹੋਰ ਦੀ ਉਹਨਾਂ ਨੂੰ ਲੋੜ ਨਹੀਂ ਰਹਿ ਜਾਂਦੀ, ਰੀਟਾ ਨੇ ਜਵਾਬ ਦਿੱਤਾ। ਇਹ ਲੋਕਾਂ ਦੀ ਗਲਤਫਹਿਮੀ ਹੈ। ਕਲਾਕਾਰ ਕੁਝ ਪਲ ਲਈ ਹੀ ਕਲਾਕਾਰ ਹੁੰਦੇ ਨੇ ਅਤੇ ਉਹਨਾਂ ਕ੍ਰੀਏਟਿਵ ਪਲਾਂ ਨੂੰ ਛੱਡ ਕੇ ਬਾਕੀ ਸਾਰਾ ਵੇਲਾ ਉਹ ਸਧਾਰਨ ਬੰਦੇ ਹੁੰਦੇ ਨੇ, ਅਤੇ ਸਧਾਰਨ ਬੰਦਿਆਂ ਵਾਂਗ ਹੀ ਸਭ ਕਾਸੇ ਦੀ ਲੋੜ ਹੁੰਦੀ ਹੈ, ਕਮਲ ਲਤਾ ਨੇ ਰੋਸ ਵਾਂਗ ਕਿਹਾ। ਜਿਨ੍ਹਾਂ ਪਲਾਂ ਵਿੱਚ ਕਲਾਕਾਰ ਹੁੰਦੇ ਨੇ, ਉਹਨਾਂ ਪਲਾਂ ਵਿੱਚ ਦੂਸਰੇ ਲੋਕ ਕੀ ਕਰਨ ਜਿਨ੍ਹਾਂ ਦੀ ਕਲਾਕਾਰਾਂ ਨੂੰ ਲੋੜ ਨਹੀਂ ਹੁੰਦੀ? ਰੀਟਾ ਨੇ ਹੱਸ ਕੇ ਪੁੱਛਿਆ। ਗੱਲ ਕਮਲ ਲਤਾ ਨੂੰ ਸਮਝ ਆ ਗਈ ਅਤੇ ਉਸਨੇ ਉਦਾਸ ਜਿਹੀ ਹੋ ਕੇ ਪੁੱਛਿਆ, ਪਰਸ਼ੋਤਮ ਹੋਰੀ ਮੇਰੇ ਬਾਰੇ ਇਹ ਆਖਦੇ ਹੁੰਦੇ ਨੇ? ਨਹੀਂ, ਉਹ ਤੁਹਾਡੇ ਬਾਰੇ ਕੁਝ ਵੀ ਨਹੀਂ ਆਖਦੇ ਹੁੰਦੇ, ਪਰ ਮੈਨੂੰ ਪਤਾ ਹੁੰਦਾ ਹੈ ਕਿ ਉਹ ਮੇਰੇ ਘਰ ਆਉਂਦੇ ਹੀ ਉਦੋਂ ਨੇ ਜਦੋਂ ਬਹੁਤ ਉਦਾਸ ਹੋਣ ਜਾਂ ਤੁਸੀਂ ਕਿਧਰੇ ਪ੍ਰੋਗਰਾਮ ਦੇਣ ਗਏ ਹੋਵੋ। ਉਹ ਤੁਹਾਡੇ ਘਰ ਜਾਂਦੇ ਹੁੰਦੇ ਨੇ? ਕਮਲ ਲਤਾ ਨੇ ਬੇਚੈਨ ਜਿਹੀ ਹੋ ਕੇ ਪੁੱਛਿਆ। ਤੁਹਾਨੂੰ ਇਹ ਗੱਲ ਚੰਗੀ ਨਹੀਂ ਲੱਗੀ? ਤੁਹਾਡਾ ਖਿਆਲ ਹੈ ਚੰਗੀ ਲੱਗਣੀ ਚਾਹੀਦੀ ਸੀ। ਇਸ 'ਚ ਮਾੜਾ ਹੀ ਕੀ ਹੈ? ਨਾਲੇ ਤੁਸੀਂ ਤਾਂ ਕਲਾਕਾਰ ਹੋ। ਮੈਂ ਇੱਕ ਔਰਤ ਵੀ ਤਾਂ ਹਾਂ। ਹੋ ਸਕਦਾ ਉਹਨਾਂ ਨੂੰ ਇਹੀ ਗੱਲ ਚੰਗੀ ਨਾ ਲੱਗਦੀ ਹੋਵੇ ਕਿ ਉਹਨਾਂ ਦੀ ਔਰਤ ਹਜ਼ਾਰਾਂ ਲੋਕਾਂ ਦੇ ਸਾਹਮਣੇ ਜਾ ਕੇ ਨੱਚੇ। ਇਹ ਗੱਲ ਉਹ ਮੈਨੂੰ ਆਖ ਵੀ ਤਾਂ ਸਕਦੇ ਸਨ। ਮੈਂ ਪ੍ਰੋਗਰਾਮ ਦੇਣੇ ਬੰਦ ਕਰ ਦਿੰਦੀ। ਉਹ ਉਹਨਾਂ ਮਰਦਾਂ ਵਿੱਚੋਂ ਨਹੀਂ ਜਿਹੜੇ ਮੰਗ ਕੇ ਕੁਝ ਲੈਣ, ਰੀਟਾ ਨੇ ਹੱਸ ਕੇ ਦੱਸਿਆ। ਉਹਦੇ ਪਤੀ ਬਾਰੇ ਬੇਗਾਨੀ ਕੋਈ ਔਰਤ ਦੱਸੇ ਕਿ ਉਹ ਕੀ ਚਾਹੁੰਦਾ ਹੈ, ਕਮਲ ਲਤਾ ਨੂੰ ਔਖਾ ਲੱਗ ਰਿਹਾ ਸੀ। ਹੋਰ ਉਹ ਮੇਰੇ ਬਾਰੇ ਕੀ ਆਖਦੇ ਹੁੰਦੇ ਨੇ? ਕਮਲ ਲਤਾ ਨੇ ਵਿਅੰਗ ਨਾਲ ਪੁੱਛਿਆ। ਇਹੀ ਕਿ ਕਮਲ ਲਤਾ ਬਹੁਤ ਚੰਗੀ ਔਰਤ ਹੈ, ਪਰ ਤੁਸੀਂ ਉਸ ਨਾਲੋਂ ਵੱਧ ਚੰਗੀ ਹੋ ਰੀਟਾ। ਅੱਗੋਂ ਇਹ ਵੀ ਆਖਦੇ ਨੇ ਨਾ? ਕਮਲ ਲਤਾ ਨੇ ਕਿਹਾ। ਨਹੀਂ, ਉਹ ਇਹ ਨਹੀਂ ਆਖਦੇ ਹੁੰਦੇ, ਪਰ ਮੈਂ ਜੇ ਉਹਨਾਂ ਨੂੰ ਮਾੜੀ ਲੱਗਦੀ ਹੋਵਾਂ ਤਾਂ ਉਹ ਮੇਰੇ ਕੋਲ ਕਿਉਂ ਆਉਣ? ਤੁਹਾਨੂੰ ਪਤਾ ਹੈ ਮਨੁੱਖ ਦੇ ਅੰਦਰ ਜਿਹੜਾ ਜਾਨਵਰ ਹੈ ਉਹ ਉਹਨੂੰ ਕਿੱਥੇ ਕਿੱਥੇ ਲਈ ਫਿਰਦੇ ਨੇ? ਰੀਟਾ ਵਿੱਚੋਂ ਹੀ ਹੱਸ ਪਈ, ਬੋਲੀ, ਉਸ ਆਦਮੀ ਦੇ ਪਸ਼ੂ ਪੱਧਰ ਨੂੰ ਜਿਹੜੀ ਔਰਤ ਝੱਲਦੀ ਹੈ ਉਹਦੀ ਬੀਵੀ ਨੂੰ ਉਸ ਔਰਤ ਦੀ ਸਗੋਂ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਉਸ ਅੰਦਰਲੇ ਪਸ਼ੂ ਨੂੰ ਜਗਾਉਂਦੀ ਵੀ ਤਾਂ ਕੋਈ ਅਜਿਹੀ ਔਰਤ ਹੀ ਹੈ। ਕਮਲ ਲਤਾ ਨੇ ਪੈਰ ਵਿੱਚ ਪੈਰੀ ਖੱਲੀ ਤੋਂ ਕਸੀਸ ਵੱਟ ਕੇ ਕਿਹਾ ਅਤੇ ਉੱਠ ਕੇ ਖੜੀ ਹੋ ਗਈ। ਸਾਰਾ ਭਾਰ ਉਸ ਪੈਰ ਉੱਤੇ ਪਾਇਆ, ਲੱਤ ਝਟਕੀ, ਉਂਗਲਾਂ ਖਿੱਚੀਆਂ ਅਤੇ ਹਾਰ ਕੇ ਪੈਰ ਫੜ ਕੇ ਬੈਠ ਗਈ। ਦਰਦ ਹੋ ਰਿਹਾ? ਰੀਟਾ ਨੇ ਪੁੱਛਿਆ। ਚੀਕਾਂ ਮਾਰਦੀ, ਲਾਈਨਾਂ ਬਦਲਦੀ, ਤੇਜ਼ ਤੋਂ ਹੌਲੀ ਹੁੰਦੀ ਹੋਈ ਗੱਡੀ ਅੰਬਾਲੇ ਛਾਉਣੀ ਦੇ ਸਟੇਸ਼ਨ 'ਤੇ ਆ ਖੜੋਤੀ। ਰਾਤ ਪੈ ਚੁੱਕੀ ਸੀ। ਪਤਾ ਨਹੀਂ ਇੰਨਾ ਵਕਤ ਕਦੋਂ ਲੰਘ ਗਿਆ ਸੀ। ਰਾਤ ਵੇਲੇ ਦੁਨੀਆ ਕਮਲ ਲਤਾ ਨੂੰ ਹੋਰ ਹੀ ਤਰ੍ਹਾਂ ਦੀ ਲੱਗੀ। ਕੁਝ ਬੁੱਤ ਤੇ ਪਰਛਾਵੇਂ ਤੁਰਦੇ ਦਿਸੇ, ਕੁਝ ਸ਼ੋਰ ਜਿਹਾ ਸੁਣਾਈ ਦਿੱਤਾ। ਰੀਟਾ ਨੇ ਬਾਰੀ ਵਿੱਚੋਂ ਹੀ ਬਹਿਰੇ ਨੂੰ ਚਾਹ ਲਿਆਉਣ ਲਈ ਆਖਿਆ। ਇੰਨੇ ਨੂੰ ਕਿਸੇ ਨੇ ਬੂਹਾ ਖੜਕਾਇਆ। ਰੀਟਾ ਨੇ ਉੱਠ ਕੇ ਖੋਲ੍ਹ ਦਿੱਤਾ। ਇੱਕ ਅਧਖੜ ਜਿਹੀ ਜਨਾਨੀ ਦੇ ਨਾਲ ਇੱਕ ਛੋਟਾ ਜਿਹਾ ਮੁੰਡਾ ਹੱਥ ਵਿੱਚ ਗੰਢੜੀ ਫੜੀ ਕਾਹਲੀ ਕਾਹਲੀ ਅੰਦਰ ਵੜ ਗਏ। ਮਾਈਏ, ਫਸਟ ਕਲਾਸ ਹੈ, ਫਸਟ ਕਲਾਸ, ਦੁੱਗਣੇ ਕਿਰਾਏ ਵਾਲਾ ਡੱਬਾ, ਰੀਟਾ ਨੇ ਉਹਨਾਂ ਨੂੰ ਦੱਸਿਆ। ਕੁੜੇ ਧੀਏ, ਉਹ ਜਾਣੇ, ਮੈਂ ਤਾਂ ਭੁੰਜੇ ਹੀ ਬੈਠ ਜੂੰਗੀ। ਗੱਡੀ ਨਾ ਤੁਰ ਪਏ, ਲੁਧਿਆਣੇ ਤਾਈਂ ਜਾਣਾ। ਮਿਸ ਬਰਾਊਨ ਦੇ ਹਸਪਤਾਲ ਭਾਈ ਦਾਖਲ ਹੈ ਮੇਰਾ। ਪਿੱਛੇ ਹੀ ਸਰਦਾ ਨਹੀਂ, ਇਕੱਲੀ ਕਾਰੀ ਆ ਗਈ ਸੀ ਪਰਸੋਂ, ਪਰ ਮਗਰੋਂ ਹੀ ਸੱਦਾ ਆ ਗਿਆ ਵੀ ਬਹੁਤ ਤੰਗ ਹੈ, ਉਹ ਨਹੀਂ ਪੈਰੀ ਮੁੜ ਚੱਲੀਆਂ। ਆਖਦੀ ਉਹ ਜਨਾਨੀ ਗੱਦਿਆਂ ਵਾਲੀਆਂ ਸੀਟਾਂ ਛੱਡ ਭੁੰਜੇ ਹੀ ਬੈਠ ਗਈ, ਕੋਲ ਹੀ ਮੁੰਡੇ ਨੂੰ ਬਿਠਾ ਲਿਆ। ਕਮਲ ਲਤਾ ਉਸ ਵੱਲ ਵੇਖਦੀ ਰਹੀ। ਮਾਈ ਟੀਟੀ ਨਾ ਗੁੱਸੇ ਹੋਵੇ, ਰੀਟਾ ਨੇ ਉਹਨੂੰ ਫੇਰ ਦੱਸਿਆ। ਕੋਈ ਨਹੀਂ, ਮੈਂ ਹੱਥ ਜੋੜ ਕੇ ਆਖ ਦੂੰ ਵੀ ਮੈਂ ਤਾਂ ਭੁੰਜੇ ਬੈਠੀ ਹਾਂ, ਗੱਡੀ ਤੁਰਨ ਵਾਲੀ ਸੀ, ਮਸਾਂ ਭੱਜ ਕੇ ਚੜ੍ਹੀ ਹਾਂ। ਰੀਟਾ ਆ ਕੇ ਆਪਣੀ ਸੀਟ 'ਤੇ ਬੈਠ ਗਈ। ਬਿੰਦ ਕੁ ਮਗਰੋਂ ਬੈਰਾ ਚਾਹ ਲੈ ਆਇਆ।
ਇੱਕ ਕੱਪ ਰੀਟਾ ਨੇ ਕਮਲ ਲਤਾ ਅੱਗੇ ਕੀਤਾ। ਉਹਨੇ ਬੇਧਿਆਨੇ ਜੇ ਫੜ ਲਿਆ। ਕੋਈ ਚੰਗੀ ਔਰਤ ਲੱਗਦੀ ਹੈ। ਕਮਲ ਲਤਾ ਨੇ ਉਸ ਔਰਤ ਵੱਲ ਝਾਕ ਕੇ ਕਿਹਾ। ਰੀਟਾ ਹੱਸ ਪਈ। ਪਤਾ ਨਹੀਂ ਕਿਉਂ ਦਿੱਲੀ ਦੀਆਂ ਕੁੜੀਆਂ ਔਰਤਾਂ ਦੇ ਆਮ ਕਰਕੇ ਕੋਈ ਨੋਰਮਸ ਨਹੀਂ ਹੁੰਦੇ। ਕਮਲ ਲਤਾ ਨੇ ਸਰਸਰੀ ਜੀ ਕਿਹਾ। ਰੀਟਾ ਨੂੰ ਗੁੱਸਾ ਨਹੀਂ ਆਇਆ, ਸਗੋਂ ਹੱਸ ਪਈ। ਬੋਲੀ, ਚੰਗਾ ਹੈ, ਅਜਿਹੀਆਂ ਔਰਤਾਂ ਨਾਲ ਮੁਕਾਬਲਾ ਕਰਕੇ ਲੋਕ ਆਪਣੀਆਂ ਬੀਵੀਆਂ ਨੂੰ ਚੰਗੀਆਂ ਆਖ ਸਕਦੇ ਨੇ ਅਤੇ ਘਰਾਂ ਨੂੰ ਪਰਤ ਸਕਦੇ ਨੇ। ਕਮਲ ਲਤਾ ਹੈਰਾਨ ਹੋ ਕੇ ਉਸਦੇ ਮੂੰਹ ਵੱਲ ਵੇਖਦੀ ਰਹੀ। ਚਾਹ ਪੀਂਦੀ ਨੂੰ ਉਹਨੂੰ ਹੁੱਥੂ ਆ ਗਿਆ। ਬਚਦੀ ਚਾਹ ਉਸੇ ਤਰ੍ਹਾਂ ਟਰੇ 'ਚ ਰੱਖ ਉਹਨੇ ਅੱਖਾਂ ਵਿੱਚ ਆਇਆ ਪਾਣੀ ਰੁਮਾਲ ਨਾਲ ਪੂੰਝਿਆ। ਜਦੋਂ ਤੁਸੀਂ ਕਿਧਰੇ ਪ੍ਰੋਗਰਾਮ ਦੇਣ ਜਾਂਦੇ ਹੋ ਤਾਂ ਪਿੱਛੋਂ ਪੁਰਸ਼ੋਤਮ ਹੋਰਾਂ ਦਾ ਖਾਣਾ ਕੌਣ ਤਿਆਰ ਕਰਦਾ ਹੈ? ਰੀਟਾ ਨੇ ਪੁੱਛਿਆ। ਨੌਕਰ ਹੈ, ਕਮਲ ਲਤਾ ਬੋਲੀ। ਪਰ ਰੀਟਾ ਵੱਲ ਝਾਕ ਕੇ ਉਹ ਸਮਝ ਗਈ ਕਿ ਅਸਲ 'ਚ ਉਹ ਕੀ ਆਖ ਰਹੀ ਹੈ। ਬੋਲੀ, ਜੇ ਮੈਂ ਘਰ ਨਾ ਹੋਵਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਰੋਟੀ ਕਿਸੇ ਦੇ ਘਰ ਖਾਣ ਚਲੇ ਜਾਣ। ਕੀ ਹਰਜ਼ ਹੈ? ਰੀਟਾ ਨੇ ਸਹਿਜ ਭਾਅ ਨਾਲ ਆਖਿਆ। ਤੁਹਾਨੂੰ ਸ਼ਰਮ ਨਹੀਂ ਆਉਂਦੀ ਅਜਿਹੀਆਂ ਗੱਲਾਂ ਕਰਦਿਆਂ? ਕਮਲ ਲਤਾ ਨੇ ਜ਼ਰਾ ਕੁ ਤਲਖੀ ਨਾਲ ਕਿਹਾ। ਉਹ ਖਿਝ ਗਈ ਸੀ। ਸ਼ਰਮ ਕਿਸ ਗੱਲ ਦੀ? ਤੁਹਾਡੇ ਵਿੱਚ ਸੱਚ ਨੂੰ ਸਵੀਕਾਰ ਕਰਨ ਦੀ ਜੁਰਤ ਹੋਣੀ ਚਾਹੀਦੀ ਹੈ। ਜੇ ਕਿਸੇ ਔਰਤ ਦਾ ਪਤੀ ਉਹਨੂੰ ਛੱਡ ਕੇ ਕਿਸੇ ਦੂਸਰੀ ਔਰਤ ਕੋਲ ਜਾਂਦਾ ਹੈ ਤਾਂ ਕੁਝ ਹੋਵੇਗਾ ਹੀ ਨਾ ਉਸ ਦੂਸਰੀ ਔਰਤ ਵਿੱਚ। ਰੀਟਾ ਸਧਾਰਨ ਭਾਵ ਨਾਲ ਸਭ ਕੁਝ ਆਖੀ ਜਾ ਰਹੀ ਸੀ। ਇੱਕਾ-ਇੱਕ ਕਮਲ ਲਤਾ ਦਾ ਮਨ ਕੀਤਾ ਚਪੇੜ ਮਾਰੇ ਮੂੰਹ 'ਤੇ ਇਸ ਔਰਤ ਦੇ ਅਤੇ ਫਿਰ ਪੁੱਛੇ, ਤੇਰੇ ਨਾਲੋਂ ਮੇਰੇ ਵਿੱਚ ਦੱਸ ਕੀ ਘੱਟ ਹੈ? ਪਰ ਉਹਨੇ ਬਾਹਰੋਂ ਕੁਝ ਵੀ ਜ਼ਾਹਿਰ ਨਾ ਹੋਣ ਦਿੱਤਾ। ਤੁਸੀਂ ਕਲਾਕਾਰ ਹੋ ਕੇ ਵੀ ਇਹ ਗੱਲ ਨਹੀਂ ਸਮਝਦੇ ਕਿ ਮਾਡਰਨ ਵੂਮਨ ਲਿਬਰੇਟਿਡ ਬੀਇੰਗ ਹੈ। ਉਹਨੂੰ ਆਪਣੇ ਸੈਲਫ ਦੀ ਫੁੱਲਫਿਲਮੈਂਟ ਲਈ ਠੀਕ ਬੇਠੀਕ, ਚੰਗੇ ਮਾੜੇ, ਪਾਪ ਪੁੰਨ ਆਦਿ ਦੀਆਂ ਪੁਰਾਣੀਆਂ ਕੈਟੇਗਰੀਜ਼ ਨੂੰ ਛੱਡਣਾ ਪਏਗਾ ਅਤੇ ਨਾਲੇ ਇਹ ਕੈਟੇਗਰੀਜ਼ ਵੀ ਤਾਂ ਚੈਲੰਜ ਕੀਤੀਆਂ ਜਾ ਸਕਦੀਆਂ ਨੇ। ਰੀਟਾ ਦੱਸ ਰਹੀ ਸੀ। ਫੁੱਲਫਿਲਮੈਂਟ ਤੁਸੀਂ ਕਿਹਨੂੰ ਆਖਦੇ ਹੋ? ਕਮਲ ਲਤਾ ਨੇ ਉਹਦੇ ਵਿੱਚ ਹੀ ਝਾਕਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ। ਜਿੱਥੇ ਕਿਸੇ ਲਈ ਵੀ ਜਾਂ ਕਾਸੇ ਲਈ ਵੀ ਤੁਹਾਨੂੰ ਆਪਣਾ ਸੈਲਫ ਮਾਰਨਾ ਨਾ ਪਵੇ। ਜਿੱਥੇ ਤੁਸੀਂ ਆਪਣੇ ਸੈਲਫ ਦੀਆਂ ਸਾਰੀਆਂ ਪੋਸੀਬਿਲਿਟੀਜ਼ ਰਿਅਲਾਈਜ਼ ਕਰਕੇ ਜੀ ਸਕੋ। ਅਤੇ ਸ਼ਾਇਦ ਇਹ ਗੱਲ ਮੈਂ ਤੁਹਾਨੂੰ ਸਮਝਾ ਨਾ ਸਕਾਂ। ਕੁਝ ਗੱਲਾਂ ਸ਼ਬਦਾਂ ਤੋਂ ਪਰਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਟੋਟਲ ਬੀਇੰਗ ਨਾਲ ਸਿਰਫ ਗ੍ਰਾਸਪ ਹੀ ਕਰ ਸਕਦੇ ਹੋ। ਕਮਲ ਲਤਾ ਖੋਈ ਉਹਦੀਆਂ ਗੱਲਾਂ ਸੁਣਦੀ ਰਹੀ। ਫਿਰ ਬੋਲੀ, ਪੁਰਸ਼ੋਤਮ ਹੋਰੀ ਅਕਸਰ ਤੁਹਾਡੇ ਘਰ ਜਾਂਦੇ ਰਹਿੰਦੇ ਨੇ? ਰੀਟਾ ਫਿਰ ਹੱਸ ਪਈ ਅਤੇ ਹਾਂ 'ਚ ਸਿਰ ਹਿਲਾਇਆ। ਤੁਹਾਨੂੰ ਪਤਾ ਸੀ ਉਹ ਵਿਆਹੇ ਹੋਏ ਨੇ? ਹਾਂ, ਪਰ ਹਰ ਦੋਸਤੀ ਦਾ ਮਤਲਬ ਵਿਆਹ ਤਾਂ ਨਹੀਂ ਹੁੰਦਾ, ਰੀਟਾ ਨੇ ਜਵਾਬ ਦਿੱਤਾ। ਤੁਹਾਨੂੰ ਕਦੇ ਖਿਆਲ ਨਹੀਂ ਆਉਂਦਾ ਕਿ ਜਿਹੜਾ ਆਦਮੀ ਤੁਹਾਡੇ ਨਾਲ ਬੈਠਾ ਸ਼ਰਾਬ ਪੀ ਰਿਹਾ ਹੈ, ਘਰ ਉਹਦੀ ਪਤਨੀ ਉਡੀਕ ਕਰ ਰਹੀ ਹੋਏਗੀ। ਅਗਰ ਉਹ ਘਰ ਰੱਖ ਸਕਦੀ ਹੈ ਤਾਂ ਨਾ ਆਉਣ ਦੇਵੇ, ਰੀਟਾ ਬੋਲੀ। ਉਹਦੀ ਆਵਾਜ਼ 'ਚ ਜਿੱਤ ਦਾ ਭਾਵ ਸੀ। ਖੜ-ਖੜ ਕਰਦੀ ਗੱਡੀ ਲਾਈਨ ਬਦਲ ਰਹੀ ਸੀ। ਕਮਲ ਲਤਾ ਨੂੰ ਲੱਗਿਆ ਜਿਵੇਂ ਉਹਦਾ ਮੂੰਹ ਸੁੱਕ ਰਿਹਾ ਹੋਵੇ। ਉਹਨੇ ਤਾਕੀ ਉੱਪਰ ਚੱਕੀ, ਸ਼ੀਸ਼ਾ ਵੀ ਚੁੱਕ ਦਿੱਤਾ। ਠੰਡੀ ਹਵਾ ਦਾ ਤੇਜ਼ ਬੁੱਲਾ ਉਹਨੂੰ ਛੋਹ ਕੇ ਲੰਘਿਆ। ਉਹਨੇ ਉਤਾਵਲੀ ਜਿਹੀ ਨੇ ਤਾਕੀ ਬੰਦ ਕਰ ਦਿੱਤੀ। ਰੀਟਾ ਨੇ ਲਿਫਾਫੇ ਵਿੱਚੋਂ ਸੰਤਰੇ ਕੱਢੇ। ਇੱਕ ਕਮਲ ਲਤਾ ਵੱਲ ਕਰਕੇ ਕਿਹਾ, ਲਓ। ਕਮਲ ਲਤਾ ਨੇ ਸੰਤਰਾ ਲੈ ਲਿਆ, ਛਿੱਲ ਵੀ ਲਿਆ, ਪਰ 2 ਕੁ ਫਾੜੀਆਂ ਖਾ ਕੇ ਪਰਾਂ ਰੱਖ ਦਿੱਤਾ। ਸ਼ਾਇਦ ਖੱਟਾ ਸੀ ਜਾਂ ਹੋਰ ਖਾਣ ਦਾ ਮਨ ਨਹੀਂ ਕੀਤਾ। ਪਰ ਨਹੀਂ, ਤੁਹਾਡੇ ਕੋਲ ਬੈਠਾ ਵੀ ਹੁੰਦਾ ਤਾਂ ਉਹ ਆਪਣੀ ਔਰਤ ਦਾ ਹੀ ਹੈ ਨਾ। ਰੀਟਾ ਨੇ ਸੰਤਰੇ ਦੀ ਫਾੜੀ ਮੂੰਹ 'ਚ ਪਾਉਂਦੀ ਨਹੀਂ ਕਮਲ ਲਤਾ ਵੱਲ ਤੱਕ ਕੇ ਕਿਹਾ। ਉਹਦੀ ਆਵਾਜ਼ 'ਚ ਉਦਾਸੀ ਸੀ। ਕਮਲ ਲਤਾ ਕੁਝ ਨਹੀਂ ਬੋਲੀ। ਦੂਰ ਹਨੇਰੇ 'ਚ ਦੀਵੇ ਲੰਘੇ ਜਾਂਦੇ ਦਿਸੇ। ਗੱਡੀ ਸ਼ਾਇਦ ਕਿਸੇ ਪਿੰਡ ਕੋਲੋਂ ਦੀ ਲੰਘ ਰਹੀ ਸੀ। ਅਸਲ 'ਚ ਜਿੰਨਾ ਬਹੁਤਾ ਤੁਸੀਂ ਸੋਚੋ ਓਨਾ ਹੀ ਸਗੋਂ ਉਲਝਦੇ ਹੋ। ਇਸ ਲਈ ਮੈਂ ਤਾਂ ਸੋਚਣਾ ਹੀ ਛੱਡ ਦਿੱਤਾ ਹੈ। ਹੁਣ ਤਾਂ ਲੋਕ ਹੀ ਮੇਰੇ ਬਾਰੇ ਸੋਚਦੇ ਨੇ ਕਿ ਮੈਂ ਕੀ ਕਰਦੀ ਹਾਂ, ਕਿੱਥੇ ਜਾਂਦੀ ਹਾਂ, ਕੌਣ ਮੈਨੂੰ ਮਿਲਣ ਆਉਂਦਾ, ਮੈਂ ਕੀ ਖਾਂਦੀ ਪੀਂਦੀ ਹਾਂ, ਕਿਸ ਵੇਲੇ ਸੌਂਦੀ ਹਾਂ, ਕਿਹਦੇ ਨਾਲ ਸਿਨੇਮਾ ਜਾਂਦੀ ਹਾਂ, ਆਦਿ ਸਭ ਕੁਝ। ਜਿਵੇਂ ਲੋਕਾਂ ਕੋਲ ਆਪਣਾ ਕੁਝ ਕਰਨ ਨੂੰ ਹੀ ਨਹੀਂ। ਅਤੇ ਮੈਂ ਕਦੇ-ਕਦੇ ਸੋਚਦੀ ਹੁੰਦੀ ਹਾਂ, ਆਖਰ ਇਹ ਲੋਕ ਜ਼ਿੰਦਗੀ ਨੂੰ ਸਮਝਦੇ ਕੀ ਨੇ? ਕਦੇ-ਕਦੇ ਤਾਂ ਮੈਨੂੰ ਪੁਰਸ਼ੋਤਮ ਹੋਰਾਂ 'ਤੇ ਗੁੱਸਾ ਆ ਜਾਂਦਾ। ਆਖਣਗੇ, ਫਲਾਣੇ ਕੋਲ ਨਾ ਬੈਠਿਆ ਕਰ, ਢਿਮਕੇ ਨਾਲ ਨਾ ਗੱਲ ਕਰਿਆ ਕਰ। ਲੋਕੀ ਗੱਲਾਂ ਬਣਾਉਂਦੇ ਨੇ ਵੀ ਲੋਕੀ ਜਾਣ ਢੱਠੇ ਖੂਹ 'ਚ
ਰੀਟਾ ਜਿਵੇਂ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੀ ਸੀ। ਬੀਬੀ ਕਿੰਨੇ ਵੱਜ ਗਏ? ਉਹ ਜਨਾਨੀ ਨੇ ਪੁੱਛਿਆ। 12 ਵੱਜਣ ਵਾਲੇ ਨੇ, ਨਾਲੇ ਸੀਟ ਦੇ ਉੱਪਰ ਬਹਿ ਜਾ ਆਰਾਮ ਨਾਲ, ਦੇਖੀ ਜਾਊ ਜਦ ਬਾਬੂ ਆਊ, ਕਮਲ ਲਤਾ ਨੇ ਆਖਿਆ। ਤਾਂ ਅੱਧੀ ਰਾਤ ਹੋ ਚੱਲੀ ਹੈ, ਕਿਹੜੇ ਵੇਲੇ ਪੜਾਂਗੇ? ਗਾਹਾਂ ਕੋਵਾਟ ਹਸਪਤਾਲ ਹੈ, ਰਾਤ ਨੂੰ ਰਿਸਕੇ ਵਾਲੇ ਵੀ ਅੱਕਰੇ ਹੋ ਜਾਂਦੇ ਨੇ, ਦੂਣਾ ਭਾੜਾ ਮੰਗਦੇ ਨੇ। ਉਹਨੇ ਜਦੋਂ ਚਿੰਤਾਤੁਰ ਹੋ ਕੇ ਆਖਿਆ। ਕਮਲ ਲਤਾ ਨੂੰ ਯਾਦ ਆਇਆ, ਅਸੀਂ ਲੋਕ ਤਾਂ ਵਾਧੂ ਗੱਲਾਂ 'ਚ ਉਲਝੇ ਰਹਿੰਦੇ ਹਾਂ। ਅਤੇ ਲੁਧਿਆਣੇ ਉਹ ਜਨਾਨੀ ਆਪਣੇ ਬੱਚੇ ਸਮੇਤ ਉਤਰ ਗਈ। ਬਹਿਰਾ ਚਾਹ ਵਾਲੇ ਭਾਂਡੇ ਵੀ ਲੈ ਗਿਆ। ਰੀਟਾ ਉੱਠ ਕੇ ਚਿਟਕਣੀ ਬੰਦ ਕਰਨ ਗਈ। ਫਸਟ ਕਲਾਸ ਵਿੱਚ ਰਾਤ ਨੂੰ ਕਿਹਨੇ ਚੜ੍ਹਨਾ ਸੀ? ਚੜ੍ਹਨਾ ਵੀ ਹੋਵੇ, ਉਹ ਦੋਵੇਂ ਇਕੱਲੀਆਂ ਜਨਾਨੀਆਂ ਸਨ। ਕਮਲ ਲਤਾ ਨੇ ਤਾਂ ਦਿੱਲੀ ਤੋਂ ਹੀ ਚਿਟਕਣੀ ਬੰਦ ਕਰਵਾ ਲਈ ਸੀ। ਜਦੋਂ ਨੂੰ ਰੀਟਾ ਚਿਟਕਣੀ ਬੰਦ ਕਰਕੇ ਮੁੜ ਕੇ ਆਈ, ਕਮਲ ਲਤਾ ਆਪਣੇ ਹੇਠਾਂ ਤੋਂ ਕੰਬਲ ਕੱਢ ਕੇ ਉੱਪਰ ਲੈ ਕੇ ਮੂੰਹ ਦੂਜੇ ਪਾਸੇ ਕਰਕੇ ਪੈ ਗਈ ਸੀ। ਰੀਟਾ ਨੇ ਇੱਕ ਵਾਰੀ ਫਿਲਮਫੇਅਰ ਦੇ ਪਹਿਲੇ ਸਫ਼ੇ 'ਤੇ ਲਿਖਿਆ ਫੇਰ ਪੜ੍ਹਿਆ, ਜਿਹਨੂੰ ਇਹ ਰਸਾਲਾ ਲੱਭੇਗਾ ਉਹਨੂੰ ਮੈਂ ਪਿਆਰ ਕਰਦਾ, ਦੀਪਕ। ਕਿਸੇ ਦੀ ਮਜ਼ਾਕ ਨਾਲ ਲਿਖੀ ਇਸ ਗੱਲ ਬਾਰੇ ਉਹ ਕਿੰਨਾ ਚਿਰ ਸੋਚਦੀ ਰਹੀ। ਫਿਰ ਉਹਨੇ ਉੱਠ ਕੇ ਆਪਣੇ ਅਟੈਚੀ ਕੇਸ ਵਿੱਚੋਂ ਅੰਗਰੇਜ਼ੀ ਦੀ ਕਿਤਾਬ ਗੋਲਡਨ ਨੋਟਬੁੱਕ ਕੱਢੀ, ਪਰਸ ਵਿੱਚੋਂ ਐਨਕ ਲਈ, ਰੁਮਾਲ ਨਾਲ ਸਾਫ਼ ਕੀਤੀ, ਲਗਾ ਕੇ ਪੜ੍ਹਨ ਲੱਗ ਪਈ। ਵਿੱਚ ਉਹ ਕਮਲ ਲਤਾ ਦੇ ਖੂਬਸੂਰਤ ਸੁਡੌਲ ਸਰੀਰ ਵੱਲ ਵੇਖ ਲੈਂਦੀ। ਕਾਫੀ ਚਿਰ ਮਗਰੋਂ ਕਮਲ ਲਤਾ ਨੇ ਪਾਸਾ ਪਰਤਿਆ, ਪਰ ਅੱਖਾਂ ਨਹੀਂ ਖੋਲ੍ਹੀਆਂ, ਅਤੇ ਥੋੜ੍ਹੇ ਚਿਰ ਮਗਰੋਂ ਉਹਨੇ ਫਿਰ ਰੀਟਾ ਵੱਲ ਪਿੱਠ ਕਰ ਲਈ। ਰੀਟਾ ਕਿਤਾਬ ਅੱਗੇ ਰੱਖੀ ਖਿਆਲ ਵਿੱਚ ਝਾਕਦੀ ਕੁਝ ਸੋਚਦੀ ਰਹੀ। ਕਦੇ ਵਿੱਚ ਉਹ ਉਂਘਲਾ ਜਾਂਦੀ। ਇੱਕ ਵਾਰੀ ਉੱਠ ਕੇ ਬਾਥਰੂਮ ਗਈ। ਵਾਪਸ ਆ ਕੇ ਉਹਨੇ ਸੈਂਡਲ ਪਾ ਲਏ ਅਤੇ ਸਾਵਧਾਨ ਹੋ ਕੇ ਬੈਠ ਕੇ ਪੜ੍ਹਨ ਲੱਗ ਪਈ। ਤੜਕੇ ਜੇ ਗੱਡੀ ਅੰਮ੍ਰਿਤਸਰ ਪਹੁੰਚੀ। ਕਮਲ ਲਤਾ ਥੱਕੀ ਉੱਠੀ, ਕੰਬਲ ਤੈਅ ਕਰਕੇ ਅਟੈਚੀ ਕੇਸ ਉੱਪਰ ਰੱਖ ਲਿਆ। ਉੱਪਰੋਂ ਵਾਲ ਠੀਕ ਕੀਤੇ, ਹਲਕੀ ਜਿਹੀ ਲਿਪਸਟਿਕ ਵੀ ਲਗਾਈ। ਉਹਨੇ ਦੇਖਿਆ ਰੀਟਾ ਅਜੇ ਤੀਕ ਵੀ ਪੜ੍ਹ ਰਹੀ ਸੀ। ਉਹਨੂੰ ਯਾਦ ਆਇਆ ਇਹ ਕਿਤਾਬ ਇੱਕ ਵਾਰੀ ਪੁਰਸ਼ੋਤਮ ਨੇ ਉਹਨੂੰ ਵੀ ਪੜ੍ਹਨ ਲਈ ਆਖਿਆ ਸੀ। ਰੀਟਾ ਉਸ ਵੱਲ ਵੇਖ ਕੇ ਮੁਸਕਰਾਈ। ਕਮਲ ਲਤਾ ਸਿੱਧੀ ਉਸ ਵੱਲ ਝਾਕੀ ਅਤੇ ਬਿਨਾਂ ਕੁਝ ਆਖਿਆ ਆਪਣਾ ਸਮਾਨ ਚੁੱਕ ਕੇ ਪਲੇਟਫਾਰਮ 'ਤੇ ਆ ਗਈ। ਉਹਨੂੰ ਸਭ ਕੁਝ ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਸੁਪਨੇ 'ਚੋਂ ਜਾਗੀ ਹੋਵੇ। ਅਖੀਰ ਮੈਨੂੰ ਔਖ ਕਿਉਂ ਲੱਗ ਰਹੀ ਹੈ? ਉਹ ਆਪਣੇ ਆਪ ਨੂੰ ਪੁੱਛ ਰਹੀ ਸੀ, ਪਰ ਉਹਨੂੰ ਕੋਈ ਜਵਾਬ ਨਹੀਂ ਸੀ ਮਿਲ ਰਿਹਾ। ਮੈਨੂੰ ਔਖ ਨਹੀਂ ਲੱਗਣੀ ਚਾਹੀਦੀ, ਉਹ ਆਪਣੇ ਆਪ ਨੂੰ ਦੱਸ ਰਹੀ ਸੀ, ਪਰ ਉਸ ਨੂੰ ਔਖ ਲੱਗ ਰਹੀ ਸੀ। ਸਟੇਸ਼ਨ ਤੋਂ ਘਰ ਤੱਕ ਰਿਕਸ਼ੇ 'ਚ ਬੈਠੀ ਉਹ ਸਾਰੀ ਰਾਹ ਰੀਟਾ ਬਾਰੇ ਹੀ ਸੋਚਦੀ ਰਹੀ। ਘਰ ਪਹੁੰਚ ਕੇ ਉਹ ਸਿੱਧੀ ਬੈਡਰੂਮ 'ਚ ਜਾਣ ਦੀ ਥਾਂ ਡਰਾਇੰਗ ਰੂਮ 'ਚ ਉੱਪਰਿਆਂ ਵਾਂਗ ਬੈਠ ਗਈ। ਅਸਮਾਨ 'ਤੇ ਘਟਾ ਕੋ ਬੱਦਲ ਛਾਏ ਸਨ। ਆ ਗਏ? ਪੁਰਸ਼ੋਤਮ ਨੇ ਚਾਹ ਪੀਂਦੇ ਨੇ ਨਾਈਟ ਸੂਟ ਵਿੱਚ ਹੀ ਉਹਦੇ ਕੋਲ ਆ ਕੇ ਪੁੱਛਿਆ। ਕਮਲ ਲਤਾ ਬੋਲੀ ਨਹੀਂ, ਸਿਰਫ ਹਾਂ 'ਚ ਸਿਰ ਹਿਲਾਇਆ ਅਤੇ ਉਸ ਵੱਲ ਧਿਆਨ ਨਾਲ ਦੇਖਦੀ ਰਹੀ। ਕੈਸਾ ਰਿਹਾ ਪ੍ਰੋਗਰਾਮ? ਪੁਰਸ਼ੋਤਮ ਨੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਪੁੱਛਿਆ। ਠੀਕ ਸੀ, ਕਮਲ ਲਤਾ ਨੇ ਸੰਖੇਪ ਜਿਹਾ ਉੱਤਰ ਦਿੱਤਾ। ਕੀ ਗੱਲ ਥੱਕ ਗਈ? ਕਮਲ ਲਤਾ ਨੇ ਕੋਈ ਉੱਤਰ ਨਾ ਦਿੱਤਾ। ਤੇਰੇ ਮਗਰੋਂ ਬੜੀ ਵਧੀਆ ਇੱਕ ਕਿਤਾਬ ਪੜ੍ਹੀ, ਲਾਰੈਂਸ ਦੀ, ਕਮਾਲ ਦਾ ਲੇਖਕ ਹੈ। ਬੰਦੇ ਦੀਆਂ ਇੰਨੀਆਂ ਤਹਿਆਂ ਦਾ ਸ਼ਾਇਦ ਰੱਬ ਨੂੰ ਵੀ ਨਾ ਪਤਾ ਹੋਵੇ ਜਿੰਨਾ ਲਾਰੈਂਸ ਨੂੰ ਪਤਾ ਹੈ, ਪੁਰਸ਼ੋਤਮ ਨੇ ਦੱਸਿਆ। ਕਮਲ ਲਤਾ ਨੇ ਕੋਈ ਹੁੰਗਾਰਾ ਨਾ ਭਰਿਆ, ਸਿਰਫ ਉਸ ਵੱਲ ਵੇਖਦੀ ਰਹੀ, ਜਿਵੇਂ ਉਸਨੇ ਉਸ ਦੇ ਵਿੱਚ ਹੀ ਵੇਖਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਕੀ ਗੱਲ ਕਮਲ? ਆਖ ਪੁਰਸ਼ੋਤਮ ਨੇ ਚਿੰਤਾਤੁਰ ਹੋ ਕੇ ਚਾਹ ਵਾਲਾ ਕੱਪ ਪਰੇ ਰੱਖ ਕੇ ਉਸਦੇ ਮੋਢੇ ਉੱਪਰ ਦੀ ਬਾਂਹ ਲਾ ਕੇ ਆਪਣੇ ਨਾਲ ਲਾ ਕੇ ਪੁੱਛਿਆ। ਕਮਲ ਲਤਾ ਨੇ ਮਲਕ ਦੇ ਕੇ ਉਸਦੀ ਬਾਂਹ ਪਰਾਂ ਕਰ ਦਿੱਤੀ। ਇੱਕ ਟੱਕ ਉਸ ਵੱਲ ਵੇਖਦੀ ਰਹੀ। ਅੱਜ ਉਹਨੂੰ ਆਪਣਾ ਪਤੀ ਕੋਈ ਹੋਰ ਹੀ ਬੰਦਾ ਲੱਗ ਰਿਹਾ ਸੀ। ਚਾਹ ਲਿਆਵਾਂ ਜੀ? ਛੋਟੂ ਉਹਨਾਂ ਦੇ ਨਿੱਕੇ ਜਿਹੇ ਨੌਕਰ ਨੇ ਆ ਕੇ ਪੁੱਛਿਆ। ਨਹੀਂ, ਕਮਲ ਲਤਾ ਨੇ ਜਦੋਂ ਆਖਿਆ। ਪੁਰਸ਼ੋਤਮ ਨੇ ਹੈਰਾਨ ਹੋ ਕੇ ਉਸ ਵੱਲ ਵੇਖਿਆ। ਉਹ ਤਾਂ ਹਮੇਸ਼ਾ ਆਖਦੀ ਹੁੰਦੀ ਸੀ, ਚਾਹ ਤੇ ਰਿਆਜ਼ ਤੋਂ ਬਿਨਾਂ ਮੈਂ ਦਿਨ ਨਹੀਂ ਸ਼ੁਰੂ ਕਰ ਸਕਦੀ। ਕੁਝ ਦੱਸੋ ਤਾਂ ਸਹੀ ਦੇਵੀ, ਪੁਰਸ਼ੋਤਮ ਨੇ ਚਿੰਤਾਤੁਰ ਹੋ ਕੇ ਪੁੱਛਿਆ। ਉਹ ਆਪਣੇ ਹੱਥਾਂ ਵਿੱਚ ਮੂੰਹ ਦੇ ਕੇ ਹੁਬਕੀ ਰੋ ਪਈ। ਪੁਰਸ਼ੋਤਮ ਦੇ ਬਹੁਤ ਪੁੱਛਣ 'ਤੇ ਉਹਨੇ ਸਿਰਫ ਇੰਨਾ ਹੀ ਆਖਿਆ, ਜੇ ਮੇਰਾ ਪ੍ਰੋਗਰਾਮ ਦੇਣਾ ਤੁਹਾਨੂੰ ਪਸੰਦ ਨਹੀਂ ਸੀ, ਤੁਸੀਂ ਮੈਨੂੰ ਆਖ ਕਿਉਂ ਨਾ ਦਿੱਤਾ? ਨਹੀਂ, ਮੈਂ ਕਦੋਂ ਆਖਦਾ ਤੂੰ ਪ੍ਰੋਗਰਾਮ ਦੇਣੇ ਬੰਦ ਕਰ ਦੇ? ਆਖਦਾ। ਉਹ ਕੁਝ ਸੋਚਣ ਜਿਹਾ ਲੱਗ ਪਿਆ।
ਬਹੁਤ ਰਾਤ ਗਈ ਤੱਕ ਪੁਰਸ਼ੋਤਮ ਦੂਸਰੇ ਕਮਰੇ 'ਚ ਬੈਠਾ ਪੜ੍ਹਦਾ ਰਿਹਾ। ਵਿੱਚ ਉਹ ਕਿਤਾਬ ਉਸੇ ਤਰ੍ਹਾਂ ਅੱਗੇ ਰੱਖੀ ਸੋਚਣ ਲੱਗ ਜਾਂਦਾ। ਮੀਂਹ ਕਦੇ ਵਰ ਪੈਂਦਾ, ਕਦੇ ਥੰਮ ਜਾਂਦਾ। ਦੂਰ ਕਿਧਰੇ ਘੜਿਆਲ ਨੇ 1 ਵਜਾਇਆ। ਉਹਨੇ ਵੀ ਆਪਣੀ ਘੜੀ ਵੇਖੀ। ਠੀਕ 1 ਵੱਜ ਰਿਹਾ ਸੀ। ਪੜ੍ਹਦਿਆਂ ਵਕਤ ਦਾ ਪਤਾ ਹੀ ਨਹੀਂ ਸੀ ਲੱਗਿਆ। ਕਿਤਾਬ ਪਰਾਂ ਰੱਖ ਕੇ ਉਹਨੇ ਅੰਗੜਾਈ ਲਈ। ਉੱਡਦੀ ਨਜ਼ਰ ਕਮਰੇ ਵੱਲ ਝਾਕਿਆ। ਸੁੰਨਾ ਖਾਲੀ ਕਮਰਾ, ਜਿਸ ਵਿੱਚ ਤਖਤਪੋਸ਼, 1 ਕੁਰਸੀ ਤੇ ਕਿਤਾਬਾਂ ਦੇ ਰੈਕ ਤੋਂ ਬਿਨਾਂ ਕੁਝ ਨਹੀਂ ਸੀ। ਹਾਂ, ਇੱਕ ਕੱਚ ਦਾ ਲੈਂਪ ਸੀ ਜੋ ਕਦੇ ਬਿਜਲੀ ਬੁੱਝ ਜਾਏ ਤਾਂ ਉਹ ਡੰਗ ਲੈਂਦਾ ਹੁੰਦਾ ਸੀ। ਆਪ ਹੀ ਉਹਨੇ ਬਾਕੀ ਦਾ ਸਮਾਨ ਉੱਥੋਂ ਕਢਵਾਇਆ ਸੀ ਕਿ ਪੜ੍ਹਦਿਆਂ ਧਿਆਨ ਕਿਸੇ ਹੋਰ ਪਾਸੇ ਨਾ ਜਾਵੇ। ਇੱਥੋਂ ਤੱਕ ਕਿ ਦੀਵਾਰ ਉੱਪਰ ਲੱਗੀ ਪੇਂਟਿੰਗ ਤੇ ਕਾਰਨਸ ਉੱਪਰ ਪਿਆ ਬੁੱਧ ਦਾ ਸਟੈਚੂ ਵੀ ਉਹਨੇ ਚੁਕਵਾ ਦਿੱਤੇ ਸਨ। ਪਰ ਆਪਣੀ ਦੋਵਾਂ ਦੀ ਤਸਵੀਰ ਫਿਰ ਵੀ ਕਮਲ ਲਤਾ ਨੇ ਉੱਥੇ ਪਈ ਰਹਿਣ ਦਿੱਤੀ ਸੀ। ਇਹ ਤਸਵੀਰ ਵੀ ਉਸਦੇ ਇੱਕ ਦੋਸਤ ਨੇ ਬਿਨਾਂ ਦੱਸਿਆਂ ਖਿੱਚ ਲਈ ਸੀ, ਨਹੀਂ ਤਾਂ ਉਹ ਇਹਨਾਂ ਗੱਲਾਂ ਵਿੱਚ ਕਦੇ ਪੈਂਦਾ ਨਹੀਂ ਸੀ। ਪੁਰਸ਼ੋਤਮ ਨੇ ਗਰਦਨ ਭੁਆ ਕੇ ਦੇਖਿਆ, ਉਹ ਤਸਵੀਰ ਵੀ ਅੱਜ ਉੱਥੇ ਨਹੀਂ ਸੀ। ਪਰ ਉਹਨੇ ਖਾਸ ਇਹ ਗੱਲ ਗੌਲੀ ਨਹੀਂ। ਉੱਠ ਕੇ ਬਾਹਰ ਵਿਹੜੇ 'ਚ ਆ ਗਿਆ। ਲੰਘੇ ਜਾਂਦੇ ਬੱਦਲਾਂ ਨੂੰ ਵੇਖਣ ਦੀ ਕੋਸ਼ਿਸ਼ ਕਰਦਾ ਰਿਹਾ। ਵਿਹੜੇ 'ਚ ਖੜਾ ਸਫੈਦੇ ਦਾ ਦਰਖਤ ਹਵਾ ਨਾਲ ਹਿੱਲ ਰਿਹਾ ਸੀ। ਪੁਰਸ਼ੋਤਮ ਨੂੰ ਲੱਗਾ ਜਿਵੇਂ ਸਾਰੇ ਦਾ ਸਾਰਾ ਘਰ ਤੁਰਿਆ ਜਾ ਰਿਹਾ। ਹਾਂ, ਘਰ ਜਿਵੇਂ ਤੁਰਿਆ ਜਾ ਰਿਹਾ ਸੀ। ਵਿਹੜੇ 'ਚ ਖੜੇ ਨੂੰ ਠੰਡ ਮਹਿਸੂਸ ਹੋਈ। ਮਲਕ ਦੇ ਕੇ ਬੂਹਾ ਖੋਲ੍ਹ ਕੇ ਬੈੱਡਰੂਮ 'ਚ ਆ ਗਿਆ। ਹਮੇਸ਼ਾ ਵਾਂਗ 0 ਪਾਵਰ ਦਾ ਬੱਲਬ ਜਗ ਰਿਹਾ ਸੀ, ਪਰ ਹਮੇਸ਼ਾ ਵਾਂਗ ਕਮਲ ਲਤਾ ਸੁੱਤੀ ਨਹੀਂ ਸੀ ਹੋਈ, ਉਹ ਜਾਗ ਰਹੀ ਸੀ। ਨੀਂਦ ਨਹੀਂ ਆਈ? ਪੁਰਸ਼ੋਤਮ ਨੇ ਬੈੱਡ 'ਤੇ ਬੈਠ ਕੇ ਉਹਦੇ ਸਿਰ 'ਤੇ ਹੱਥ ਰੱਖ ਕੇ ਪੁੱਛਿਆ। ਨਹੀਂ, ਕਮਲ ਲਤਾ ਨੇ ਸਿਰ ਫੇਰਿਆ। ਅੱਗੇ ਕਦੇ ਇਉਂ ਨਹੀਂ ਸੀ ਹੋਇਆ। ਮੈਂ ਸਗੋਂ ਸੋਚਦਾ ਹੁੰਦਾ ਸੀ, ਕਮਾਲ ਹੈ, ਕਮਲ ਦੀ ਜ਼ਿੰਦਗੀ ਵੀ ਦਿਨ ਭਰ ਆਰਾਮ ਨਾਲ ਜਿਉਂਦੀ ਹੈ ਤੇ ਰਾਤ ਨੂੰ ਆਰਾਮ ਨਾਲ ਸੌਂਦੀ ਹੈ। ਕਮਲ ਲਤਾ ਨੇ ਕੋਈ ਉੱਤਰ ਨਾ ਦਿੱਤਾ, ਬਸ ਉਸ ਵੱਲ ਵੇਖਦੀ ਰਹੀ। ਅੱਛਾ, ਸੌਂ ਜਾ, ਆਖੋ ਉੱਠਿਆ ਤੇ ਬੈੱਡ ਦੇ ਦੂਜੇ ਪਾਸੇ ਜਾ ਕੇ ਕਮਲ ਲਤਾ ਵੱਲ ਪਿੱਠ ਕਰਕੇ ਪੈ ਗਿਆ। ਕਮਲ ਲਤਾ ਦਾ ਉਸ ਵੱਲ ਇਉਂ ਵੇਖੀ ਜਾਣਾ ਉਹਨੂੰ ਬੇਆਰਾਮ ਜਿਹਾ ਕਰ ਰਿਹਾ ਸੀ। ਉਹ ਕੰਧ ਵੱਲ ਝਾਕਦਾ ਰਿਹਾ। ਕੰਧ ਉੱਪਰ ਲੱਗੇ ਕੈਲੰਡਰ ਵਿਚਲੇ ਫੁੱਲ ਉਸੇ ਤਰ੍ਹਾਂ ਖਿਲੇ ਹੋਏ ਸਨ। ਸਿਰਫ ਹਨੇਰੇ ਕਾਰਨ ਉਹਨਾਂ ਦੇ ਰੰਗ ਸਾਫ਼ ਨਹੀਂ ਸੀ ਵਿਖਾਈ ਦੇ ਰਹੇ। ਇੱਕ ਪਾਸੇ ਡਰੈਸਿੰਗ ਟੇਬਲ ਉੱਪਰ ਰੱਖੀ ਧੂਫਦਾਨੀ 'ਚ ਧੂਫ ਜਲ ਕੇ ਬੁਝ ਚੁੱਕੀ ਸੀ। ਸਿਰਫ ਸੁਆਹ ਬਾਕੀ ਸੀ। ਸ਼ੀਸ਼ੇ ਅੱਗੇ 2 ਕੁ ਹਲਕੇ ਰੰਗ ਦੀਆਂ ਲਿਪਸਟਿਕਾਂ, ਇੱਕ ਕਰੀਮ ਦੀ ਸ਼ੀਸ਼ੀ, ਕੱਜਲ ਤੇ ਇੱਕ ਮੋਤੀਆਂ ਦੀ ਮਾਲਾ ਪਈ ਸੀ। ਇਹੀ ਕਮਲ ਲਤਾ ਦੇ ਸ਼ਿੰਗਾਰ ਦਾ ਸਾਰਾ ਸਮਾਨ ਸੀ। ਅਲਮਾਰੀ ਵਿੱਚ ਉਹਦੀਆਂ 5-7 ਸਾੜੀਆਂ ਸਨ ਤੇ ਇੱਕ ਡੱਬੇ ਵਿੱਚ 2-4 ਗਹਿਣੇ। ਮਾਂ-ਬਾਪ ਤੋਂ ਵਿਆਹ ਵੇਲੇ ਸਭ ਕੁਝ ਨਕਦ ਹੀ ਲੈ ਆਈ ਸੀ ਤੇ ਉਸ ਨਾਲ ਇਹ ਘਰ ਖਰੀਦ ਲਿਆ ਸੀ। ਖੁੱਲ੍ਹਾ ਸਾਰਾ, ਨਵੇਕਲੀ ਥਾਂ, ਖੂਬਸੂਰਤ ਬਣਿਆ ਘਰ, ਜਿਸ ਵਿੱਚ ਉਹਨੇ ਤਰ੍ਹਾਂ ਦੇ ਬੂਟੇ ਲਾ ਰੱਖੇ ਸਨ, ਵੇਲਾਂ ਉਗਾ ਰੱਖੀਆਂ ਸਨ, ਫੁੱਲ ਬੀਜ ਲਏ ਸਨ। ਘਰ ਵਿੱਚ ਰੋਟੀ ਪਕਾਉਂਦੀ, ਕੱਪੜੇ ਧੋਂਦੀ, ਮੇਜ਼ਪੋਸ਼ ਉੱਤੇ ਬੇਲ ਬੂਟੇ ਕੱਢਦੀ, ਪੁਰਸ਼ੋਤਮ ਦਾ ਸਵੈਟਰ ਉਣਦੀ, ਗੁਆਂਢਣ ਨਾਲ ਗੱਲਾਂ ਕਰਦੀ, ਰੇਹੜੀ ਤੋਂ ਸਬਜ਼ੀ ਖਰੀਦਦੀ, ਸੱਸ ਨੂੰ ਖੱਤ ਲਿਖਦੀ। ਦੇਖ ਕੇ ਕੋਈ ਅੰਦਾਜ਼ਾ ਹੀ ਨਹੀਂ ਲਗਾ ਸਕਦਾ ਸੀ ਕਿ ਉਹ ਦੇਸ਼ ਦੀ ਇੱਕ ਪ੍ਰਸਿੱਧ ਡਾਂਸਰ ਹੈ। ਪੁਰਸ਼ੋਤਮ ਦੂਸਰੇ ਪਾਸੇ ਮੂੰਹ ਕਰੀ ਪਿਆ ਕੁਝ ਸੋਚਦਾ ਰਿਹਾ। ਸੋਚਦਾ ਕੁਝ ਚਿਰ ਮਗਰੋਂ ਸੌਂ ਵੀ ਗਿਆ। ਕਮਲ ਲਤਾ ਨੂੰ ਨੀਂਦ ਨਹੀਂ ਆਈ। ਉਹ ਡੂੰਘੇ ਪਾਣੀਆਂ 'ਚ ਜਿਵੇਂ ਗੁੱਤੇ ਖਾਂਦੀ ਰਹੀ। ਦੂਰ ਘੜਿਆਲ ਨੇ 2 ਵਜਾਏ, ਫਿਰ 3। ਉਹਨੇ ਉੱਠ ਕੇ ਸਿਰਹਾਣਿਓਂ ਪਾਣੀ ਪੀਤਾ। ਪੁਰਸ਼ੋਤਮ ਨੇ ਸੁੱਤੇ ਨੇ ਪਾਸਾ ਲਿਆ। ਹੁਣ ਉਹਦਾ ਮੂੰਹ ਕਮਲ ਲਤਾ ਵੱਲ ਸੀ। ਉਹ ਉਹਦੇ ਸੁੱਤੇ ਪਏ ਦੇ ਮੂੰਹ ਵੱਲ ਵੇਖਦੀ ਰਹੀ। ਉਸਦੇ ਰੀਟਾ ਕੋਲ ਜਾਣ ਤੋਂ ਵੱਧ ਗਿਲਾ ਉਹਨੂੰ ਇਸ ਗੱਲ ਦਾ ਸੀ ਕਿ ਪੁਰਸ਼ੋਤਮ ਨੇ ਇਹ ਸਭ ਕੁਝ ਉਸ ਕੋਲੋਂ ਛੁਪਾ ਕੇ ਰੱਖਿਆ। ਜਾਣਾ ਹੀ ਸੀ, ਮੈਨੂੰ ਦੱਸ ਕੇ ਚਲੇ ਜਾਇਆ ਕਰਦੇ, ਉਹ ਸੋਚ ਰਹੀ ਸੀ, ਪਰ ਗਲਤ ਸੋਚ ਰਹੀ ਸੀ। ਘੜਿਆਲ ਨੇ 3 ਵਜਾਏ ਤੇ ਫਿਰ 4। ਉਸ ਤੋਂ ਮਗਰੋਂ ਪਤਾ ਨਹੀਂ ਉਹਨੂੰ ਹੰਬ ਹਾਰ ਕੇ ਕਦੋਂ ਨੀਂਦ ਆ ਗਈ, ਬੇਹੋਸ਼ੀ ਵਰਗੀ ਨੀਂਦ। ਪੁਰਸ਼ੋਤਮ ਨੂੰ ਜਦੋਂ ਜਾਗ ਆਈ, ਉਹਨੇ ਵੇਖਿਆ ਅੱਜ ਹਮੇਸ਼ਾ ਵਾਂਗ ਕਮਲ ਲਤਾ ਜਾਗੀ ਨਹੀਂ ਸੀ ਹੋਈ। ਹਮੇਸ਼ਾ ਵਾਂਗ ਠੰਡੇ ਪਾਣੀ ਨਾਲ ਨਹਾ ਕੇ, ਵਾਲ ਵਾਹ ਕੇ, ਧੂਫ ਡੰਗ ਕੇ ਰਿਆਜ਼ ਨਹੀਂ ਸੀ ਕਰ ਰਹੀ। ਕਮਲ, ਚਾਹ ਦਿਓ, ਜਦੋਂ ਆਖਣਾ ਹੁੰਦਾ ਸੀ
ਜਦੋਂ ਉਹ ਆਖਦਾ ਹੁੰਦਾ ਸੀ ਤਾਂ ਹੱਸਦੀ ਝੂਮਦੀ ਪਹਿਲਾਂ ਪਾਉਂਦੀ ਉਹ ਰਸੋਈ ਵੱਲ ਜਾਂਦੀ। 2 ਮਿੰਟ ਮਗਰੋਂ ਬਿਜਲੀ ਦੀ ਕੇਤਲੀ 'ਤੇ ਚਾਹ ਬਣਾ ਲਿਆਉਂਦੀ। ਉਹਦਾ ਸੰਤੁਸ਼ਟ ਮੂੰਹ ਦੇਖ ਪੁਰਸ਼ੋਤਮ ਨੂੰ ਲੱਗਦਾ ਇਹਨੂੰ ਆਖਦੇ ਨੇ ਕਲਾ ਵਿੱਚੋਂ ਰਾਹਤ ਪ੍ਰਾਪਤ ਕਰ ਲੈਣੀ। ਪਰ ਅੱਜ ਉਹ ਥੱਕੀ ਜਿਹੀ ਸੁੱਤੀ ਪਈ ਸੀ। ਪੁਰਸ਼ੋਤਮ ਉੱਠਿਆ, 2 ਕੱਪ ਚਾਹ ਬਣਾ ਲਿਆਇਆ। ਕਮਲ ਉੱਠੋ ਚਾਹ ਪੀਏ, ਉਹਨੇ ਕਮਲ ਲਤਾ ਦੇ ਕੋਲ ਬੈਠਦਿਆਂ ਕਿਹਾ। ਕਮਲ ਲਤਾ ਉਬੜਵਾਈ ਉੱਠੀ। ਉਹ ਦੇਰ ਹੋ ਗਈ, ਆਖ ਉਹਨੇ ਦੋਸ਼ੀਆਂ ਵਾਂਗ ਪੁਰਸ਼ੋਤਮ ਵੱਲ ਵੇਖਿਆ। ਕੋਈ ਗੱਲ ਨਹੀਂ, ਲੈ ਚਾਹ, ਉਹਨੇ ਮੁਸਕਰਾ ਕੇ ਕਿਹਾ। ਕਮਲ ਲਤਾ ਨੇ ਚਾਹ ਦਾ ਕੱਪ ਫੜ ਲਿਆ, ਚੁੱਪ ਕਰਕੇ ਪੀਣ ਲੱਗ ਪਈ। ਇੱਕ ਖੁਸ਼ਖਬਰੀ ਦੱਸਾਂ, ਪੁਰਸ਼ੋਤਮ ਨੇ ਉਹਨੂੰ ਖੁਸ਼ ਕਰਨ ਵਾਂਗ ਕਿਹਾ। ਕਮਲ ਲਤਾ ਉਤਸੁਕਤਾ ਨਾਲ ਉਸ ਵੱਲ ਝਾਕੀ। ਪਹਿਲੇ ਕੁਝ ਰਿਸ਼ਵਤ ਮਿਲੇ ਤਾਂ। ਕਮਲ ਲਤਾ ਚੁੱਪਚਾਪ ਉਸ ਵੱਲ ਵੇਖਦੀ ਰਹੀ। ਪਹਿਲੇ ਹੱਸ ਕੇ ਵਿਖਾ, ਫਿਰ ਦੱਸਾਂਗਾ। ਬਿਨਾਂ ਹੀ ਗੱਲ 'ਤੇ ਹੱਸ ਪੈਣ ਵਾਲੀ ਕਮਲ ਲਤਾ ਨੂੰ ਹਾਸਾ ਨਹੀਂ ਆਇਆ। ਸੁਣਨੀ ਨਹੀਂ ਖੁਸ਼ਖਬਰੀ? ਪੁਰਸ਼ੋਤਮ ਨੇ ਪੁੱਛਿਆ। ਦੱਸੋ। ਇਉਂ ਨਹੀਂ, ਪਹਿਲੇ ਹੱਸ ਕੇ ਵਿਖਾ। ਕਮਲ ਲਤਾ ਫਿੱਕਾ ਜਿਹਾ ਮੁਸਕਰਾਈ। ਝੂਠਾ ਨਹੀਂ, ਸੱਚੀ ਦਾ ਹਾਸਾ, ਪੁਰਸ਼ੋਤਮ ਆਖ ਰਿਹਾ ਸੀ। ਕਮਲ ਲਤਾ ਧਿਆਨ ਨਾਲ ਉਸ ਵੱਲ ਵੇਖਦੀ ਰਹੀ। ਪੁਰਸ਼ੋਤਮ ਨੇ ਸੋਚਿਆ ਇਹ ਥੱਕੀ ਹੋਈ ਹੈ, ਜਾਂ ਕੁਝ ਦੁਖਦਾ ਹੈ ਜਾਂ ਉਦਾਸ ਹੈ, ਪਰ ਗੱਲ ਸੁਣ ਕੇ ਖੁਸ਼ ਹੋ ਜਾਏਗੀ, ਇਸ ਲਈ ਬੋਲਿਆ। ਰਾਸ਼ਟਰਪਤੀ ਭਵਨ 'ਚੋਂ ਤੇਰੇ ਪ੍ਰੋਗਰਾਮ ਲਈ ਸੱਦਾ ਪੱਤਰ ਆਇਆ। ਫਰਾਂਸ ਦਾ ਪ੍ਰੈਜ਼ੀਡੈਂਟ ਅਤੇ ਉਹਦੀ ਪਤਨੀ ਹਿੰਦੁਸਤਾਨ ਆ ਰਹੇ ਨੇ। ਉਹਨਾਂ ਨੂੰ ਭਾਰਤੀ ਨ੍ਰਿਤ ਦਾ ਨਮੂਨਾ ਵਿਖਾਉਣ ਲਈ ਉਹਨਾਂ ਤੈਨੂੰ ਸੱਦਿਆ। ਕਮਲ ਲਤਾ ਦੇ ਮੂੰਹ 'ਤੇ ਨਾ ਕੋਈ ਰੰਗ ਆਇਆ ਤੇ ਨਾ ਗਿਆ। ਸਾਨੂੰ ਨਾਲ ਲੈ ਚੱਲੇਂਗੀ ਨਾ? ਇਸ ਬਹਾਨੇ ਅਸੀਂ ਵੀ ਰਾਸ਼ਟਰਪਤੀ ਭਵਨ ਵੇਖ ਆਵਾਂਗੇ, ਉਹਨੇ ਮਜ਼ਾਕ ਕੀਤਾ। ਮੇਰੇ ਨਾਲ ਜਾਣ ਨਾਲੋਂ ਤੁਹਾਨੂੰ ਹੋਰ ਬਹੁਤ ਜ਼ਰੂਰੀ ਕੰਮ ਹੋ ਸਕਦੇ ਨੇ, ਉਦਾਸ ਜਿਹੀ ਹੋ ਕੇ ਕਮਲ ਲਤਾ ਨੇ ਕਿਹਾ। ਇਹ ਤਾਂ ਹੈ ਹੀ, ਖੈਰ ਅਸੀਂ ਅਖਬਾਰਾਂ 'ਚ ਤੇਰੀਆਂ ਤਸਵੀਰਾਂ ਵੇਖ ਕੇ ਖੁਸ਼ ਹੋ ਲਾਂਗੇ। ਕਮਲ ਲਤਾ ਨੇ ਕੋਈ ਉੱਤਰ ਨਹੀਂ ਦਿੱਤਾ। ਪੁਰਸ਼ੋਤਮ ਦਾ ਵੀ ਕੱਪ ਫੜ ਕੇ ਉਹ ਰਸੋਈ ਵਿੱਚ ਚਲੀ ਗਈ। ਪੁਰਸ਼ੋਤਮ ਨਹਾ ਧੋ ਕੇ ਕਾਲਜ ਜਾਣ ਲਈ ਤਿਆਰ ਹੋ ਗਿਆ। ਕਮਲ ਲਤਾ ਨੇ ਬ੍ਰੇਕਫਾਸਟ ਤਿਆਰ ਕਰ ਦਿੱਤਾ। ਅੱਜ ਕਮਲ ਨੇ ਬਣਾਈ ਹੈ ਨਾ ਪਰੌਂਠੀ, ਅੱਜ ਸਵਾਦ ਹੀ ਵੱਖਰਾ ਹੈ, ਪੁਰਸ਼ੋਤਮ ਨੇ ਹੱਸ ਕੇ ਕਿਹਾ। ਰੋਜ਼ ਮੈਂ ਹੀ ਬਣਾ ਦਿਆ ਕਰਾਂਗੀ, ਕਮਲ ਲਤਾ ਬੋਲੀ। ਨਹੀਂ ਦੇਵੀ ਜੀ, ਤੁਸੀਂ ਸਿਰਫ ਇਹਨਾਂ ਕੰਮਾਂ ਲਈ ਹੀ ਨਹੀਂ ਬਣੇ। ਕਮਲ ਲਤਾ ਅੱਗੋਂ ਕੁਝ ਨਹੀਂ ਬੋਲੀ, ਸਿਰਫ ਕਾਲਜ ਜਾਣ ਲੱਗੇ ਨੂੰ ਪੁੱਛਿਆ, ਕਿੰਨੇ ਵਜੇ ਆਓਗੇ? ਕਿਉਂ? ਜਵਾਬ ਦੇਣ ਦੀ ਥਾਂ ਪੁਰਸ਼ੋਤਮ ਨੇ ਪੁੱਛਿਆ। ਵੈਸੇ ਹੀ ਪੁੱਛਿਆ। ਪਤਾ ਨਹੀਂ, ਕੁਝ ਹੋ ਸਕਦਾ ਪੀਰੀਅਡਸ ਤੋਂ ਮਗਰੋਂ ਲਾਇਬ੍ਰੇਰੀ 'ਚ ਬੈਠ ਕੇ ਪੜ੍ਹਾਂ, ਹੋ ਸਕਦਾ ਜਲਦੀ ਆ ਜਾਵਾਂ। ਆਖੋ ਕਾਲਜ ਨੂੰ ਚਲਿਆ ਗਿਆ। ਉਹਦੇ ਜਾਣ ਮਗਰੋਂ ਕਿੰਨਾ ਹੀ ਚਿਰ ਉਹ ਰਸੋਈ 'ਚ ਬੈਠੀ ਰਹੀ, ਖੋਈ ਜਿਹੀ, ਉਲਝੀ ਜਿਹੀ। ਬਾਹਰ ਸਬਜ਼ੀ ਵਾਲੇ ਨੇ ਹੋਕਾ ਦਿੱਤਾ, ਤਾਜ਼ੇ ਆਲੂ, ਮਟਰ, ਬੈਂਗਣ, ਮੇਥੀ, ਪਾਲਕ, ਟਮਾਟਰ, ਮੂਲੀ ਲੈ ਲਓ। ਉਹ ਉਹਨੇ ਉੱਠੀ, ਪੈਸੇ ਲੈ ਕੇ ਤੇ ਟੋਕਰੀ ਲੈ ਕੇ ਸਬਜ਼ੀ ਲੈਣ ਚਲੀ ਗਈ। ਬਿਨਾਂ ਹੀ ਭਾਅ ਪੁੱਛੇ ਕਈ ਸਬਜ਼ੀਆਂ ਪਵਾ ਲਿਆਈ। ਅੱਧ ਪਾ ਟਮਾਟਰਾਂ ਦੀ ਥਾਂ ਅੱਧਾ ਕਿਲੋ ਲੈ ਆਈ। ਇੰਨੇ ਟਮਾਟਰ ਕੀ ਕਰਨੇ ਆ ਜੀ? ਜਦੋਂ ਛੋਟੂ ਨੇ ਪੁੱਛਿਆ ਤਾਂ ਉਹਨੂੰ ਆਪ ਨੂੰ ਵੀ ਨਹੀਂ ਸੀ ਪਤਾ ਕਿ ਇੰਨੇ ਟਮਾਟਰ ਉਹ ਕਿਸ ਲਈ ਲੈ ਆਈ ਸੀ। ਰਹਿਣ ਦੇ, ਤੂੰ ਕਮਰੇ ਸਾਫ਼ ਕਰ, ਸਬਜ਼ੀ ਮੈਂ ਆਪੇ ਬਣਾ ਲਾਂਗੀ। ਜਦੋਂ ਉਹਨੇ ਆਖਿਆ ਤਾਂ ਛੋਟੂ ਪਹਿਲੇ ਤੇ ਹੈਰਾਨ ਜਿਹਾ ਹੋਇਆ, ਖੜਾ ਰਿਹਾ, ਫਿਰ ਕਮਰੇ ਸਾਫ਼ ਕਰਨ ਜਾ ਲੱਗਿਆ। ਪਹਿਲੇ ਕਮਲ ਲਤਾ ਨੇ ਮੇਥੀ ਧੋਤੀ, ਫਿਰ ਛੁਰੀ ਧੋਤੀ, ਫਿਰ ਛੁਰੀ ਇੱਟ 'ਤੇ ਘਸਾ ਤਿੱਖੀ ਕੀਤੀ। ਇਹ ਤਾਂ ਕੱਟ ਕੇ ਧੋਈ ਦੀ ਹੈ ਜੀ, ਛੋਟੂ ਕੁਰਸੀਆਂ ਝਾੜਦਾ ਬੋਲਿਆ। ਤੂੰ ਕੰਮ ਕਰ ਆਪਦਾ। ਆਖੋ ਟਰੇ ਵਿੱਚ ਚੱਕਲਾ ਰੱਖ ਕੇ ਚੱਕਲੇ ਉੱਤੇ ਮੇਥੀ ਰੱਖ ਕੇ ਕੱਟਣ ਲੱਗ ਪਈ। ਇੱਕ ਚੀਰਨੀ ਵੀ ਨਹੀਂ ਸੀ ਅਜੇ ਕੱਟੀ ਕਿ ਉਹਦੀ ਉਂਗਲ ਕਿੰਨੀ ਸਾਰੀ ਵੱਢੀ ਗਈ। ਬੜਾ ਦਰਦ ਹੋਇਆ, ਖੂਨ ਬੰਦ ਹੀ ਨਹੀਂ ਸੀ ਹੋ ਰਿਹਾ। ਉੱਠ ਕੇ ਪਾਣੀ ਦੀ ਪੱਟੀ ਬੰਨ੍ਹੀ। ਮੈਂ ਆਪ ਹੀ ਕਰ ਲਾਂਗਾ ਜੀ, ਆਖ ਛੋਟੂ ਮੇਥੀ ਕੱਟਣ ਆ ਲੱਗਿਆ। ਨਹੀਂ, ਤੂੰ ਕੰਮ ਕਰ ਆਪਦਾ, ਆਖ ਉਹਨੇ ਛੋਟੂ ਨੂੰ ਉਠਾਲ ਦਿੱਤਾ ਤੇ ਮੁੜ ਆਪ ਕੱਟਣ ਲੱਗ ਪਈ। ਹੁਣ ਜ਼ਰਾ ਧਿਆਨ ਨਾਲ। ਸਬਜ਼ੀ ਕੱਟੀ, ਰਿੰਨੀ, ਦਾਲ ਧਰੀ, ਆਟਾ ਗੁੰਨਿਆ, ਸੇਵੀਆਂ ਬਣਾਈਆਂ, ਨਹਾ ਲਈ, ਵਾਲ ਵੀ ਵਾਹ ਲਏ, ਫਿਰ ਸਾਰੇ ਘਰ ਦੀ ਝਾੜ ਪੂੰਝ ਕਰਕੇ ਚੀਜ਼ਾਂ ਥਾਂ ਟਿਕਾਣੇ ਰੱਖੀਆਂ। ਇੱਕਾ ਇੱਕ ਸਾਰੇ ਘਰ ਵੱਲ ਝਾਕ ਕੇ ਉਹਨੂੰ ਲੱਗਿਆ ਜਿਵੇਂ ਉਹ ਕਿਸੇ ਦੇ ਘਰ ਮਹਿਮਾਨ ਆਈ ਹੋਵੇ। ਦੁਪਹਿਰ ਹੋ ਗਈ ਸੀ, ਪੁਰਸ਼ੋਤਮ ਦੇ ਆਉਣ ਦਾ ਵੇਲਾ ਹੋ ਗਿਆ ਸੀ। ਵੇਲਾ ਲੰਘ ਗਿਆ।
ਤੁਸੀਂ ਰੋਟੀ ਖਾਓਗੇ ਐਂ ਜੀ? ਛੋਟੂ ਨੇ ਪੁੱਛਿਆ। ਨਹੀਂ, ਤੂੰ ਖਾ ਲੈ, ਉਹਨੇ ਆਖਿਆ। ਵਿਹੜੇ ਵਿੱਚ ਬੈਠੀ ਸਵੈਟਰ ਬੁਣਦੀ ਰਹੀ ਤੇ ਨਾਲ ਹੀ ਮਨ ਪੁਰਸ਼ੋਤਮ ਨਾਲ ਗੱਲਾਂ ਕਰਦੀ ਰਹੀ। ਕਾਲਜ ਦੇ ਇੱਕ ਫੰਕਸ਼ਨ 'ਤੇ ਡਾਂਸ ਦਾ ਇੱਕ ਆਈਟਮ ਜਦੋਂ ਉਹਨੇ ਦਿੱਤਾ ਸੀ ਤਾਂ ਪੁਰਸ਼ੋਤਮ ਨੇ ਆਖਿਆ ਸੀ, ਕਮਲ ਡਾਂਸ ਕਰਦੀ ਫੁੱਲ ਲੱਗ ਰਹੀ ਸੀ ਤੇ ਉਸੇ ਕਮਲ ਦੇ ਫੁੱਲ ਨੂੰ ਛੱਡ ਕੇ ਅੱਜ ਉਹ ਕਿਸੇ ਰੀਟਾ ਕੋਲ ਜਾਂਦਾ ਹੈ। ਇਹ ਗੱਲ ਉਹਨੂੰ ਉਪਰਾਮ ਕਰ ਰਹੀ ਸੀ। ਉਹਨੂੰ ਕਦੇ ਖਿਆਲ ਹੀ ਨਹੀਂ ਸੀ ਆਇਆ ਕਿ ਪੁਰਸ਼ੋਤਮ ਕਦੇ ਉਸ ਕਿਸੇ ਹੋਰ ਔਰਤ ਕੋਲ ਵੀ ਜਾ ਸਕਦਾ ਹੈ। ਉਹ ਬਾਰ-ਬਾਰ ਸੋਚਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹ ਗੱਲ ਉਹਨੂੰ ਔਖਿਆਂ ਕਿਉਂ ਕਰ ਰਹੀ ਸੀ। ਇਸ ਲਈ ਕਿ ਉਹਦੀ ਨੈਗੇਸ਼ਨ ਸੀ, ਇਸ ਲਈ ਕਿ ਉਹ ਪੁਰਸ਼ੋਤਮ 'ਤੇ ਸਿਰਫ ਆਪਣਾ ਹੱਕ ਸਮਝਦੀ ਸੀ, ਇਸ ਲਈ ਕਿ ਉਹਨੂੰ ਪੁਰਸ਼ੋਤਮ ਨਾਲ ਮੋਹ ਸੀ। ਪਰ ਤਾਂ ਕੀ ਹੋ ਗਿਆ? ਉਹ ਆਖਣਾ ਚਾਹੁੰਦੀ ਸੀ, ਪਰ ਉਹਨੂੰ ਲੱਗ ਰਿਹਾ ਸੀ ਜਿਵੇਂ ਬੜਾ ਕੁਝ ਹੋ ਗਿਆ ਹੈ, ਜਿਵੇਂ ਹੁਣ ਪੁਰਸ਼ੋਤਮ ਹੀ ਨਹੀਂ ਰਹਿ ਗਿਆ, ਜਿਵੇਂ ਹੁਣ ਕਮਲ ਲਤਾ ਹੀ ਨਹੀਂ ਸੀ ਰਹਿ ਗਈ। ਰੀਟਾ ਜਿਵੇਂ ਉਹਨਾਂ ਦੇ ਵਿਚਕਾਰ ਆ ਖੜੋਤੀ ਸੀ, ਰੀਟਾ ਜਿਵੇਂ ਪੁਰਸ਼ੋਤਮ ਦੇ ਵਿੱਚ ਰਲ ਗਈ। ਇਹ ਕੋਈ ਖਾਸ ਗੱਲ ਨਹੀਂ, ਉਹ ਸੋਚਣਾ ਚਾਹੁੰਦੀ ਸੀ। ਆਦਮੀ ਇਉਂ ਕਰਦੇ ਹੀ ਹੁੰਦੇ ਨੇ, ਪਰ ਪੁਰਸ਼ੋਤਮ ਬਾਰੇ ਉਹਨੇ ਇਉਂ ਨਹੀਂ ਸੀ ਸੋਚਿਆ। ਇਸ ਗੱਲੋਂ ਆਪਣੇ ਆਪ ਉੱਤੇ ਖਿਝ ਰਹੀ ਸੀ। ਜ਼ਿੰਦਗੀ ਸਿਰਫ ਇਹ ਸੋਚਣ ਲਈ ਹੀ ਹੈ। ਉਹ ਇਹ ਤਨ ਆਪਣੇ ਆਪ ਨੂੰ ਦੇਣਾ ਚਾਹੁੰਦੀ ਸੀ। ਜ਼ਿੰਦਗੀ ਹੈ ਹੀ ਕੀ? ਧੁਰ ਅੰਦਰੋਂ ਜਿਵੇਂ ਕਿਸੇ ਨੇ ਪੁੱਛਿਆ। ਉਹ ਜਿਵੇਂ ਉਲਝ ਜਿਹੀ ਗਈ। ਬਾਹਰ ਸਕੂਟਰ ਦਾ ਹਾਰਨ ਹੋਇਆ। ਪੁਰਸ਼ੋਤਮ ਆ ਗਿਆ ਸੀ। ਕੁਝ ਖਾਓਗੇ ਵੀ? ਚਾਹ ਲੈ ਕੇ ਗਈ ਕਮਲ ਲਤਾ ਨੇ ਉਹਨੂੰ ਕੱਪੜੇ ਬਦਲਦੇ ਨੂੰ ਪੁੱਛਿਆ। ਛੋਟੂ ਕਿੱਥੇ ਹੈ? ਬਾਜ਼ਾਰ ਤੁਹਾਡੇ ਕੱਪੜੇ ਡਰਾਈ ਕਲੀਨਰ ਦੇ ਦੇਣ ਗਿਆ। ਅੱਜ ਕੱਲ੍ਹ ਤੂੰ ਮੇਰਾ ਬੜਾ ਖਿਆਲ ਰੱਖਣ ਲੱਗ ਪਈ ਹੈ। ਕਿਤੇ ਅਮਰੀਕਾ ਪ੍ਰੋਗਰਾਮ ਦੇਣ ਦੀ ਸਲਾਹ ਤਾਂ ਨਹੀਂ ਬਣਾ ਲਈ? ਪੁਰਸ਼ੋਤਮ ਨੇ ਹੱਸ ਕੇ ਪੁੱਛਿਆ। ਪ੍ਰੋਗਰਾਮ ਤੇ ਹੁਣ ਕੋਈ ਵੀ ਨਹੀਂ ਦਿਆ ਕਰਨਾ, ਕਮਲ ਲਤਾ ਨੇ ਆਖਿਆ। ਪੁਰਸ਼ੋਤਮ ਬੂਟ ਉਤਾਰਦਾ ਉੱਥੇ ਹੀ ਰੁਕ ਗਿਆ। ਚੁੱਪ-ਚਾਪ ਕਮਲ ਲਤਾ ਵੱਲ ਵੇਖਦਾ ਰਿਹਾ। ਇੱਕ ਪੱਥਰ ਦੀ ਮੂਰਤੀ ਵਾਂਗ ਕਮਲ ਲਤਾ ਉਹਦੇ ਸਾਹਮਣੇ ਖੜੀ ਸੀ, ਹਰ ਵੇਲੇ ਹੱਸਦੀ, ਝੂਮਦੀ, ਥਰਰਾਂਦੀ। ਕਮਲ ਲਤਾ ਇਸ ਵੇਲੇ ਨਾ ਖੁਸ਼ ਦਿਸਦੀ ਸੀ ਨਾ ਉਦਾਸ, ਜਿਵੇਂ ਉਹ ਉੱਥੇ ਹੋਵੇ ਹੀ ਨਾ। ਬੈਠ ਜਾ ਮੇਰੇ ਕੋਲ, ਪੁਰਸ਼ੋਤਮ ਨੇ ਉਸ ਤੋਂ ਚਾਹ ਦਾ ਕੱਪ ਫੜ ਕੇ ਕਿਹਾ। ਚੁੱਪ-ਚਾਪ ਉਹਦੇ ਕੋਲ ਬੈਠ ਗਈ। ਕੀ ਤੂੰ ਇਹ ਕਰ ਸਕਦੀ ਹੈ ਕਿ ਡਾਂਸ ਉੱਕਾ ਛੱਡ ਦੇਵੇਂ? ਹਾਂ, ਕਮਲ ਲਤਾ ਨੇ ਅੱਖਾਂ ਝੁਕਾ ਕੇ ਕਿਹਾ। ਕਲਾਕਾਰ ਦਾ ਤੇ ਕਲਾ ਦਾ ਬਸ ਇੰਨਾ ਕੋਈ ਰਿਸ਼ਤਾ ਹੁੰਦਾ ਹੈ? ਕਮਲ ਲਤਾ ਨੇ ਕੋਈ ਉੱਤਰ ਨਾ ਦਿੱਤਾ। ਇਹ ਕਿਵੇਂ ਹੋ ਸਕਦਾ ਹੈ ਕਿ ਕਿਸੇ ਵੀ ਕਲਾਕਾਰ ਨੂੰ ਕੋਈ ਮੁੱਲ ਨਾ ਤਾਰਨਾ ਪਵੇ? ਕਮਲ ਲਤਾ ਫਿਰ ਵੀ ਨਹੀਂ ਬੋਲੀ। ਦੂਸਰਾ, ਤੂੰ ਇਹ ਕਿਉਂ ਚਾਹੁੰਦੀ ਹੈ ਕਿ ਦੂਸਰਾ ਬੰਦਾ ਵੀ ਉਸੇ ਤਰ੍ਹਾਂ ਜੀਵੇ ਜਿਵੇਂ ਤੂੰ ਚਾਹੁੰਦੀ ਹੈ? ਮੈਂ ਤੁਹਾਨੂੰ ਤੇ ਕੁਝ ਨਹੀਂ ਆਖਿਆ, ਕਮਲ ਲਤਾ ਨੇ ਰੋਣ ਹਾਕੀ ਹੋ ਕੇ ਕਿਹਾ। ਸਭ ਕੁਝ ਮੂੰਹ ਨਾਲ ਹੀ ਤਾਂ ਨਹੀਂ ਆਖੀਦਾ। ਡਾਂਸ ਛੱਡ ਕੇ ਜੋ ਤੇਰੇ ਮਨ ਨੂੰ ਕਲੇਸ਼ ਹੋਏਗਾ ਉਹਦਾ ਜ਼ਿੰਮੇਵਾਰ ਤੂੰ ਮੈਨੂੰ ਠਹਿਰਾ ਕੇ ਇੱਕ ਤਾਂ ਤੂੰ ਮੈਨੂੰ ਇਨਡਾਇਰੈਕਟ ਢੰਗ ਨਾਲ ਸਜ਼ਾ ਦੇ ਰਹੀ ਹੋਏਗੀ। ਦੂਸਰਾ, ਇਹਦਾ ਮਤਲਬ ਇਹ ਹੋਏਗਾ ਕਿ ਜੇ ਮੈਨੂੰ ਤੇਰੀ ਕੋਈ ਗੱਲ ਪਸੰਦ ਨਹੀਂ ਤਾਂ ਤੂੰ ਮੇਰੀਆਂ ਗੱਲਾਂ ਨਾ ਪਸੰਦ ਕਰਨ ਦਾ ਅਧਿਕਾਰ ਲੈ ਰਹੀ ਹੋਏਗੀ। ਇਹੀ ਮਤਲਬ ਹੋਇਆ ਨਾ ਡਾਂਸ ਛੱਡਣ ਦਾ। ਠੀਕ ਹੈ, ਮੇਰਾ ਮਨ ਨਹੀਂ ਕਰਦਾ, ਮੈਂ ਡਾਂਸ ਨਹੀਂ ਕਰਾਂਗੀ, ਪਰ ਮੈਂ ਤੁਹਾਨੂੰ ਤੇ ਕੁਝ ਨਹੀਂ ਆਖਿਆ। ਤੁਸੀਂ ਜੋ ਮਰਜ਼ੀ ਕਰਦੇ ਰਹੋ। ਕਮਲ ਲਤਾ ਦੀ ਆਵਾਜ਼ ਵਿੱਚ ਉਦਾਸੀ ਸੀ, ਤਲਖੀ ਸੀ। ਪਰ ਮਨ ਕਿਉਂ ਨਹੀਂ ਕਰਦਾ? ਇਸ ਲਈ ਕਿ ਤੁਹਾਨੂੰ ਬਹਾਨਾ ਮਿਲਦਾ ਹੈ ਕਿ ਮੈਂ ਤੁਹਾਡੀਆਂ ਸਾਰੀਆਂ ਲੋੜਾਂ ਵੱਲ ਪੂਰਾ ਧਿਆਨ ਨਹੀਂ ਦੇ ਸਕਦੀ। ਮੈਂ ਚਾਹੁੰਦਾ ਹੀ ਨਹੀਂ ਕਿ ਤੂੰ ਮੇਰੇ ਵੱਲ ਬਹੁਤਾ ਧਿਆਨ ਦੇਵੇਂ। ਮੈਨੂੰ ਕੰਮ ਕਰਨ ਲਈ, ਜਿਉਣ ਲਈ ਕੁਝ ਫਰੀਡਮ ਜ਼ਰੂਰ ਚਾਹੀਦੀ ਹੈ। ਮੈਂ ਕਰ ਹੀ ਨਹੀਂ ਸਕਦਾ ਕਿ ਐਨ ਵਕਤ ਸਿਰ ਕਾਲਜ ਜਾਵਾਂ, ਪੀਰੀਅਡ ਮੁੱਕਦਿਆਂ ਸਾਰ ਘਰ ਨੂੰ ਭੱਜਾਂ ਆਵਾਂ। ਮੈਂ ਆਖਿਆ ਤਾਂ ਹੈ, ਤੁਸੀਂ ਜੋ ਮਰਜ਼ੀ ਕਰੋ। ਆਖ ਕਮਲ ਲਤਾ ਚਾਹ ਦਾ ਕੱਪ ਤਰਪਾਈ 'ਤੇ ਰੱਖ ਕੇ ਜਾਣ ਹੀ ਲੱਗੀ ਸੀ ਕਿ ਪੁਰਸ਼ੋਤਮ ਨੇ ਉਹਦਾ ਹੱਥ ਫੜ ਲਿਆ। ਦੱਸੋ, ਕਮਲ ਲਤਾ ਨੇ ਪੁੱਛਿਆ। ਆਰਟਿਸਟ ਕਿਹਨੂੰ ਆਖਦੇ ਨੇ ਭਲਾ? ਪਤਾ ਨਹੀਂ। ਆਖ ਉਹ ਹੱਥ ਛੁਡਾ ਰਸੋਈ ਵੱਲ ਨੂੰ ਤੁਰ ਪਈ। ਪੁਰਸ਼ੋਤਮ ਕੁਝ ਚਿਰ ਉੱਥੇ ਹੀ ਬੈਠਾ ਕੁਝ ਸੋਚਦਾ ਰਿਹਾ ਤੇ ਫਿਰ ਹੱਸ ਪਿਆ, ਇਹ ਸਮਝ ਕੇ ਕਿ ਕਲਾਕਾਰ ਕਮਲ ਲਤਾ ਦਾ ਇਹ ਵੀ ਇੱਕ ਮੂਡ ਹੈ। ਆਥਣੇ ਉਹ ਇਕੱਲਾ ਹੀ ਸਿਨੇਮਾ ਵੇਖਣ ਚਲਾ ਗਿਆ, ਇਹ ਸੋਚ ਕੇ ਕਿ ਕਮਲ ਲਤਾ ਨੂੰ ਆਪਣਾ ਮੂਡ ਠੀਕ ਕਰਨ ਲਈ ਵਕਤ ਮਿਲ ਜਾਏ। ਫਿਰ ਵੀ ਉਹਨੂੰ ਕੁਝ ਅਜੀਬ ਲੱਗ ਰਿਹਾ ਸੀ। ਕਮਲ ਲਤਾ ਦਾ ਇਹ ਰੂਪ ਉਸ ਲਈ ਨਵਾਂ ਸੀ।
ਵਾਪਸ ਆਇਆ ਤਾਂ ਰੋਟੀ ਤਿਆਰ ਸੀ। ਬਿਸਤਰੇ ਉੱਪਰ ਸਫੈਦ ਧੋਬੀ ਦੀਆਂ ਧੋਤੀਆਂ ਚਾਦਰਾਂ ਵਿਛੀਆਂ ਹੋਈਆਂ ਸਨ। ਕਮਰੇ ਵਿੱਚ ਧੂਫ ਡੰਗੀ ਹੋਈ ਸੀ। ਧੋਤਾ ਹੋਇਆ ਨਾਈਟ ਸੂਟ ਬਾਥਰੂਮ 'ਚ ਲਟਕ ਰਿਹਾ ਸੀ। ਕਿੱਥੇ ਗਏ ਸੀ? ਕਮਲਲਤਾ ਨੇ ਪੁੱਛਿਆ। ਕਿਸੇ ਸਹੇਲੀ ਨੂੰ ਮਿਲਣ, ਪੁਰਸ਼ੋਤਮ ਨੇ ਹੱਸ ਕੇ ਕਿਹਾ। ਪਰ ਕਮਲਲਤਾ ਦੇ ਜਿਸਮ ਨੂੰ ਜਿਵੇਂ ਕਰੰਟ ਛੋਹ ਗਿਆ। ਉਹਦਾ ਜਿਵੇਂ ਸਾਹ ਚੜ੍ਹ ਗਿਆ। ਕਾਹਲੀ ਨਾਲ ਰਸੋਈ ਵੱਲ ਨੂੰ ਪਰਤ ਗਈ। ਕਮਲ, ਪੁਰਸ਼ੋਤਮ ਨੇ ਆਵਾਜ਼ ਦਿੱਤੀ। ਕਮਲਲਤਾ ਨੇ ਕੋਈ ਉੱਤਰ ਨਹੀਂ ਦਿੱਤਾ, ਜਿਵੇਂ ਉਹਨੂੰ ਸੁਣਿਆ ਹੀ ਨਾ ਹੋਵੇ, ਜਿਵੇਂ ਉਹ ਕਮਲਲਤਾ ਹੀ ਨਾ ਹੋਵੇ। ਕਮਲ ਜੀ, ਕੋਲ ਆ ਕੇ ਪੁਰਸ਼ੋਤਮ ਨੇ ਕਿਹਾ। ਦੱਸੋ। ਕਮਲਲਤਾ ਨੇ ਉਖੜੀ ਨੇ ਕਿਹਾ। ਮੈਂ ਚੰਗਾ ਬੰਦਾ ਕਿ ਮਾੜਾ, ਇਹਦਾ ਬਹੁਤਾ ਫਿਕਰ ਮੈਨੂੰ ਆਪ ਨੂੰ ਹੋਣਾ ਚਾਹੀਦਾ ਕਿ ਤੈਨੂੰ? ਉਸ ਵੱਲ ਧਿਆਨ ਨਾਲ ਤੱਕਦਿਆਂ ਪੁਰਸ਼ੋਤਮ ਨੇ ਪੁੱਛਿਆ। ਮੈਂ ਤੇ ਤੁਹਾਨੂੰ ਕੁਝ ਨਹੀਂ ਆਖਿਆ। ਤੂੰ ਸਮਝਦੀ ਏ ਮੈਂ ਕੁਝ ਸਮਝਦਾ ਨਹੀਂ। ਜ਼ਿੰਦਗੀ ਨੂੰ ਟੋਟੈਲਿਟੀ 'ਚ ਦੇਖੀਦਾ, ਟੁਕੜਿਆਂ 'ਚ ਨਹੀਂ। ਕੁਝ ਵਰੀ ਤਾਂ ਅਸੀਂ ਜਿਉਣਾ ਹੁੰਦਾ, ਉਸ ਵਿੱਚੋਂ ਵੀ ਬਹੁਤ ਵਕਤ ਇੱਕ ਦੂਸਰੇ ਲਈ। ਇਹ ਠੀਕ ਹੈ, ਤੁਸੀਂ ਇੱਕ ਪ੍ਰੋਫੈਸਰ ਹੋ ਅਤੇ ਬਹੁਤ ਸਾਰੀਆਂ ਦਲੀਲਾਂ ਦੇ ਸਕਦੇ ਹੋ ਅਤੇ ਕਿਸੇ ਗੱਲ ਦਾ ਕੋਈ ਪੱਖ ਵੀ ਸਿੱਧ ਕਰ ਸਕਦੇ ਹੋ, ਪਰ ਇਹਦਾ ਮਤਲਬ ਇਹ ਨਹੀਂ। ਅੱਗੋਂ ਗੱਲ ਕਰਦੀ ਕਰਦੀ ਰੁਕ ਗਈ ਅਤੇ ਲੀਰ ਨਾਲ ਸਟੋਵ ਸਾਫ਼ ਕਰਦੀ ਰਹੀ। ਪੁਰਸ਼ੋਤਮ ਵਾਪਸ ਕਮਰੇ 'ਚ ਆ ਕੇ ਟੈਲੀਵਿਜ਼ਨ ਲਾ ਕੇ ਬੈਠ ਗਿਆ। ਪਿਕਾਸੋ ਦੀ ਜ਼ਿੰਦਗੀ 'ਤੇ ਆਧਾਰਿਤ ਫਿਲਮ ਵਿਖਾਈ ਜਾ ਰਹੀ ਸੀ। ਜ਼ਿੰਦਗੀ ਅਤੇ ਕਲਾ ਦਾ ਮਿਸ਼ਰਣ। ਕਿਧਰੇ ਫੁੱਲਾਂ 'ਚ ਫੁੱਲ ਬਣਿਆ ਆਰਟਿਸਟ, ਕਿਧਰੇ ਖੰਡਰ ਉਲੀਕਦਾ, ਖੰਡਰ ਜਿਉਂਦਾ ਇਤਿਹਾਸਕ ਮਨੁੱਖ, ਕਿਧਰੇ ਟੁਕੜੇ ਜੋੜਦਾ, ਟੁਕੜੇ ਭਾਲਦਾ, ਟੁਕੜੇ ਹੋਇਆ ਆਧੁਨਿਕ ਮਨੁੱਖ, ਕਿਧਰੇ ਪੰਛੀ ਵਾਹੁੰਦਾ, ਪੰਛੀਆਂ ਨਾਲ ਉੱਡਦਾ ਰੂਹ ਵਾਲਾ ਬੰਦਾ, ਕਿਧਰੇ ਮੌਤ ਚਿੱਤਰਦਾ, ਮੌਤ ਜਿਉਂਦਾ ਮਰ ਰਿਹਾ ਮਨੁੱਖ, ਕਿਧਰੇ ਪ੍ਰੇਮਿਕਾ ਪਤਨੀ ਦੇ ਨਕਸ਼ ਉਲੀਕਦਾ ਮੋਹਵਾਨ ਮਾਨਵ। ਇਹ ਸਭ ਪਿਕਾਸੋ ਦੇ ਰੂਪ ਸਨ, ਕਲਾਕਾਰ ਦੇ ਰੂਪ ਸਨ। ਅਤੇ ਕਮਲਲਤਾ ਹੈ ਕਿ ਬਸ ਸਿਰਫ ਕਮਲਲਤਾ ਬਣ ਕੇ ਜਿਉਣਾ ਚਾਹੁੰਦੀ ਹੈ ਅਤੇ ਨਾਲੇ ਚਾਹੁੰਦੀ ਹੈ ਉਹ ਕਲਾਕਾਰ ਵੀ ਹੋਵੇ। ਸੋਚਦਾ ਉਹ ਨਾ ਜਾਣੇ ਕਿੱਥੋਂ ਦਾ ਕਿੱਥੇ ਪਹੁੰਚ ਗਿਆ। ਕਮਲਲਤਾ ਨੇ ਰੋਟੀ ਅੱਗੇ ਲਿਆ ਰੱਖੀ। ਤੂੰ ਨਹੀਂ ਖਾਣੀ? ਉਹਨੇ ਪੁੱਛਿਆ। ਨਹੀਂ, ਉਹਨੇ ਸਿਰ ਹਿਲਾਇਆ। ਰਿਆਜ਼ ਦੀ ਕਸਰ ਰੋਟੀ ਛੱਡ ਕੇ ਥੋੜ੍ਹਾ ਹੀ ਪੂਰੀ ਕਰੀਦੀ ਹੈ। ਖਾਓ ਵੀ ਅਤੇ ਐਕਸਰਸਾਈਜ਼ ਵੀ ਕਰੋ। ਰਿਆਜ਼ ਤੁਹਾਨੂੰ ਐਕਸਰਸਾਈਜ਼ ਲੱਗਦਾ ਹੈ? ਐਕਸਰਸਾਈਜ਼ ਵੀ ਤਾਂ ਹੋ ਜਾਂਦੀ ਹੈ। ਕਮਲਲਤਾ ਪਾਣੀ ਲੈਣ ਚਲੀ ਗਈ। ਛੋਟੂ ਕਿੱਥੇ ਹੈ? ਪਾਣੀ ਲੈ ਕੇ ਆਈ। ਕਮਲਲਤਾ ਨੇ ਉਹਨੂੰ ਪੁੱਛਿਆ। 15 ਦਿਨਾਂ ਦੀ ਛੁੱਟੀ ਦੇ ਦਿੱਤੀ ਹੈ। ਸੋਚਿਆ ਜੇ ਸਰਿਆ ਫਿਰ ਹਟਾਈ ਦਿਆਂਗੇ। ਪਰ ਕਿਉਂ? ਸਾਰਨਾ ਕਿਸ ਲਈ ਹੈ? ਮੈਂ ਸਾਰਾ ਦਿਨ ਕੀ ਕਰਨਾ ਹੁੰਦਾ? ਕਮਲ, ਮੈਨੂੰ ਇਹ ਸਭ ਪਸੰਦ ਨਹੀਂ। ਤੂੰ ਸਿੱਧੀ ਤਰ੍ਹਾਂ ਕਿਉਂ ਨਹੀਂ ਆਖਦੀ ਕਿ ਤੈਨੂੰ ਕੀ ਤਕਲੀਫ ਹੈ? ਕਮਲਲਤਾ ਕੁਝ ਨਹੀਂ ਬੋਲੀ। ਰਸੋਈ 'ਚ ਜਾ ਕੇ ਰੋਟੀ ਗਰਮ ਕਰਨ ਲੱਗ ਪਈ। ਪੁਰਸ਼ੋਤਮ ਚੁੱਪਚਾਪ ਰੋਟੀ ਖਾਂਦਾ ਰਿਹਾ। ਉਸਨੂੰ ਪਤਾ ਸੀ ਕਮਲਲਤਾ ਕਿਸੇ ਗੱਲੋਂ ਔਖੀ ਹੈ, ਪਰ ਉਹ ਇਹ ਵੀ ਜਾਣਦਾ ਸੀ ਕਿ ਕਮਲਲਤਾ ਦਾ ਗੁੱਸਾ ਥੋੜ੍ਹਾ ਚਿਰ ਹੁੰਦਾ ਹੈ ਅਤੇ ਛੇਤੀ ਠੀਕ ਹੋ ਜਾਏਗੀ। ਪਰ ਕਈ ਦਿਨ ਲੰਘ ਗਏ। ਕਮਲ ਸਵੇਰੇ ਰਿਆਜ਼ ਨਹੀਂ ਸੀ ਕਰਦੀ। ਉਹ ਸਾਰਾ ਦਿਨ ਥੱਕੀ ਰਹਿੰਦੀ। ਉਹ ਘਰ ਦੇ ਸਾਰੇ ਕੰਮ ਕਰਦੀ, ਪਰ ਓਪਰਿਆਂ ਵਾਂਗ ਚੁੱਪਚਾਪ। ਪੁਰਸ਼ੋਤਮ ਜਦੋਂ ਵੀ ਪੁੱਛਦਾ ਕੀ ਗੱਲ ਹੈ, ਉਹ ਆਖ ਦਿੰਦੀ ਕੋਈ ਗੱਲ ਨਹੀਂ। ਐਤਵਾਰ ਨੂੰ ਜਿਸ ਦਿਨ ਪੁਰਸ਼ੋਤਮ ਪਿੰਡ ਆਪਣੀ ਮਾਂ ਨੂੰ ਮਿਲਣ ਗਿਆ, ਉਹ ਕਮਰਾ ਬੰਦ ਕਰਕੇ ਕਈ ਘੰਟੇ ਰਿਆਜ਼ ਕਰਦੀ ਰਹੀ। ਕਈ ਵਾਰੀ ਉਹਦੀ ਤਾਲ ਟੁੱਟੀ, ਕਈ ਵਾਰੀ ਪੈਰ ਉਖੜਿਆ, ਪਰ ਉਹ ਨੱਚੀ ਗਈ ਜਦੋਂ ਤੱਕ ਕਿ ਉਹ ਹਫ ਨਾ ਗਈ। ਉਸ ਰਾਤ ਕਈ ਦਿਨਾਂ ਮਗਰੋਂ ਉਸਨੂੰ ਪੂਰੀ ਤਰ੍ਹਾਂ ਨੀਂਦ ਆਈ। ਪਰ ਨਹੀਂ, ਮੈਂ ਡਾਂਸ ਛੱਡ ਦਿਆਂਗੀ, ਉਹ ਮਨ 'ਚ ਕਹਿੰਦੀ ਰਹੀ। ਪੁਰਸ਼ੋਤਮ ਪਰਤਿਆ ਤਾਂ ਕਮਲਲਤਾ ਆਪਣੀ ਪੁਰਾਣੀ ਐਲਬਮ ਵੇਖ ਰਹੀ ਸੀ। ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਉਸ ਵਿੱਚ ਉਹਦੀਆਂ ਤਸਵੀਰਾਂ ਸਨ ਜੋ ਇੱਕ ਦਿਨ ਉਹ ਆਪਣੇ ਪੇਕੇ ਘਰੋਂ ਚੁੱਕ ਲਿਆਈ ਸੀ। ਪੁਰਸ਼ੋਤਮ ਉਹਦੇ ਕੋਲ ਹੀ ਬੈਠ ਕੇ ਤਸਵੀਰਾਂ ਵੇਖਣ ਲੱਗ ਪਿਆ। ਚਾਹ ਲਿਆਵਾਂ? ਉਹਨੇ ਐਲਬਮ ਬੰਦ ਕਰਦੀ ਨੇ ਪੁੱਛਿਆ। ਅਜੇ ਨਹੀਂ, ਆਖ ਪੁਰਸ਼ੋਤਮ ਨੇ ਐਲਬਮ ਮੁੜ ਖੋਲ੍ਹ ਲਈ। ਇਸ ਲੜਕੇ ਦਾ ਨਾਂ ਵੀ ਕਮਲ ਸੀ। ਕਮਲਲਤਾ ਨੇ ਆਪਣੇ ਕਾਲਜ ਦੇ ਦਿਨਾਂ ਦੀ ਇੱਕ ਗਰੁੱਪ ਫੋਟੋ ਵਿੱਚ ਇੱਕ ਖੂਬਸੂਰਤ ਜਿਹੇ ਦਿਸਦੇ ਲੜਕੇ ਵੱਲ ਉਂਗਲ ਕਰਕੇ ਦੱਸਿਆ। ਪੁਰਸ਼ੋਤਮ ਨੇ ਪਹਿਲੇ ਤਸਵੀਰ ਅਤੇ ਫਿਰ ਕਮਲ ਦੇ ਮੂੰਹ ਵੱਲ ਵੇਖਿਆ। ਪਿਛਲੀ ਵਾਰੀ ਮੈਨੂੰ ਦਿੱਲੀ ਅਚਾਨਕ ਮਿਲ ਗਿਆ। ਅੰਬੈਸੀ 'ਚ ਲੱਗਿਆ ਹੋਇਆ ਹੈ। ਐਨ ਮੇਰੇ ਕੋਲ ਆ ਕੇ ਜਦੋਂ ਕਾਰ ਰੋਕੀ, ਮੈਂ ਹੈਰਾਨ ਹੋ ਗਈ। ਕੀ ਆਖਦਾ ਸੀ? ਪੁਰਸ਼ੋਤਮ ਨੇ ਡੂੰਘਾ ਉਸ ਵੱਲ ਝਾਕ ਕੇ ਪੁੱਛਿਆ। ਪੁੱਛਦਾ ਸੀ ਵਿਆਹ ਹੋ ਗਿਆ?
ਚੱਲ ਕਿਤੇ ਬੈਠ ਕੇ ਗੱਲਾਂ ਕਰੀਏ। ਮੁੱਦਤ ਮਗਰੋਂ ਮਿਲੀ ਐ, ਪਰ ਮੈਂ ਗੱਡੀ ਫੜਨੀ ਸੀ। ਗੱਡੀ ਦੂਜੀ ਆ ਜਾਣਾ ਸੀ। ਪੁਰਸ਼ੋਤਮ ਨੇ ਆਵਾਜ਼ ਨੂੰ ਸਧਾਰਨ ਬਣਾ ਕੇ ਕਿਹਾ। ਮੈਂ ਵੀ ਸੋਚਦੀ ਹਾਂ ਚੰਗਾ ਹੁੰਦਾ ਦੂਜੀ ਗੱਡੀ ਆਉਂਦੀ। ਕਮਲ ਲਤਾ ਨੇ ਆਪਣੇ ਕਲਾਸ ਫੈਲੋ ਕਮਲ ਬਾਰੇ ਨਹੀਂ ਸਗੋਂ ਰੀਟਾ ਬਾਰੇ ਸੋਚਦਿਆਂ ਕਿਹਾ। ਅਗਲੀ ਵਾਰੀ ਇਉਂ ਕਰ ਲਈ, ਪੁਰਸ਼ੋਤਮ ਨੇ ਖਿਝ ਨੂੰ ਦਬਾਉਂਦਿਆਂ ਕਿਹਾ ਤੇ ਐਲਬਮ ਬੰਦ ਕਰਕੇ ਅੰਦਰ ਆਪਣੇ ਪੜ੍ਹਨ ਵਾਲੇ ਕਮਰੇ ਵਿੱਚ ਜਾ ਕੇ ਤਖਤਪੋਸ਼ ਉੱਪਰ ਲੰਮਾ ਪੈ ਗਿਆ। ਬਿਨਾਂ ਕੱਪੜੇ ਬਦਲਿਆਂ, ਬਿਨਾਂ ਬੂਟ ਉਤਾਰਿਆ। ਕੁਝ ਚਿਰ ਮਗਰੋਂ ਕਮਲ ਲਤਾ ਚਾਹ ਲੈ ਕੇ ਗਈ ਤੇ ਪੁੱਛਿਆ, ਕੱਪੜੇ ਨਹੀਂ ਬਦਲੇ? ਜਾਣਾ ਕਿਧਰੇ? ਉਹ ਬੋਲਿਆ। ਜੇ ਕੋਈ ਆਵੇ ਤਾਂ ਕੀ ਆਖਾਂ ਕਿੱਥੇ ਗਏ ਨੇ? ਕਮਲ ਲਤਾ ਨੇ ਚਾਹ ਦਾ ਕੱਪ ਉਹਦੇ ਕੋਲ ਰੱਖਦੀ ਨੇ ਪੁੱਛਿਆ। ਜਹੰਨਮ 'ਚ, ਉਹ ਬੋਲਿਆ। ਮੈਂ ਜੇ ਆਖਾਂ ਮੈਂ ਨਹੀਂ ਜਾਣ ਦਿੰਦੀ ਫੇਰ? ਉਹ ਹੱਸ ਕੇ ਬੋਲੀ। ਹੁਣ ਮੈਂ ਸਾਰਾ ਦਿਨ ਤੇਰੇ ਹੀ ਗੋਡੇ ਮੁੱਢ ਬੈਠਾ ਰਿਹਾ ਕਰਾਂ? ਕੰਮ ਕਾਰ ਨਹੀਂ ਕਰਨਾ ਕੋਈ? ਪੁਰਸ਼ੋਤਮ ਨੇ ਤਲਖੀ ਨਾਲ ਆਖਿਆ। ਕੀ ਕੰਮ ਕਰਨਾ? ਹਰ ਗੱਲ ਤੈਨੂੰ ਦੱਸਣੀ ਕਿਉਂ ਜ਼ਰੂਰੀ ਹੈ? ਜ਼ਰੂਰੀ ਕਿਉਂ ਨਹੀਂ? ਮੈਂ ਤੈਨੂੰ ਕਦੇ ਕਿਸੇ ਗੱਲੋਂ ਰੋਕਿਆ ਟੋਕਿਆ ਵੀ ਤੂੰ ਮੇਰੀ ਹਰ ਗੱਲ ਵਿੱਚ ਦਖਲ ਅੰਦਾਜ਼ੀ ਕਰੇ? ਮੈਂ ਅਜਿਹਾ ਕਰਦੀ ਕੀ ਹਾਂ ਜਿਸ 'ਤੇ ਤੁਹਾਨੂੰ ਰੋਕਣਾ ਟੋਕਣਾ ਪਵੇ? ਤੂੰ ਜੋ ਮਰਜ਼ੀ ਕਰ ਤੇ ਤੁਹਾਨੂੰ ਮਰਜ਼ੀ ਕਰਨ ਦਿਆਂ। ਤੂੰ ਚਾਹੁੰਦੀ ਕੀ ਹੈ? ਪੁਰਸ਼ੋਤਮ ਨੇ ਖਿਝ ਕੇ ਪੁੱਛਿਆ। ਕੁਝ ਨਹੀਂ, ਆਖ ਕਮਲ ਲਤਾ ਕਮਰੇ 'ਚੋਂ ਬਾਹਰ ਆ ਗਈ। ਪੁਰਸ਼ੋਤਮ ਬਿਨਾਂ ਚਾਹ ਪੀਤਿਆਂ ਸਕੂਟਰ ਸਟਾਰਟ ਕਰਕੇ ਚਲਾ ਗਿਆ। ਬਹੁਤ ਰਾਤ ਗਈ। ਜਦੋਂ ਮੁੜਿਆ ਤਾਂ ਉਹਨੇ ਬੜੀ ਸ਼ਰਾਬ ਪੀਤੀ ਹੋਈ ਸੀ। ਆ ਕੇ ਉਹ ਪਹਿਲੇ ਗੁਸਲਖਾਨੇ 'ਚ ਉਲਟੀਆਂ ਕਰਦਾ ਰਿਹਾ, ਫਿਰ ਕੱਪੜੇ ਬਦਲ ਕੇ ਬਿਸਤਰੇ 'ਚ ਪੈ ਗਿਆ। ਸੁੱਤਿਆਂ ਸੁੱਤਿਆਂ ਉਹਦਾ ਹੱਥ ਕਮਲ ਲਤਾ ਉੱਪਰ ਆ ਟਿਕਿਆ। ਉਹਨੇ ਮਲਕ ਦੇ ਕੇ ਚੁੱਕ ਕੇ ਪਰਾਂ ਰੱਖ ਦਿੱਤਾ। ਕਮਲ, ਜ਼ਰਾ ਬਾਮ ਤਾਂ ਲਗਾ ਦੇ, ਬੜਾ ਹੀ ਸਿਰ ਦੁਖਦਾ। ਉਹਨੇ ਘੜੀ ਵੱਲ ਦੇਖਦਿਆਂ ਕਿਹਾ। 3 ਵਜੇ ਸਨ। ਕਮਲ ਲਤਾ ਚੁੱਪਚਾਪ ਉੱਠੀ, ਬਾਮ ਦੀ ਸ਼ੀਸ਼ੀ ਅਲਮਾਰੀ ਵਿੱਚੋਂ ਲਈ ਤੇ ਉਸਦੇ ਮੱਥੇ ਉੱਪਰ ਮਲਣ ਲੱਗ ਪਈ। ਪੁਰਸ਼ੋਤਮ ਨੇ ਅੱਖਾਂ ਉਘੇੜ ਕੇ ਉਸ ਵੱਲ ਵੇਖਿਆ। ਉਹ ਸਾਹਮਣੇ ਕੰਧ ਵੱਲ ਵੇਖਦੀ ਰਹੀ। ਮੈਂ ਤੇ ਸਮਝਿਆ ਸੀ ਤੇਰੇ ਵਿੱਚ ਗੁੱਸਾ ਹੈ ਹੀ ਨਹੀਂ, ਤੂੰ ਤੇ ਮੈਨੂੰ ਘਰੋਂ ਵੀ ਕੱਢ ਸਕਦੀ ਹੈ। ਉਹਨੇ ਕਮਲ ਲਤਾ ਦਾ ਹੱਥ ਫੜ ਕੇ ਕਿਹਾ। ਪ੍ਰੋਫੈਸਰ, ਲੋਕਾਂ ਨੂੰ ਤਾਂ ਵਿਆਹ ਹੀ ਨਹੀਂ ਕਰਨਾ ਚਾਹੀਦਾ, ਕਮਲ ਲਤਾ ਨੇ ਆਖਿਆ ਤੇ ਆਪਣਾ ਹੱਥ ਛੁਡਾ ਬਾਮ ਦੀ ਸ਼ੀਸ਼ੀ ਦਾ ਢੱਕਣ ਬੰਦ ਕਰਨ ਲੱਗ ਪਈ। ਚੱਲ ਹੁਣ ਅੱਡ ਹੋ ਜਾਂਦੇ ਆ, ਪੁਰਸ਼ੋਤਮ ਨੇ ਹੱਸ ਕੇ ਕਿਹਾ। ਧਮਕੀ ਦੇ ਰਹੇ ਹੋ? ਜੇ ਤੁਹਾਨੂੰ ਮੇਰੇ ਬਿਨਾਂ ਸਰ ਜੂ, ਮੈਨੂੰ ਨਹੀਂ ਸਰੂ। ਕੀ ਕਰੇਂਗੀ? ਜੋ ਤੁਸੀਂ ਕਰੋਗੇ। ਹਾਂ, ਇਹ ਮੈਨੂੰ ਪਤਾ ਹੈ ਕਿ ਤੂੰ ਉਹਨਾਂ ਔਰਤਾਂ ਵਿੱਚੋਂ ਨਹੀਂ ਜਿਹੜੀਆਂ ਪਤੀ ਦਾ ਸਭ ਕੁਝ ਝੱਲਦੀਆਂ ਨੇ ਤੇ ਉਸ ਲਈ ਹਰ ਕੁਰਬਾਨੀ ਕਰਦੀਆਂ ਨੇ। ਕੋਈ ਚੜ੍ਹਾਵਾ ਕੁਰਬਾਨੀ ਮੰਗਣ ਤੋਂ ਪਹਿਲਾਂ ਉਹ ਪਤੀ ਉਸਦੇ ਯੋਗ ਤਾਂ ਹੋਵੇ। ਬਲੀ ਲੈਣ ਲਈ ਦੇਵਤਾ ਬਣਨਾ ਪੈਂਦਾ ਹੈ ਸ੍ਰੀਮਾਨ ਜੀ। ਅਗਲਾ ਕੀ ਹੈ ਇਹ ਅਗਲੇ 'ਤੇ ਰਹਿਣ ਦਿਓ। ਤੁਸੀਂ ਤਾਂ ਆਪਣਾ ਫਰਜ਼ ਨਿਭਾਉਣਾ ਹੈ। ਇਹ ਫਿਲਾਸਫੀ ਹੁਣ ਨਹੀਂ ਚੱਲਦੀ। ਅਗਲਾ ਕੀ ਹੈ ਇਹ ਅਗਲੇ 'ਤੇ ਕਿਵੇਂ ਰਹਿਣ ਦਿੱਤਾ ਜਾਵੇ? ਚੜ੍ਹਾਵਾ ਮੰਦਰ 'ਚ ਚੜ੍ਹਾਇਆ ਜਾਂਦਾ ਹੈ, ਮੜੀਆਂ 'ਚ ਨਹੀਂ। ਤੇਰੇ ਵਿੱਚ ਭਾਰਤੀ ਇਸਤਰੀਆਂ ਵਾਲਾ ਕੋਈ ਤੱਤ ਹੀ ਨਹੀਂ। ਕੋਈ ਕਾਰਨ ਹੀ ਹੋਣਾ ਕਿ ਉਹ ਤੱਤ ਭਾਰਤੀ ਇਸਤਰੀਆਂ ਵਿੱਚੋਂ ਮੁੱਕ ਗਏ ਨੇ। ਉਹ ਖੁਦਗਰਜ਼ ਹੋ ਗਈਆਂ ਨੇ, ਪੁਰਸ਼ੋਤਮ ਨੇ ਦਲੀਲ ਦਿੱਤੀ। ਖੁਦਗਰਜ਼ ਨਹੀਂ, ਖੁਦਦਾਰ ਹੋ ਰਹੀਆਂ ਨੇ। ਇਸੇ ਲਈ ਮਾਸਟਰ ਸਲੇਵ ਵਾਲਾ ਰਿਸ਼ਤਾ ਪ੍ਰਵਾਨ ਕਰਨੋਂ ਇਨਕਾਰੀ ਨੇ। ਮੈਂ ਕਦੇ ਸੋਚ ਵੀ ਨਹੀਂ ਸੀ ਸਕਦਾ ਤੂੰ ਇਉਂ ਮੇਰੇ ਨਾਲ ਜਵਾਬ ਸਵਾਲ ਕਰ ਸਕਦੀ ਹੈ। ਮੈਂ ਵੀ ਕਦੇ ਸੋਚ ਨਹੀਂ ਸੀ ਸਕਦੀ ਕਿ ਤੁਸੀਂ ਮੈਂ ਕੀ ਤੁਹਾਡਾ ਸਭ ਪਤਾ ਹੀ ਹੈ। ਜ਼ਿੰਦਗੀ ਜਿਉਣ ਦਾ ਸਿਰਫ ਇੱਕ ਉਹੀ ਰਾਹ ਤਾਂ ਨਹੀਂ ਜਿਵੇਂ ਤੂੰ ਸੋਚਦੀ ਹੈ। ਸਭ ਰਾਹ ਹੀ ਕਦੇ ਨਾ ਕਦੇ ਕਿਤੇ ਨਾ ਕਿਤੇ ਮਿੱਥੇ ਗਏ ਨੇ। ਇਹ ਧੁਰ ਦਾ ਹੁਕਮ ਤਾਂ ਨਹੀਂ। ਔਰਤ ਲਈ ਸਭ ਗੱਲਾਂ ਧੁਰ ਦਾ ਹੁਕਮ ਨੇ। ਕਮਲ ਲਤਾ ਉੱਠ ਕੇ ਸਿੰਕ ਤੋਂ ਹੱਥ ਧੋਂਦੀ ਬੋਲੀ। ਤੂੰ ਤੇ ਵਕੀਲ ਚਾਹੀਦੀ ਸੀ। ਕਮਲ ਲਤਾ ਕੁਝ ਨਹੀਂ ਬੋਲੀ। ਘਰ ਸੁੱਖ ਚੈਨ ਨਹੀਂ ਹੁੰਦਾ, ਤਦੇ ਤਾਂ ਲੋਕ ਬਾਹਰ ਨੂੰ ਭੱਜਦੇ ਨੇ, ਪੁਰਸ਼ੋਤਮ ਨੇ ਅੰਗੜਾਈ ਲੈ ਕੇ ਕਿਹਾ। ਬਾਹਰ ਨੂੰ ਭੱਜਣ ਵਾਲੇ ਲੋਕਾਂ ਦੇ ਘਰਾਂ 'ਚ ਸੁੱਖ ਚੈਨ ਰਹਿ ਹੀ ਨਹੀਂ ਸਕਦਾ। ਆਪਣੀ ਜਨਾਨੀ ਨੂੰ ਵੱਢ ਵੱਢ ਖਾਂਦਾ ਹੀ ਉਹ ਹੈ ਜਿਹਨੂੰ ਕੋਈ ਬਾਹਰਲੀ ਝਾਕ ਹੁੰਦੀ ਹੈ। ਉਸਦੇ ਤਾਂ ਫਿਰ ਉਹੀ ਪੈਰਾਂ ਹੇਠ ਅੱਗ ਮੱਚਦੀ ਰਹਿੰਦੀ ਹੈ। ਤੂੰ ਕਿਸ ਬਾਰੇ ਗੱਲਾਂ ਕਰ ਰਹੀ ਹੈ? ਪੁਰਸ਼ੋਤਮ ਨੇ ਉੱਠ ਕੇ ਬੈਠਦਿਆਂ ਤੌਖਲੇ ਨਾਲ ਪੁੱਛਿਆ। ਕਿਸੇ ਭੂਤ ਬਾਰੇ, ਪਰਛਾਵੇਂ ਬਾਰੇ ਜਾਂ ਰੁੱਖ ਬਾਰੇ? ਕਮਲ ਲਤਾ ਵਿਅੰਗ ਨਾਲ ਬੋਲੀ ਤੇ ਰਸੋਈ 'ਚ ਜਾ ਕੇ ਚਾਹ ਬਣਾਉਣ ਲੱਗ ਪਈ।
ਚਾਹ ਪੀਂਦਾ ਉਹ ਕਮਲ ਲਤਾ ਦੇ ਮੂੰਹ ਵੱਲ ਵੇਖਦਾ ਰਿਹਾ। ਉਹ ਜਿਵੇਂ ਪੱਥਰ ਦੀ ਹੋ ਗਈ ਸੀ। ਅੱਜ ਉਸ ਵਕਤ ਹੀ ਕਾਲਜ ਚਲਾ ਗਿਆ। ਪੜ੍ਹਨ ਨੂੰ ਵੀ ਮਨ ਨਹੀਂ ਕੀਤਾ। ਹਰੇਕ ਪੀਰੀਅਡ ਵਿੱਚ ਟੈਸਟ ਦੇ ਦਿੰਦਾ ਰਿਹਾ ਅਤੇ ਆਪ ਕੁਰਸੀ 'ਤੇ ਬੈਠਾ ਉਖੜਿਆ ਇੱਧਰ ਉੱਧਰ ਝਾਕਦਾ, ਨਾ ਜਾਣੇ ਕੀ ਕੀ ਸੋਚਦਾ ਰਿਹਾ। ਪੀਰੀਅਡ ਮੁਕਾ ਕੇ ਉਹ ਛੇਤੀ ਘਰ ਪਰਤ ਆਇਆ। ਕਮਲ ਲਤਾ ਘਰ ਨਹੀਂ ਸੀ। ਛੋਟੂ ਨੇ ਦੱਸਿਆ ਰਿਕਸ਼ਾ 'ਚ ਬੈਠ ਕੇ ਦੁਪਹਿਰ ਦੇ ਕਿਧਰੇ ਗਏ ਨੇ। ਐਂ ਜੀ ਰੋਟੀ ਲਿਆਵਾਂ? ਛੋਟੂ ਨੇ ਪੁੱਛਿਆ। ਨਹੀਂ, ਪਰਸ਼ੋਤਮ ਖਿਝ ਕੇ ਪਿਆ। ਕੱਪੜੇ ਬਦਲ ਕੇ ਉਹ ਕੁਝ ਚਿਰ ਰਿਕਾਰਡ ਪਲੇਅਰ 'ਤੇ ਰਿਕਾਰਡ ਸੁਣਦਾ ਰਿਹਾ। ਸ਼ਬਦ ਦੀ, ਸੰਗੀਤ ਦੀ, ਰਾਗ ਦੀ, ਲੈਅ ਦੀ ਦੁਨੀਆ 'ਚ ਵਿਚਰਦਾ ਉਹ ਯਥਾਰਥ ਤੋਂ ਉੱਤੇ, ਹੱਦਾਂ ਬੰਨਿਆਂ ਤੋਂ ਪਾਰ ਬਹੁਤ ਕੁਝ ਕਾਲਪਨਿਕ ਚਿਤਵਦਾ ਰਿਹਾ। ਦੋ ਕਾਲੇ ਨੈਣ ਉਦਾਸ ਉਡੀਕਦੇ, ਨੀਰ ਭਰੇ। ਇੱਕ ਲਿੱਸੀ ਸ਼ਕਲ ਆਟਾਂ ਲੈਂਦੀ, ਔਂਸੀਆਂ ਪਾਉਂਦੀ। ਇੱਕ ਮੋਹਿਨੀ ਮਿਲ ਕੇ ਕਮਲ ਫੁੱਲ ਵਾਂਗ ਖਿਲ ਜਾਂਦੀ। ਪਰ ਉਹ ਕਿੱਥੇ ਸੀ, ਕੌਣ ਸੀ ਉਹ ਨਹੀਂ ਸੀ ਜਾਣਦਾ। ਬਸ ਰੂਹ ਉਹਨੂੰ ਲੋਚਦੀ ਸੀ। ਨਾ ਉਹਦੀ ਸ਼ਕਲ ਕਮਲ ਲਤਾ ਨਾਲ ਰਲਦੀ ਸੀ, ਨਾ ਰੀਟਾ ਨਾਲ। ਪਰ ਉਸ ਵਿੱਚ ਕਮਲ ਲਤਾ ਦਾ ਵੀ ਕੁਝ ਜ਼ਰੂਰ ਸੀ ਤੇ ਰੀਟਾ ਦਾ ਵੀ, ਜਾਂ ਫਿਰ ਕਮਲ ਲਤਾ ਦੇ ਰੀਟਾ ਵਿੱਚ ਉਸੇ ਦਾ ਕੁਝ ਰਲਿਆ ਹੋਇਆ ਸੀ। ਫਿਰ ਕੋਈਆਂ ਭੁੱਖਾਂ ਨਾਲ ਜਿਹੜੀਆਂ ਤਸਵੀਰਾਂ ਬਣ ਉਹਦੇ ਅੱਗੇ ਆਉਂਦੀਆਂ ਤੇ ਲੰਘ ਜਾਂਦੀਆਂ ਸਨ। ਇਹ ਕਈਆਂ ਭੁੱਖਾਂ ਸਨ ਜਿਹੜੀਆਂ ਤਸਵੀਰਾਂ ਬਣ ਕੇ ਉਹਦੇ ਅੱਗੇ ਆਉਂਦੀਆਂ ਸਨ ਤੇ ਲੰਘ ਜਾਂਦੀਆਂ ਸਨ। ਕਈ ਵਾਰੀ ਇਹ ਤਸਵੀਰਾਂ ਦੀ ਦੁਨੀਆ ਉਹਨੂੰ ਅਸਲੀ ਲੱਗਦੀ ਤੇ ਅਸਲੀ ਦੁਨੀਆ ਵਿੱਚ ਆਪਣਾ ਆਪ ਓਪਰਾ ਭਾਸਦਾ। ਜੋ ਹੈ ਤੇ ਜੋ ਚਾਹੀਦਾ ਹੈ ਤੇ ਜੋ ਨਹੀਂ ਹੈ, ਵਿਚਲੀਆਂ ਵਿਥਾਂ ਜਦੋਂ ਧੁੰਦਲੀਆਂ ਹੋ ਮਿਲ ਜਾਂਦੀਆਂ ਤਾਂ ਉਹ ਕਮਲ ਲਤਾ ਵੱਲ ਵੇਖ ਕੇ ਕਦੇ ਕਦੇ ਸੋਚਦਾ ਹੁੰਦਾ ਸੀ, ਇਹ ਕੌਣ ਹੈ? ਮੈਂ ਇਸ ਨਾਲ ਸ਼ਾਦੀ ਕਿਵੇਂ ਕਰ ਲਈ? ਰਿਕਾਰਡ ਬੰਦ ਕਰ ਉਹ ਵਿਹੜੇ 'ਚ ਆ ਗਿਆ। ਛੋਟੂ, ਤੇਰੇ ਮਾਂ ਪਿਓ ਕਿੱਥੇ ਰਹਿੰਦੇ ਨੇ? ਉਹਨੇ ਦਾਲ ਚੁਣ ਰਹੇ ਛੋਟੂ ਤੋਂ ਪੁੱਛਿਆ। ਬਾਪ ਤਾਂ ਮੇਰਾ ਕਨ੍ਹਈਏ ਦੀ ਤੀਵੀਂ ਲੈ ਕੇ ਕਿਧਰੇ ਭੱਜ ਗਿਆ, ਸੈਂਤ, ਬੰਬਈ, ਕਾਨਪੁਰ। ਮਾਂ ਮੇਰੇ ਚਾਚੇ ਦੇ ਘਰ ਰਹਿੰਦੀ ਹੈ, ਛੋਟੂ ਨੇ ਸਹਿਜ ਭਾਅ ਨਾਲ ਦੱਸਿਆ। ਤੁਸੀਂ ਕਿੰਨੇ ਭੈਣ ਭਾਈ ਹੋ? ਪਰਸ਼ੋਤਮ ਨੇ ਗੱਲ ਬਦਲੀ। ਉਸ ਨੂੰ ਲੱਗਿਆ ਕਿ ਸ਼ਾਇਦ ਉਸਨੇ ਛੋਟੂ ਤੋਂ ਗਲਤ ਗੱਲ ਪੁੱਛੀ ਹੈ। ਦੋ ਭਾਈ ਤਾਂ ਅਸੀਂ ਮੇਰੇ ਬਾਪ ਦੇ ਹਾਂ, ਇੱਕ ਭੈਣ ਤੇ ਇੱਕ ਭਾਈ ਮੇਰੇ ਚਾਚੇ ਦੇ ਆ। ਉਂਝ ਹਾਂਗੇ ਤੇ ਅਸੀਂ ਚਾਰੇ ਹੀ ਆਪਣੀ ਮਾਂ ਦੇ ਹੀ ਆ, ਛੋਟੂ ਨੇ ਗੱਲ ਸਮਝਾਉਣ ਲਈ ਦੱਸਿਆ। ਪਰਸ਼ੋਤਮ ਅੱਗੋਂ ਕੁਝ ਨਹੀਂ ਬੋਲਿਆ। ਉਹਨੂੰ ਈਲੀਆ ਕਜ਼ਾਨ ਦਾ ਨਾਵਲ ਦੀ ਅਰੇਂਜਮੈਂਟ ਯਾਦ ਆਇਆ ਤੇ ਉਹ ਅਸਮਾਨ ਉੱਤੇ ਉੱਡੇ ਜਾਂਦੇ ਸ਼ਾਇਦ ਘਰਾਂ ਨੂੰ ਪਰਤ ਰਹੇ ਕਾਵਾਂ ਵੱਲ ਵੇਖਦਾ ਰਿਹਾ। ਬੀਬੀ ਜੀ ਦੱਸ ਕੇ ਨਹੀਂ ਗਏ ਕਿੱਥੇ ਗਏ? ਉਹਨੇ ਛੋਟੂ ਨੂੰ ਪੁੱਛਿਆ। ਕਹਿੰਦੇ ਸੀ ਪਹਿਲੇ ਬਾਜ਼ਾਰ ਜਾਊਂਗੀ, ਫਿਰ ਸਿਲਮਾ ਜਾਊਂਗੀ। ਐਂ ਜੀ? ਬੀਬੀ ਜੀ ਨੇ ਅੱਜ ਕਾਲੀ ਸਾੜੀ ਪਾਈ ਸੀ। ਅੱਛਾ ਆਖ ਪਰਸ਼ੋਤਮ ਅੰਦਰ ਆ ਗਿਆ। ਟਾਈਮ ਦੇਖਿਆ, 6 ਵੱਜਣ ਵਾਲੇ ਸਨ। 6:30 ਵਜੇ ਤੱਕ ਆ ਜਾਏਗੀ, ਉਹਨੇ ਸੋਚਿਆ। ਫਿਰ ਉਹ ਰਸੋਈ 'ਚ ਆਲੂ ਛਿਲਦੇ ਛੋਟੂ ਕੋਲ ਆ ਬੈਠਾ। ਉਸ ਨਾਲ ਮਟਰ ਕਢਾਉਣ ਲੱਗ ਪਿਆ। ਤੇਰੇ ਬੀਬੀ ਜੀ ਨੇ ਦੁਪਹਿਰੇ ਰੋਟੀ ਨਹੀਂ ਨਾ ਖਾਧੀ, ਹੁਣ ਆਉਂਦਿਆਂ ਨੂੰ ਛੇਤੀ ਤਿਆਰ ਕਰ ਲੈ, ਪਰਸ਼ੋਤਮ ਨੇ ਅੰਦਾਜ਼ੇ ਨਾਲ ਆਖਿਆ। ਰੋਟੀ ਤਾਂ ਉਹ ਕਦੀ ਰੋਜ਼ ਹੀ ਨਹੀਂ ਖਾਂਦੇ, ਛੋਟੂ ਨੇ ਦੱਸਿਆ। ਕਿਉਂ? ਜੀ ਨਹੀਂ ਕਰਦਾ ਆਖ ਦਿੰਦੇ ਨੇ। ਫਿਰ ਮੈਂ ਵੀ ਨਹੀਂ ਖਾਂਦਾ। ਤੂੰ ਕਿਉਂ ਨਹੀਂ ਖਾਂਦਾ? ਬਸ ਫਿਰ ਮੇਰਾ ਵੀ ਜੀ ਨਹੀਂ ਕਰਦਾ। ਭੁੱਖ ਨਹੀਂ ਲੱਗਦੀ? ਲੱਗਦੀ ਹੈ। ਫਿਰ ਕਿਉਂ ਨਹੀਂ ਖਾਂਦਾ? ਬੀਬੀ ਜੀ ਵੀ ਤਾਂ ਨਹੀਂ ਖਾਂਦੇ। ਪੁਰਸ਼ੋਤਮ 10-12 ਸਾਲ ਦੇ ਛੋਟੂ ਦੇ ਕਾਲੇ ਕਲੂਟੇ ਮਾੜਚੂ ਜੇ ਮੂੰਹ ਵੱਲ ਵੇਖ ਕੇ ਹੱਸ ਪਿਆ। 7 ਵਜੇ ਗਏ, ਕਮਲ ਲਤਾ ਅਜੇ ਤੱਕ ਵੀ ਨਹੀਂ ਸੀ ਆਈ। 7 ਵੱਜ ਗਏ, ਕਮਲ ਲਤਾ ਅਜੇ ਤੱਕ ਵੀ ਨਹੀਂ ਸੀ ਆਈ। ਪਰਸ਼ੋਤਮ ਨੂੰ ਗੁੱਸਾ ਚੜ੍ਹਨਾ ਸ਼ੁਰੂ ਹੋ ਗਿਆ। ਪਹਿਲੀ ਵਾਰੀ ਸੀ ਜਦੋਂ ਕਮਲ ਲਤਾ ਇਕੱਲੀ ਸਿਨੇਮਾ ਚਲੀ ਗਈ ਸੀ, ਉਹ ਵੀ ਬਿਨਾਂ ਦੱਸੇ। 7:15 ਵਜੇ ਐਨ ਹਨੇਰੇ ਹੋਏ ਉਹ ਘਰ ਪਹੁੰਚੀ। ਬੜੇ ਇਤਮੀਨਾਨ ਨਾਲ ਕੱਪੜੇ ਬਦਲੇ, ਚਾਹ ਬਣਾ ਕੇ ਪੀਤੀ, ਸੂਈ ਧਾਗਾ ਲੈ ਕੇ ਪਰਦੇ ਦਾ ਟੁੱਟਿਆ ਹੋਇਆ ਕੁੰਡਾ ਲਾਇਆ। ਛੋਟੂ ਗਮਲਿਆਂ 'ਚ ਪਾਣੀ ਪਾ ਦਿੱਤਾ ਸੀ। ਉਹਨੇ ਛੋਟੂ ਨੂੰ ਰੋਹਬ ਨਾਲ ਪੁੱਛਿਆ। ਛੋਟੂ ਨੇ ਕੋਈ ਜਵਾਬ ਨਹੀਂ ਦਿੱਤਾ। ਪਾਣੀ ਕਿਉਂ ਨਹੀਂ ਪਾਇਆ? ਉਹਨੇ ਰਸੋਈ 'ਚ ਆ ਕੇ ਖਿਝ ਕੇ ਪੁੱਛਿਆ। ਛੋਟੂ ਵਿਚਾਰਾ ਜਿਹਾ ਉਸ ਵੱਲ ਝਾਕਿਆ ਜਿਹਦਾ ਮਤਲਬ ਸੀ ਭੁੱਲ ਗਿਆ। ਬਾਲਟੀ ਚੁੱਕ ਕੇ ਲਾਈਟ ਜਗਾ ਕੇ ਉਹ ਵਿਹੜੇ 'ਚ ਰੱਖੇ ਗਮਲਿਆਂ 'ਚ ਪਾਣੀ ਪਾਉਣ ਲੱਗ ਪਈ। ਪਰਸ਼ੋਤਮ ਚੁੱਪਚਾਪ ਆਪਣੇ ਪੜ੍ਹਨ ਵਾਲੇ ਕਮਰੇ ਦੇ ਜਾਲੀ ਵਾਲੇ ਦਰਵਾਜ਼ੇ 'ਚੋਂ ਉਸ ਵੱਲ ਵੇਖਦਾ ਰਿਹਾ।
ਸਾਰੇ ਗਮਲਿਆਂ 'ਚ ਪਾਣੀ ਪਾ ਕੇ ਉਹ ਬਾਲਟੀ ਗੁਸਲਖਾਨੇ 'ਚ ਰੱਖ ਕੇ ਅੰਦਰ ਆ ਗਈ। ਰਾਸ਼ਟਰਪਤੀ ਭਵਨ 'ਚੋਂ ਆਈ ਦੂਜੀ ਚਿੱਠੀ ਖੋਲ੍ਹ ਕੇ ਪੜ੍ਹੀ, ਜਿਸ ਵਿੱਚ ਉਹਨਾਂ ਪਹਿਲੀ ਚਿੱਠੀ ਦਾ ਜਵਾਬ ਨਾ ਪਹੁੰਚਣ ਬਾਰੇ ਲਿਖਿਆ ਸੀ। ਚਿੱਠੀ ਲਾਪਰਵਾਹੀ ਨਾਲ ਕਾਰਨਸ ਉੱਪਰ ਰੱਖ ਉਹ ਸਵੈਟਰ ਬੁਣਨ ਲੱਗ ਪਈ। ਪਰਸ਼ੋਤਮ ਸਾਹਮਣੇ ਪਈ ਕੁਰਸੀ 'ਤੇ ਆ ਬੈਠਾ। ਕੁਝ ਪਲ ਉਸ ਵੱਲ ਵੇਖਦਾ ਰਿਹਾ। ਉਹਨੇ ਨਹੀਂ ਗੌਲਿਆ। ਪਿਕਚਰ ਤਾਂ 6 ਵਜੇ ਖਤਮ ਹੋ ਜਾਂਦੀ ਹੈ। ਹਾਂ, ਕਮਲਲਤਾ ਨੇ ਉਸੇ ਤਰ੍ਹਾਂ ਸਵੈਟਰ ਬੁਣਦੀ ਨੇ ਕਿਹਾ। ਕਿਧਰੇ ਹੋਰ ਚਲੀ ਗਈ ਸੀ? ਨਹੀਂ। ਫਿਰ ਕੁਛ ਨਹੀਂ। ਘਰ ਪਹੁੰਚਣ ਨੂੰ ਇੰਨੀ ਦੇਰ ਕਿਵੇਂ ਹੋ ਗਈ? ਪੈਦਲ ਆਈ ਸੀ। ਕਿਉਂ? ਘਰ ਪਹੁੰਚ ਕੇ ਵੀ ਕੀ ਕਰਨਾ ਸੀ? ਉਹ ਬੋਲੀ। ਪਰਸ਼ੋਤਮ ਚੁੱਪ ਕਰਕੇ ਉਸ ਵੱਲ ਵੇਖਦਾ ਰਿਹਾ। ਕੁਝ ਪਲ ਚੁੱਪ ਵਰਤੀ ਰਹੀ। ਰਾਸ਼ਟਰਪਤੀ ਭਵਨ ਤੋਂ ਚਿੱਠੀ ਕੀ ਆਈ ਹੈ? ਪਰਸ਼ੋਤਮ ਨੇ ਗੰਭੀਰਤਾ ਨਾਲ ਪੁੱਛਿਆ। ਜਵਾਬ ਮੰਗਿਆ। ਪ੍ਰੋਗਰਾਮ ਨਹੀਂ ਦੇਣਾ? ਨਹੀਂ। ਕਿਉਂ? ਮਨ ਨਹੀਂ ਕਰਦਾ। ਕਿਉਂ ਮਨ ਨਹੀਂ ਕਰਦਾ? ਕਮਲਲਤਾ ਚੁੱਪ ਸੀ। ਰੋਟੀ ਪਕਾ ਲਈ, ਘਰ ਸੰਭਰ ਲਿਆ, ਕੱਪੜੇ ਧੋ ਲਏ, ਬਾਜ਼ਾਰ ਜਾ ਆਈ, ਸਿਨੇਮਾ ਵੇਖ ਲਿਆ, ਮੇਰੇ ਨਾਲ ਬਹਿਸ ਕਰ ਲਈ। ਤੂੰ ਹੁਣ ਇਉਂ ਜੀਣਾ ਚਾਹੁੰਦੀ ਹੈ? ਤੂੰ ਲੋਕਾਂ ਨੂੰ ਇਹੀ ਦੱਸਣਾ ਚਾਹੁੰਦੀ ਹੈ ਕਿ ਮੈਂ ਤੇਰੀ ਕਲਾ ਨੂੰ ਖ਼ਤਮ ਕਰ ਦਿੱਤਾ? ਆਖਰ ਤੂੰ ਚਾਹੁੰਦੀ ਕੀ ਹੈ? ਜਾਂ ਕਲਾ ਵਿੱਚ ਦਿਲਚਸਪੀ ਸਿਰਫ ਤੇਰਾ ਢੋਂਗ ਸੀ? ਪਰਸ਼ੋਤਮ ਖਿਝਦਾ ਰਿਹਾ। ਕਮਲਲਤਾ ਨੇ ਕੋਈ ਉੱਤਰ ਨਹੀਂ ਦਿੱਤਾ। ਖਿਝਿਆ ਖਿਝਾਇਆ ਉਹ ਕੱਪੜੇ ਪਾ ਕੇ ਬਾਹਰ ਨੂੰ ਚਲਾ ਗਿਆ। ਕਮਲਲਤਾ ਨੂੰ ਪਤਾ ਸੀ ਕਿੱਥੇ ਜਾਏਗਾ। 12 ਕੁ ਵਜੇ ਤੱਕ ਭਰੀ ਪੀਤੀ ਉਹਨੂੰ ਉਡੀਕਦੀ ਰਹੀ। ਫਿਰ ਨਟਰਾਜ ਸ਼ਿਵਜੀ ਦੀ ਮੂਰਤੀ ਸਾਹਮਣੇ ਜਾ ਕੇ ਨੱਚਣ ਲੱਗ ਪਈ। ਸਾਰੀ ਰਾਤ ਉਹ ਨੱਚਦੀ ਰਹੀ ਤੇ ਸੋਚਦੀ ਰਹੀ, ਮੈਂ ਪਰੇਸ਼ਾਨ ਕਿਉਂ ਹਾਂ? ਨਹੀਂ, ਅਗਰ ਉਹਨਾਂ ਨੂੰ ਉੱਥੇ ਹੀ ਸੁੱਖ ਮਿਲਦਾ ਹੈ। ਘਰੋਂ ਨਿਕਲ ਕੇ ਪੁਰਸ਼ੋਤਮ ਇੱਕ ਰੈਸਟੋਰੈਂਟ 'ਚ ਆ ਬੈਠਾ। ਸ਼ਰਾਬ ਪੀਂਦਾ ਰਿਹਾ। ਸ਼ਰਾਬ ਪੀ ਕੇ ਉਹ ਰੀਟਾ ਦੇ ਘਰ ਵੱਲ ਨੂੰ ਤੁਰ ਪਿਆ। ਘਰ ਕਹਿਣਾ ਸ਼ਾਇਦ ਠੀਕ ਨਹੀਂ। 2 ਕਮਰਿਆਂ ਦਾ ਬਹੁਤ ਵਧੀਆ ਫਲੈਟ ਹੈ। ਟੀਕ ਦੇ ਬੂਹੇ ਬਾਰੀਆਂ, ਚਿਪਸ ਦੇ ਫਰਸ਼, ਉੱਪਰੋਂ ਰੀਟਾ ਦਾ ਰੱਖਣ ਦਾ ਸਲੀਕਾ ਤੇ ਵਿੱਚ ਥੋੜ੍ਹਾ ਪਰ ਕੀਮਤੀ ਸਮਾਨ। ਲੈਦਰ ਦਾ ਸੋਫਾ, ਉੱਪਰ ਸ਼ਨੀਲ ਦੀਆਂ ਰੰਗ ਬਿਰੰਗੀਆਂ ਗੱਦੀਆਂ, ਜਾਲੀ ਦੇ ਪਰਦੇ, ਨਵਾਂ ਰੇਡੀਓਗ੍ਰਾਮ, ਚੋਣਵੀਆਂ ਕਿਤਾਬਾਂ ਤੇ ਪੇਂਟਿੰਗਸ। ਪਰਸ਼ੋਤਮ ਨੇ ਬੂਹਾ ਖੜਕਾਇਆ। ਆ ਜਾਓ, ਇੱਧਰ ਹੀ ਆ ਜਾਓ, ਰੀਟਾ ਨੇ ਬੈੱਡਰੂਮ ਵਿੱਚੋਂ ਹੀ ਆਖਿਆ। ਕੀ ਗੱਲ, 2 ਦਿਨ ਤੋਂ ਕਾਲਜ ਨਹੀਂ ਆਏ? ਪਰਸ਼ੋਤਮ ਉਹਦੇ ਬਿਸਤਰੇ ਕੋਲ ਕੁਰਸੀ ਖਿੱਚ ਕੇ ਬੈਠਦਾ ਬੋਲਿਆ। ਤੁਸੀਂ ਕਿਹੜਾ ਖਬਰ ਪੁੱਛਣ ਆ ਗਏ? ਰੀਟਾ ਨੇ ਆਪਣੀ ਨਾਈਟੀ ਦੇ ਬਟਨ ਬੰਦ ਕਰਦੀ ਨੇ ਕਿਹਾ। ਆ ਨਹੀਂ ਗਿਆ ਹੁਣ? ਪਰਸ਼ੋਤਮ ਨੇ ਮੁਸਕਰਾ ਕੇ ਕਿਹਾ। ਗਲਾ ਖਰਾਬ ਸੀ, ਸੋਚਿਆ ਪੜ੍ਹਾਇਆ ਤਾਂ ਜਾਣਾ ਨਹੀਂ, ਛੁੱਟੀ ਲੈ ਲਈ। ਪਰ ਮੈਂ ਤਾਂ ਬੜੀ ਉਹ ਬੋਰ ਹੋ ਗਈ ਹਾਂ। ਸਾਰਾ ਦਿਨ ਘਰ ਬੈਠ ਕੇ, ਦਿਨ ਹੀ ਨਹੀਂ ਮੁੱਕਣ ਚਾਹੁੰਦਾ। ਮਿਲਣ ਨਹੀਂ ਆਇਆ ਕੋਈ ਦੋਸਤ ਮਿੱਤਰ? ਪਰਸ਼ੋਤਮ ਨੇ ਹੱਸ ਕੇ ਪੁੱਛਿਆ। ਤੁਹਾਡੇ ਕਰਕੇ ਲੋਕਾਂ ਨਾਲ ਮੈਂ ਬੋਲਣਾ ਚਾਲਣਾ ਉਂਝ ਘੱਟ ਕਰ ਦਿੱਤਾ ਹੈ ਤੇ ਤੁਹਾਨੂੰ ਸਾਡੀ ਪਰਵਾਹ ਹੀ ਨਹੀਂ। ਰੀਟਾ ਨੇ ਪੈਂਦ ਬੈਠੇ ਆਪਣੇ ਨਿੱਕੇ ਜਿਹੇ ਪਾਮੇਰੀਅਨ ਕੁੱਤੇ ਨੂੰ ਗੋਦੀ 'ਚ ਲੈ ਕੇ ਪਿਆਰ ਦਿੰਦੀ ਨੇ ਕਿਹਾ। ਗੱਲ ਪਰਵਾਹ ਦੀ ਨਹੀਂ ਰੀਟਾ, ਅਸੀਂ ਰਹੇ ਹੀ ਇਸੇ ਸਮਾਜ 'ਚ ਰਹੇ ਹਾਂ। ਬੰਦਾ ਆਪਣੀ ਮਰਜ਼ੀ ਨਾਲ ਕੁਝ ਕਰ ਹੀ ਨਹੀਂ ਸਕਦਾ। ਪਰ ਤੁਸੀਂ ਤਾਂ ਆਖਦੇ ਹੁੰਦੇ ਹੋ ਤੁਹਾਨੂੰ ਕਿਸੇ ਦੀ ਪਰਵਾਹ ਨਹੀਂ। ਤਦ ਹੀ ਤਾਂ ਆ ਗਿਆ। ਦੱਸੋ ਫਿਰ ਕੀ ਪੀਓਗੇ, ਚਾਹ ਕਿ ਕੌਫੀ? ਰੀਟਾ ਨੇ ਕੁੱਤੇ ਸਮੇਤ ਉੱਠਦੀ ਨੇ ਪੁੱਛਿਆ। ਬਸ ਪਾਣੀ ਦਾ ਜੱਗ ਤੇ ਗਲਾਸ ਲਿਆ ਦੇ, ਪਰਸ਼ੋਤਮ ਨੇ ਵਿਸਕੀ ਦਾ ਅਧੀਆ ਆਪਣੇ ਕੋਟ ਦੀ ਜੇਬ 'ਚੋਂ ਕੱਢਦਿਆਂ ਕਿਹਾ। ਰੀਟਾ ਨਾਈਟੀ ਸੰਭਾਲਦੀ ਉੱਠੀ, ਆਪਣਾ ਕੁੱਤਾ ਪਰਸ਼ੋਤਮ ਦੀ ਗੋਦੀ 'ਚ ਬਿਠਾ ਦਿੱਤਾ ਤੇ ਪਾਣੀ ਦਾ ਜੱਗ ਲੈਣ ਚਲੀ ਗਈ। ਪਰਸ਼ੋਤਮ ਨੇ ਨਾਇਲਨ ਦੀ ਨਾਈਟੀ ਦੇ ਹੇਠੋਂ ਉਹਦੀਆਂ ਪਤਲੀਆਂ ਨੰਗੀਆਂ ਲੱਤਾਂ ਵੱਲ ਵੇਖਿਆ। ਕੁਝ ਖਾਣ ਨੂੰ ਵੀ ਚਾਹੀਦਾ? ਰੀਟਾ ਨੇ ਪਾਣੀ ਦਾ ਜੱਗ ਤੇ ਗਲਾਸ ਉਹਦੇ ਕੋਲ ਤਿਪਾਈ 'ਤੇ ਰੱਖਦਿਆਂ ਪੁੱਛਿਆ। ਨਹੀਂ, ਬਸ। ਇਹ ਕਿਤਾਬ ਕਿਹੜੀ ਪੜ੍ਹ ਰਹੀ ਸੀ? ਉਹਦੇ ਸਿਰਹਾਣੇ ਪਈ ਕਿਤਾਬ ਵੱਲ ਹੱਥ ਕਰਕੇ ਪੁੱਛਿਆ। ਮੈਡਮ ਸਮੂਨ ਦੀ ਆਟੋਬਾਇਓਗ੍ਰਾਫੀ ਦੀ ਦ ਪ੍ਰਾਈਮ ਆਫ ਲਾਈਫ, ਰੀਟਾ ਨੇ ਕਿਤਾਬ ਉਹਨੂੰ ਫੜਾਉਂਦਿਆਂ ਦੱਸਿਆ। ਕੈਸੀ ਹੈ? ਠੀਕ ਹੈ। ਸਾਰੀ ਤਾਂ ਅਜੇ ਪੜ੍ਹੀ ਨਹੀਂ, ਪਰ ਜਿੰਨੀ ਕੁ ਪੜ੍ਹੀ ਹੈ ਪੜ੍ਹ ਕੇ ਹੈਰਾਨੀ ਹੋਈ ਕਿ ਫਰਾਂਸ ਦੇ ਇਮੋਰਟਲਸ ਵਿੱਚ ਸ਼ੁਮਾਰ ਏਡੀ ਤਕੜੀ, ਏਡੀ ਵੱਡੀ ਔਰਤ ਵੀ ਆਪਣੀ ਜ਼ਿੰਦਗੀ ਦੀ ਗੱਲ ਕਰਦੀ ਹਰ ਤੀਜੇ ਫਿਕਰੇ ਵਿੱਚ ਸਾਰਤਰ ਦਾ ਜ਼ਿਕਰ ਛੋਹ ਬੈਠਦੀ ਹੈ।
ਇਸ ਤੋਂ ਤਾਂ ਵਿਆਹ ਹੀ ਕਰ ਲੈਂਦੀ ਉਹਦੇ ਨਾਲ। ਗੱਲ ਸਿਰਫ ਵਿਆਹ ਦੀ ਨਹੀਂ ਹੁੰਦੀ ਰੀਟਾ। ਵਿਆਹ ਤਾਂ ਇੱਕ ਵਾਧੂ ਜੀ ਰਸਮ ਹੈ, ਸਗੋਂ ਫਜ਼ੂਲ ਜੀ ਰਸਮ ਵੀ। ਗੱਲ ਤਾਂ ਇਹ ਹੈ ਕਿ ਔਰਤ ਦੀ ਜ਼ਿੰਦਗੀ ਮਰਦ ਤੋਂ ਬਿਨਾਂ ਬੇਅਰਥ ਹੋ ਜਾਂਦੀ ਹੈ। ਉਹਦੀ ਜ਼ਿੰਦਗੀ ਦਾ ਧੁਰਾ ਹੈ, ਭਾਵੇਂ ਕਿਸੇ ਵੀ ਰੂਪ 'ਚ ਹੋਵੇ। ਪੁਰਸ਼ੋਤਮ ਨੇ ਦੱਸਿਆ, ਇਹੀ ਗੱਲ ਫਜ਼ੂਲ ਹੈ। ਔਰਤ ਦਾ ਧੁਰਾ ਉਹਦੀ ਆਪਣੀ ਜ਼ਿੰਦਗੀ ਕਿਉਂ ਨਾ ਹੋਵੇ, ਉਹ ਮਰਦ 'ਤੇ ਇੰਨਾ ਡਿਪੈਂਡ ਕਿਉਂ ਕਰਦੀ ਹੈ? ਇਸ ਦੇ ਪਿੱਛੇ ਬਾਇਓਲੋਜੀਕਲ, ਸਾਈਕੋਲੋਜੀਕਲ, ਸੋਸ਼ੋਲੋਜੀਕਲ ਅਤੇ ਇਕਨੋਮਿਕ ਬਹੁਤ ਸਾਰੇ ਫੈਕਟਰਸ ਨੇ ਰੀਟਾ ਜੀ। ਤਗੜੀ ਔਰਤ ਇਸ ਸਭ ਕਾਸੇ ਨੂੰ ਟ੍ਰਾਂਸੈਂਡ ਵੀ ਤਾਂ ਕਰ ਸਕਦੀ ਹੈ, ਸ਼ਮੂਨ ਤਾਂ ਨਹੀਂ ਕਰ ਸਕੀ। ਇਸ ਲਈ ਕਿ ਔਰਤ ਦੀ ਕੁਐਸਟ ਦੀ ਇਹ ਸ਼ੁਰੂਆਤ ਹੈ, ਅੰਤ ਨਹੀਂ। ਤੁਸੀਂ ਅੱਜ ਕੱਲ੍ਹ ਦੀਆਂ ਔਰਤਾਂ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਲੱਭਣ ਦੀ ਥਾਂ ਔਰਤ ਦੇ ਹੱਕਾਂ ਪਿੱਛੇ ਭਟਕ ਗਈਆਂ ਹੋ, ਇਸ ਲਈ ਕਿ ਇਸ ਤੋਂ ਬਿਨਾਂ ਹੋਰ ਚਾਰਾ ਨਹੀਂ। ਮੈਂ ਆਪਣੇ ਘਰ 'ਚ ਦੇਖਿਆ, ਸਾਡੇ ਪਿਤਾ ਜੀ ਨੇ ਮਾਂ ਦੀ ਸਾਰੀ ਉਮਰ ਪਰਵਾਹ ਨਹੀਂ ਕੀਤੀ ਕਿਸੇ ਗੱਲੋਂ। ਜੇ ਉਸ ਨੇ ਕਜੀਆ ਕਲੇਸ਼ ਕੀਤਾ ਤਾਂ ਧੌਲ ਤੱਫਾ ਧਰ ਦਿੱਤਾ ਅਤੇ ਘਰੋਂ ਕੱਢ ਦੇਣ ਦੀ ਧਮਕੀ ਦੇ ਦਿੱਤੀ। ਕੀ ਕਰੂਗੀ ਅਗਲੀ? ਅੱਗੋਂ ਛੱਡ ਕੇ ਤਾਂ ਜਾਣੋ ਰਹੀ। ਕਿਉਂ ਚਲੀ ਜਾਂਦੀ ਛੱਡ ਕੇ? ਚਲੀ ਕਿੱਥੇ ਜਾਂਦੀ? ਰੋਟੀ ਕਿੱਥੇ ਖਾਂਦੀ? ਨਾਲੇ ਫੇਰ ਵੀ ਦੋਸ਼ ਤਾਂ ਉਸੇ 'ਤੇ ਆਉਣਾ ਸੀ ਵੀ ਆਦਮੀ ਨੇ ਛੱਡਤੀ। ਚਲੋ ਛੱਡੋ ਇਹ ਗੱਲਾਂ, ਤੂੰ ਲਏਂਗੀ? ਪੁਰਸ਼ੋਤਮ ਨੇ ਵਿਸਕੀ ਆਪਣੇ ਗਲਾਸ ਵਿੱਚ ਪਾਉਂਦਿਆਂ ਪੁੱਛਿਆ। ਨਹੀਂ, ਮੇਰਾ ਤਾਂ ਅੱਗੇ ਹੀ ਗਲਾ ਖਰਾਬ ਹੈ, ਨਾਲੇ ਮੈਨੂੰ ਸੂਟ ਨਹੀਂ ਕਰਦੀ। ਥੋੜ੍ਹੀ ਜਿਹੀ ਤਾਂ ਲੈ ਲੈ, ਤੁਹਾਡੇ ਗਲਾਸ ਵਿੱਚੋਂ ਹੀ 2 ਘੁੱਟਾਂ ਲੈ ਲਾਂਗੀ। ਲੈ ਫਿਰ। ਪਾਣੀ ਪਾ ਕੇ ਗਲਾਸ ਰੀਟਾ ਨੂੰ ਫੜਾਉਂਦਿਆਂ ਪੁਰਸ਼ੋਤਮ ਨੇ ਕਿਹਾ। 4 ਘੁੱਟ ਪੀ ਕੇ ਗਲਾਸ ਉਸ ਨੂੰ ਮੋੜਦੀ ਰੀਟਾ ਨੇ ਆਪਣਾ ਕੁੱਤਾ ਵੀ ਉਹਦੀ ਗੋਦੀ 'ਚ ਚੁੱਕ ਲਿਆ। ਕਿਆ ਕਿਸਮਤ ਹੈ ਇਹਦੀ ਵੀ, ਪੁਰਸ਼ੋਤਮ ਨੇ ਕੁੱਤੇ ਵੱਲ ਹੱਥ ਕਰਕੇ ਕਿਹਾ। ਚੰਗੀ ਕਿ ਮਾੜੀ? ਰੀਟਾ ਨੇ ਹੱਸ ਕੇ ਪੁੱਛਿਆ। ਮਾੜੀ? ਕਾਲਜ ਦਾ ਕੋਈ ਵੀ ਪ੍ਰੋਫੈਸਰ ਇਸ ਨਾਲ ਆਪਣੀ ਜੂਨ ਵਟਾਉਣ ਨੂੰ ਤਿਆਰ ਹੋ ਜਾਊ। ਪੁਰਸ਼ੋਤਮ ਨੇ ਰੀਟਾ ਦੇ ਚਹੇਤਿਆਂ ਉੱਤੇ ਗੁੱਝਾ ਵਿਅੰਗ ਕੱਸਿਆ। ਤੁਹਾਡਾ ਖਿਆਲ ਹੈ ਹੁਣ ਉਹਨਾਂ ਦੀ ਜੂਨ ਇਸ ਨਾਲੋਂ ਬਿਹਤਰ ਹੈ? ਰੀਟਾ ਨੇ ਹੱਸ ਕੇ ਕਿਹਾ। ਪੁਰਸ਼ੋਤਮ ਨੇ ਗਲਾਸ ਖਾਲੀ ਕਰਕੇ ਵਿਸਕੀ ਹੋਰ ਪਾ ਲਈ। ਮੈਂ ਤਾਂ ਸੋਚਿਆ ਸੀ ਤੁਸੀਂ ਸ਼ਾਇਦ ਹੁਣ ਕਦੇ ਆਓ ਹੀ ਨਾ, ਰੀਟਾ ਨੇ ਉਦਾਸ ਜਿਹੀ ਹੋ ਕੇ ਕਿਹਾ। ਮਨ ਤਾਂ ਕਰਦਾ ਨਾ ਆਵਾਂ, ਪਰ ਕੀ? ਰੀਟਾ ਨੇ ਜ਼ਰਾ ਤਲਖੀ ਨਾਲ ਪੁੱਛਿਆ। ਇਉਂ ਕਰਕੇ ਸ਼ਾਇਦ ਮੈਂ ਠੀਕ ਨਹੀਂ ਕਰ ਰਿਹਾ। ਕਿਸੇ ਨੂੰ ਪਤਾ ਲੱਗ ਜਾਣ ਨਾਲ ਤਾਂ ਕੋਈ ਗੱਲ ਗਲਤ ਨਹੀਂ ਹੋ ਜਾਂਦੀ, ਰੀਟਾ ਨੇ ਕਿਹਾ। ਪਹਾੜ ਲਾਵਾ ਉਗਲਦਾ ਹੈ, ਕੋਈ ਮੈਨੇ ਨਹੀਂ, ਪਰ ਜੇ ਉਹ ਲਾਵਾ ਕਿਸੇ ਦਾ ਘਰ ਢਾਉਂਦਾ ਹੈ ਤਾਂ ਮਾੜਾ ਹੈ। ਉਂਝ ਤਾਂ ਕਿਸੇ ਗੱਲ ਦਾ ਵੀ ਕੋਈ ਅਰਥ ਨਹੀਂ, ਸਭ ਅਰਥ ਰਿਲੇਟਿਵ ਹੁੰਦੇ ਨੇ, ਪੁਰਸ਼ੋਤਮ ਨੇ ਦੱਸਿਆ ਅਤੇ ਚੁੱਕ ਕੇ ਵਿਸਕੀ ਦਾ ਗਲਾਸ ਡੀਕ ਲਾ ਕੇ ਇੱਕੋ ਸਾਹ ਪੀ ਗਿਆ। ਨਹੀਂ ਆਉਣਾ ਸੀ ਫਿਰ? ਰੀਟਾ ਨੇ ਹਰਖ ਨਾਲ ਆਖਿਆ। ਆਉਣਾ ਤਾਂ ਨਹੀਂ ਸੀ ਚਾਹੀਦਾ, ਪਰ ਕਮਲ ਨੇ ਮਜਬੂਰ ਕਰ ਦਿੱਤਾ। ਕਮਲ ਲਤਾ ਨੇ? ਉਹ ਦੋਵੇਂ ਅਕਸਰ ਕਮਲ ਲਤਾ ਦਾ ਜ਼ਿਕਰ ਨਹੀਂ ਸਨ ਕਰਦੇ ਹੁੰਦੇ, ਜਿਵੇਂ ਉਹ ਕੋਈ ਹੋਵੇ ਹੀ ਨਾ। ਪਰ ਅੱਜ ਪੁਰਸ਼ੋਤਮ ਆਪ ਹੀ ਆਖ ਰਿਹਾ ਸੀ ਕਿ ਕਮਲ ਲਤਾ ਨੇ ਮਜਬੂਰ ਕਰ ਦਿੱਤਾ ਹੈ, ਤਾਂ ਰੀਟਾ ਨੇ ਹੈਰਾਨ ਹੋ ਕੇ ਪੁੱਛਿਆ ਸੀ ਕਿ ਕਮਲ ਲਤਾ ਨੇ? ਹਾਂ, ਉਹ ਏਡੀ ਉਪਰਾਮ, ਬੇਦਿਲ, ਖਿਜੀ ਅਤੇ ਕੁੱਟੀ ਵੱਟੀ ਰਹਿੰਦੀ ਹੈ ਕਿ ਘਰ ਵਿੱਚ ਦਮ ਘੁੱਟਦਾ ਹੈ। ਏਡੀ ਬੇਅਕਲ ਤਾਂ ਨਹੀਂ ਸੀ ਲੱਗਦੀ ਉਹ, ਰੀਟਾ ਨੇ ਆਪਣੇ ਕੁੱਤੇ ਦੇ ਪਿੰਡੇ ਉੱਤੇ ਪਿਆਰ ਨਾਲ ਹੱਥ ਫੇਰਦੀ ਨੇ ਖੁਸ਼ ਅੰਦਾਜ਼ 'ਚ ਕਿਹਾ। ਬੇਅਕਲ ਨਹੀਂ, ਉਹ ਬੜੀ ਈਗੋਇਸਟ ਏ, ਅਤੇ ਹਰ ਚੰਗੀ ਔਰਤ ਥੋੜ੍ਹੀ ਬਹੁਤ ਈਗੋਇਸਟ ਜ਼ਰੂਰ ਹੁੰਦੀ ਹੈ, ਪੁਰਸ਼ੋਤਮ ਨੇ ਲੋਰ ਜਿਹੇ 'ਚ ਆਖਿਆ। ਰੀਟਾ ਨੂੰ ਇਹ ਗੱਲ ਪਤਾ ਨਹੀਂ ਕਿਉਂ ਚੰਗੀ ਨਹੀਂ ਲੱਗੀ। ਬੋਲੀ, ਚੰਗੇ ਮਾੜੇ ਦਾ ਕਨਸੈਪਟ ਵੀ ਹਰ ਬੰਦੇ ਦਾ ਆਪਣਾ ਹੀ ਹੁੰਦਾ ਹੈ, ਅਤੇ ਉੱਠ ਕੇ ਉਹਨੇ ਬਾਰੀ ਦਾ ਉੜਦਾ ਪਰਦਾ ਠੀਕ ਕੀਤਾ। ਹਵਾ ਹੈ ਬਾਹਰ? ਪੁਰਸ਼ੋਤਮ ਨੇ ਪੁੱਛਿਆ। ਇਹ ਘਰ ਹੈ ਹੀ ਅਜਿਹੀ ਥਾਂ ਕਿ ਮਾੜੀ ਜਿਹੀ ਹਵਾ ਵੀ ਚੱਲੇ ਤਾਂ ਇੱਥੇ ਬਹੁਤ ਲੱਗਦੀ ਹੈ। ਅਸਲ 'ਚ ਭਾਰੀ ਪਰਦੇ ਲਾਉਣੇ ਚਾਹੀਦੇ ਨੇ, ਪਰ ਮੈਨੂੰ ਭਾਰੇ ਪਰਦੇ ਚੰਗੇ ਨਹੀਂ ਲੱਗਦੇ। ਤੁਹਾਨੂੰ ਆਪਣੇ ਵਾਂਗ ਹੀ ਡੈਲੀਕੇਟ ਅਤੇ ਸੈਂਸੀਟਿਵ ਚੀਜ਼ਾਂ ਹੀ ਪਸੰਦ ਨੇ, ਪੁਰਸ਼ੋਤਮ ਨੇ ਹੱਸ ਕੇ ਕਿਹਾ। ਪਰ ਤੁਸੀਂ ਤਾਂ ਡੈਲੀਕੇਟ ਅਤੇ ਸੈਂਸੀਟਿਵ ਨਹੀਂ। ਤੁਹਾਡੀ ਔਰਤਾਂ ਦੀ ਕਿਸੇ ਬੰਦੇ ਨੂੰ ਜਾਣ ਸਕਣ ਦੀ ਰੇਂਜ ਵੀ ਤਾਂ ਬਹੁਤੀ ਨਹੀਂ ਹੁੰਦੀ। ਇੱਕ ਸੀਮਤ ਘੇਰੇ ਤੋਂ ਪਾਰ ਤੁਸੀਂ ਨਹੀਂ ਦੇਖ ਸਕਦੀਆਂ। ਤੁਹਾਡੀ ਚੰਗੀ ਔਰਤ ਤਾਂ ਵੇਖ ਸਕਦੀ ਹੋਣੀ ਹੈ, ਸੀਮਤ ਘੇਰੇ ਤੋਂ ਪਾਰ। ਨਹੀਂ, ਉਹ ਵੀ ਨਹੀਂ ਵੇਖ ਸਕਦੀ। ਇਹ ਹੀ ਨਹੀਂ ਸਮਝ ਸਕਦੀ ਕਿ ਮੈਂ ਤੇਰੇ ਕੋਲ ਕਿਉਂ ਆਉਂਦਾ। ਉਹ ਸਮਝਦੀ ਹੈ ਮੈਨੂੰ ਤੇਰੇ ਨਾਲ ਪਿਆਰ ਹੈ,
ਜਾਂ ਫਿਰ ਸੈਕਸ ਲਈ ਆਉਣਾ? ਨਾ ਆਇਆ ਕਰੋ, ਫਿਰ ਕਿਉਂ ਆਉਂਦੇ ਹੋ? ਰੀਟਾ ਨੇ ਬੇਚੈਨ ਜੀ ਹੋ ਕੇ ਪੁੱਛਿਆ। ਨਹੀਂ, ਇਹ ਗੱਲ ਨਹੀਂ। ਮੈਨੂੰ ਆਪ ਵੀ ਪਤਾ ਨਹੀਂ ਮੈਂ ਕਿਉਂ ਆ ਜਾਂਦਾ। ਇਹ ਗੱਲ ਵੀ ਨਹੀਂ ਕਿ ਮੈਨੂੰ ਕਮਲ ਲਤਾ ਨਾਲ ਕੋਈ ਖਾਸ ਸ਼ਿਕਾਇਤ ਹੈ। ਉਹ ਤਾਂ ਦੇਖਿਆ ਜਾਵੇ ਇੱਕ ਬਹੁਤ ਚੰਗੀ ਔਰਤ ਹੈ। ਤੁਹਾਡੇ ਅਨੁਸਾਰ ਕੋਈ ਹੋਰ ਬੰਦਾ ਔਰਤ ਦੇ ਇਉਂ ਪਬਲਿਕ ਵਿੱਚ ਨੱਚਣ ਨੂੰ ਘਟੀਆ ਗੱਲ ਵੀ ਆਖ ਸਕਦਾ ਹੈ? ਐਕਸ਼ਨ ਦੀ ਥਾਂ ਗੱਲ ਉਹਦੇ ਮਗਰ ਇੰਟੈਂਸ਼ਨ ਦੀ ਹੁੰਦੀ ਹੈ। ਉਹ ਪੈਸੇ ਲਈ, ਸ਼ੋਹਰਤ ਲਈ ਨਹੀਂ ਨੱਚਦੀ। ਨੱਚਣਾ ਉਸ ਲਈ ਫੁੱਲ ਦੇ ਖਿੜਨ ਵਰਗਾ ਕਰਮ ਹੈ। ਕਿਸੇ ਵਸਤ ਨੂੰ ਮਨ ਨਾਲ ਭੋਗਣ ਤੇ ਤਨ ਨਾਲ ਭੋਗਣ 'ਚ ਕਿੰਨਾ ਕੁ ਫਰਕ ਹੁੰਦਾ ਹੈ? ਰੀਟਾ ਨੇ ਵਿਅੰਗ ਨਾਲ ਪੁੱਛਿਆ। ਬਚਦਾ ਸਾਰਾ ਅਧੀਆ ਗਲਾਸ 'ਚ ਉਲਟਾ, ਗਲਾਸ ਪਾਣੀ ਨਾਲ ਭਰ, ਇੱਕੋ ਸਾਹ ਮੁਕਾ ਕੇ ਗਲਾਸ ਪਰਾਂ ਧਰ ਕੇ ਉਸਨੇ ਰੀਟਾ ਵੱਲ ਧਿਆਨ ਨਾਲ ਵੇਖਿਆ। ਸੱਚ ਕੌੜਾ ਹੁੰਦਾ ਹੈ, ਰੀਟਾ ਨੇ ਹੱਸ ਕੇ ਕਿਹਾ ਤੇ ਆਪਣੇ ਕੁੱਤੇ ਵੱਲ ਤੱਕਣ ਲੱਗੀ। ਤੇ ਤੂੰ ਇਹੀ ਆਖਣਾ ਚਾਹੁੰਦੀ ਹੈ ਕਿ ਤੇਰੇ ਤੇ ਕਮਲ ਲਤਾ ਵਿੱਚ ਕੋਈ ਫਰਕ ਨਹੀਂ ਹੈ? ਫਰਕ ਹੈ। ਤੇਰਾ ਖਿਆਲ ਹੈ ਮੰਦਰ 'ਚ ਨੱਚਦੀ ਦੇਵਦਾਸੀ ਤੇ ਮੁਜਰਾ ਕਰਦੀ ਸਲਮਾ ਇੱਕੋ ਚੀਜ਼ ਨੇ? ਫੁੱਲ ਦੇ ਖਿੜਨ ਵਰਗਾ ਕਰਮ ਤਾਂ ਇੱਕੋ ਹੈ ਨਾ? ਨਹੀਂ। ਇੱਕ ਲਈ ਇਹ ਆਪਣੇ ਆਪ ਨੂੰ ਟਰਾਂਸੈਂਡ ਕਰਨ ਦਾ ਸਾਧਨ ਹੈ ਤੇ ਦੂਸਰੀ ਲਈ ਪੈਸੇ ਕਮਾਉਣ ਦਾ ਧੰਦਾ। ਮੈਂ ਦੱਸਿਆ ਨਾ, ਗੱਲ ਐਕਸ਼ਨ ਦੀ ਨਹੀਂ, ਇੰਟੈਂਸ਼ਨ ਦੀ ਹੁੰਦੀ ਹੈ। ਸ਼੍ਰੀਮਾਨ ਜੀ, ਗੱਲ ਐਕਸ਼ਨ ਤੇ ਇੰਟੈਂਸ਼ਨ ਦੀ ਨਹੀਂ ਹੁੰਦੀ, ਮਰਜ਼ੀ ਤੇ ਮਜਬੂਰੀ ਦੀ ਹੁੰਦੀ ਹੈ। ਪਰ ਤੇਰੀ ਤਾਂ ਕੋਈ ਮਜਬੂਰੀ ਨਹੀਂ। ਮੈਂ ਇੱਥੋਂ ਤੱਕ ਨੌਬਤ ਹੀ ਨਹੀਂ ਆਉਣ ਦਿੰਦੀ ਕਿ ਕਿਸੇ ਗੱਲ ਲਈ ਮਜਬੂਰ ਹੋਵਾਂ। ਮਾਂ ਬਾਪ ਸ਼ਾਦੀ ਲਈ ਮਜਬੂਰ ਕਰਦੇ ਸੀ, ਮੈਂ ਘਰ ਜਾਣਾ ਹੀ ਛੱਡ ਦਿੱਤਾ। ਮੈਂ ਆਖਿਆ ਮੈਂ ਕੋਈ ਡੰਗਰ ਪਸ਼ੂ ਹਾਂ ਵੀ ਜਿੱਥੇ ਮਰਜ਼ੀ ਤੋਰ ਦਿਓ। ਨਾਲੇ ਮੈਂ ਆਖਦੀ ਹਾਂ ਵਿਆਹ ਕਿਉਂ ਜ਼ਰੂਰੀ ਹੈ? ਮੇਰਾ ਦਿੱਲੀ ਵਾਲਾ ਮਾਰਵਾੜੀ ਬॉयਫ੍ਰੈਂਡ ਵੀ ਆਖਦਾ ਹੁੰਦਾ, ਵਿਆਹ ਦਾ ਮਤਲਬ ਹੈ ਕੈਦ, ਸਟੈਗਨੇਸ਼ਨ। ਪੁਰਸ਼ੋਤਮ ਨੇ ਕੋਈ ਉੱਤਰ ਨਾ ਦਿੱਤਾ। ਦੇਖੋ ਨਾ ਕਿੱਡੀ ਫਜ਼ੂਲ ਜੀ ਗੱਲ ਹੈ ਕਿ ਬਈ ਤੁਹਾਨੂੰ ਦੇਖਣ ਆ ਰਿਹਾ ਹੈ, ਪਸੰਦ ਕਰਨ ਆ ਰਿਹਾ ਹੈ। ਉਹ ਤੁਹਾਨੂੰ ਪਸੰਦ ਵੀ ਕਰ ਸਕਦਾ ਹੈ ਤੇ ਰਿਜੈਕਟ ਵੀ ਕਰਕੇ ਜਾ ਸਕਦਾ ਹੈ। ਪਰ ਤੁਸੀਂ ਕਿਸੇ ਨੂੰ ਇਹ ਹੱਕ ਕਿਉਂ ਦਿੰਦੇ ਹੋ ਕਿ ਅਗਲਾ ਰਿਜੈਕਟ ਕਰ ਸਕੇ? ਇਹਦਾ ਮਤਲਬ ਤਾਂ ਇਹ ਹੋਇਆ ਕਿ ਲਵ ਮੈਰਿਜ ਕਰਨੀ ਚਾਹੀਦੀ ਹੈ। ਜਿਹੜਾ ਬੰਦਾ ਚੰਗਾ ਲੱਗੇ ਉਸੇ ਨਾਲ ਵਿਆਹ ਕਰੋ, ਪੁਰਸ਼ੋਤਮ ਪੁੱਛ ਰਿਹਾ ਸੀ। ਪਰ ਹੋ ਸਕਦਾ ਅੱਜ ਜਿਸ ਨੂੰ ਤੁਸੀਂ ਲਵ ਕਹਿੰਦੇ ਹੋ ਕੱਲ੍ਹ ਨੂੰ ਆਊਟਗਰੋ ਕਰ ਜਾਏ। ਬੰਦਾ ਗਰੋ ਤਾਂ ਕਰਦਾ ਹੀ ਰਹਿੰਦਾ ਹੈ, ਫਿਰ ਉਸ ਬੰਦੇ ਦਾ ਕੀ ਕਰੇ? ਫਿਰ ਅਲੱਗਾ ਹੋ ਜਾਓ। ਪਰ ਮੈਂ ਕਹਿੰਦੀ ਹਾਂ ਜੇ ਤੁਸੀਂ ਇਕੱਲੇ ਰਹਿ ਸਕਦੇ ਹੋ, ਆਪਣੀ ਰੋਟੀ ਆਪ ਕਮਾ ਸਕਦੇ ਹੋ, ਫਿਰ ਇਹਨਾਂ ਟੰਟਿਆਂ 'ਚ ਪਓ ਹੀ ਕਿਉਂ? ਆਪਣੀ ਮਰਜ਼ੀ ਛੱਡ ਕੇ ਕਿਸੇ ਦੀ ਮਰਜ਼ੀ 'ਤੇ ਕਿਉਂ ਜੀਓ? ਪਰ ਬਿਨਾਂ ਵਿਆਹ ਕੀਤਿਆਂ ਜ਼ਿੰਦਗੀ ਦਾ ਕੋਈ ਸੈਂਟਰਲ ਪੁਆਇੰਟ, ਕੋਈ ਧੁਰਾ ਨਹੀਂ ਨਾ ਬਣਦਾ। ਬੰਦਾ ਭਟਕਦਾ ਤੁਰਿਆ ਫਿਰਦਾ ਹੈ। ਹਾਂ, ਇਹ ਮੈਂ ਮੰਨਦਾ ਕਿ ਵਿਆਹ ਹੀ ਇਸ ਕਿਸਮ ਦਾ ਹੋਣਾ ਚਾਹੀਦਾ ਹੈ ਕਿ ਉਸ ਵਿੱਚ ਇੰਨੀ ਕੁ ਫਰੀਡਮ ਹੋਵੇ ਕਿ ਬੰਦੇ ਦਾ ਸਾਹ ਨਾ ਘੁੱਟੇ ਤੇ ਉਹਦੀ ਗਰੋਥ ਨਾ ਰੁਕੇ। ਮੈਨੂੰ ਤਾਂ ਲੱਗਦਾ ਸਾਡੇ ਦੇਸ਼ ਵਿੱਚ ਲੋਕ ਵਿਆਹ ਦਾ ਮਤਲਬ ਹੀ ਨਹੀਂ ਸਮਝਦੇ, ਬਸ ਵਿਆਹ ਕਰਵਾ ਛੱਡਦੇ ਨੇ। ਪਰ ਔਰਤ ਲਈ ਇਕੱਲਿਆਂ ਇਉਂ ਜ਼ਿੰਦਗੀ ਕੱਟਣੀ ਵੀ ਤਾਂ ਔਖੀ ਹੈ। ਇਕੱਲਿਆਂ ਕਿਉਂ, ਦੋਸਤ ਮਿੱਤਰ ਜੋ ਹੁੰਦੇ ਨੇ। ਪਰ ਉਹ ਬਾਹਰ ਜਾ ਕੇ ਤੈਨੂੰ ਪਤਾ ਨਹੀਂ ਕੀ ਗੱਲਾਂ ਕਰਦੇ ਨੇ, ਪੁਰਸ਼ੋਤਮ ਨੇ ਗੱਲ ਟੋਕ ਕੇ ਕਿਹਾ। ਪਰ ਮੈਨੂੰ ਨਹੀਂ ਪਰਵਾਹ ਕਿਸੇ ਦੀ। ਨਾਲੇ ਇਸ 'ਚ ਮਾੜਾ ਵੀ ਕੀ ਹੈ? ਜਿਵੇਂ ਕਿਸੇ ਦਾ ਜੀਅ ਕੀਤਾ ਜਿਉਂ ਲਿਆ, ਕਿਸੇ ਨੂੰ ਕੀ? ਘਰ ਇਕੱਲੀ ਬੈਠੀ ਬੋਰ ਹੋ ਕੇ ਜੇ ਮੈਂ ਕਿਸੇ ਨਾਲ ਸਿਨੇਮਾ ਚਲੀ ਜਾਂਦੀ ਹਾਂ ਜਾਂ ਤੁਹਾਡੇ ਵਰਗਾ ਕੋਈ ਮੈਨੂੰ ਮਿਲਣ ਆ ਜਾਂਦਾ ਹੈ, ਜਾਂ ਫਰਜ਼ ਕਰੋ ਅਸੀਂ ਸ਼ਰਾਬ ਵੀ ਪੀ ਲੈਂਦੇ ਹਾਂ, ਤਾਂ ਕਿਸੇ ਨੂੰ ਕਿਸ ਨਾਲ ਕੀ? ਘਰ ਦੇ ਗੁੱਸੇ ਹੁੰਦੇ ਸੀ, ਆਪੇ ਹਟ ਗਏ। ਘਰੋਂ ਨਹੀਂ ਕੋਈ ਮਿਲਣ ਆਉਂਦਾ, ਨਾ ਆਵੇ। ਛੁੱਟੀਆਂ 'ਚ ਕਿਸੇ ਪਹਾੜ 'ਤੇ ਚਲੇ ਜਾਈਦਾ। ਨਾਲੇ ਇਹ ਵੀ ਇੱਕ ਫਜ਼ੂਲ ਦੇ ਤੇ ਬੁਰਜੂਆ ਗੱਲ ਹੈ ਕਿ ਆਦਮੀ ਜਿੰਨੀਆਂ ਮਰਜ਼ੀ ਔਰਤਾਂ ਕੋਲ ਜਾਵੇ ਪਰ ਔਰਤ ਇੱਕੋ ਮਰਦ ਲਈ ਜੀਵੇ। ਬਈ ਕਿਉਂ? ਉਹ ਵੀ ਜਿਵੇਂ ਜੀਅ ਕਰੇ ਆਪਣੀ ਮਰਜ਼ੀ ਨਾਲ ਕਿਉਂ ਨਾ ਜੀਵੇ? ਮੈਨੂੰ ਲੱਗਦਾ ਤੇਰੇ ਅੰਦਰ ਕੋਈ ਕੰਪਲੈਕਸ ਹੈ ਤੇ ਇਹ ਉਸ ਦਾ ਰਿਐਕਸ਼ਨ ਹੈ। ਤੇ ਨਾਲੇ ਤੁਹਾਨੂੰ ਆਪਣੀ ਮਰਜ਼ੀ ਅਨੁਸਾਰ ਜਿਉਣ ਦਾ ਫਿਰ ਮੁੱਲ ਵੀ ਤਾਂ ਤਾਰਨਾ ਪੈਂਦਾ ਹੈ। ਪੁਰਸ਼ੋਤਮ ਨੇ ਕੁਰਸੀ ਤੋਂ ਉੱਠ ਕੇ ਉਹਦੇ ਮੰਜੇ 'ਤੇ ਬੈਠਦੇ ਨੇ ਕਿਹਾ। ਤੁਸੀਂ ਮੇਰੀ ਗੱਲ ਛੱਡੋ। ਇੰਝ ਦੇਖੋ ਕਿ ਅਗਰ ਕੋਈ ਔਰਤ ਘਰ ਦੀ ਇਕੱਲਤਾ, ਜ਼ਿੰਦਗੀ ਦੀ ਇਕੱਲਤਾ ਤੋਂ ਘਬਰਾ ਕੇ ਲੋਕਾਂ ਨਾਲ ਮਿਲਣ ਗਿਲਣ ਲੱਗ ਪੈਂਦੀ ਹੈ
ਜਿਸ ਦਾ ਉਸ ਨੂੰ ਮੁੱਲ ਤਾਰਨਾ ਪੈਂਦਾ ਹੈ। ਇਹ ਸਭ ਉਹਦੀ ਮਜਬੂਰੀ ਵੀ ਤਾਂ ਹੋ ਸਕਦੀ ਹੈ। ਪਰ ਹਜ਼ਾਰਾਂ ਲੋਕਾਂ ਦੇ ਸਾਹਮਣੇ ਜਾ ਕੇ ਨੱਚਣ ਵਾਲੀ ਔਰਤ ਜੇ ਪੈਸੇ ਲਈ ਨਹੀਂ ਨੱਚਦੀ ਤਾਂ ਇਹ ਉਹਦੀ ਮਜਬੂਰੀ ਨਹੀਂ, ਮਰਜ਼ੀ ਹੈ। ਅਤੇ ਤੁਸੀਂ ਆਖ ਰਹੇ ਹੋ ਇੱਕ ਦੇਵਦਾਸੀ ਹੈ ਅਤੇ ਇੱਕ ਸਲਮਾ। ਦੋਵਾਂ ਵਿੱਚ ਸਲਮਾ ਕੌਣ ਹੈ ਅਤੇ ਦੇਵਦਾਸੀ ਕੌਣ? ਇਹ ਫੈਸਲਾ ਦੇਣ ਦਾ ਅਧਿਕਾਰ ਕਿਹਨੂੰ ਹੈ? ਰੀਟਾ ਕਹਿੰਦੀ ਗਈ। ਪਰਸ਼ੋਤਮ ਰੀਟਾ ਵੱਲ ਧਿਆਨ ਨਾਲ ਵੇਖਦਾ ਰਿਹਾ ਅਤੇ ਬੋਲਿਆ, ਇਸ ਵਿੱਚ ਕੋਈ ਸ਼ੱਕ ਨਹੀਂ ਰੀਟਾ, ਤੂੰ ਇੱਕ ਇੰਟੈਲੀਜੈਂਟ ਔਰਤ ਹੈ। ਬੜੀ ਖੂਬਸੂਰਤੀ ਨਾਲ ਸਲਮਾ ਅੰਦਰਲੀ ਦੇਵਦਾਸੀ ਅਤੇ ਦੇਵਦਾਸੀ ਅੰਦਰਲੀ ਸਲਮਾ ਦੀ ਗੱਲ ਕਰਕੇ ਤੂੰ ਦੋਵਾਂ ਨੂੰ ਬਰਾਬਰ ਲਿਆ ਖੜਾ ਕੀਤਾ। ਫਿਰ ਵੀ ਕਮਲ ਲਤਾ ਰੀਟਾ ਨਹੀਂ, ਇਸ ਲਈ ਕਿ ਉਹ ਤੁਹਾਡੀ ਬੀਵੀ ਹੈ ਅਤੇ ਨਹੀਂ ਰੀਟਾ, ਉਹ ਸੱਚਮੁੱਚ ਵਧੀਆ ਔਰਤ ਹੈ। ਵਧੀਆ ਔਰਤ ਨੂੰ ਛੱਡ ਕੇ ਫਿਰ ਇੱਥੇ ਕੀ ਕਰਨ ਆਉਂਦੇ ਹੋ? ਰੀਟਾ ਖਿਝ ਗਈ ਸੀ। ਹਾਂ, ਮੈਂ ਸਮਝਦਾ ਮੈਨੂੰ ਇਉਂ ਨਹੀਂ ਕਰਨਾ ਚਾਹੀਦਾ, ਪਰ ਘਟੀਆ ਔਰਤ ਨਾਲੋਂ ਵਧੀਆ ਔਰਤ ਬਰਦਾਸ਼ਤ ਕਰਨੀ ਕਿਤੇ ਔਖੀ ਹੁੰਦੀ ਹੈ। ਇਸ ਲਈ ਬੰਦੇ ਨੂੰ ਬੜੀ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਉਹ ਕੀ ਕਰੀ ਜਾਂਦਾ ਹੈ ਜਾਂ ਉਸਨੂੰ ਕੀ ਚਾਹੀਦਾ ਹੈ। ਇਹ ਗਲਤ ਹੈ ਕਿ ਝੂਠ ਹੈ ਕਿ ਨਹੀਂ ਰੀਟਾ? ਮੈਂ ਸੱਚ ਆਖਦਾ। ਬਹੁਤ ਕੁਝ ਬੰਦਾ ਉਹੀ ਕਰੀ ਤੁਰਿਆ ਜਾਂਦਾ ਹੈ। ਉਹਦੇ ਮਨ ਵਿੱਚ ਕੋਈ ਬੇਚੈਨੀ, ਰੈਸਟਲੈਸਨੈਸ ਹੁੰਦੀ ਹੈ। ਉਹ ਇੱਧਰ ਉੱਧਰ ਭਟਕਦਾ ਰਹਿੰਦਾ ਹੈ। ਉਹਨੂੰ ਆਪ ਵੀ ਨਹੀਂ ਪਤਾ ਹੁੰਦਾ ਉਹ ਕੀ ਕਰੀ ਜਾਂਦਾ ਹੈ। ਹੁਣ ਮੇਰਾ ਇੱਥੇ ਆ ਜਾਣਾ, ਤੇਰੇ ਨਾਲ ਰਾਤ ਕੱਟ ਜਾਣਾ, ਪੜ੍ਹਾ ਆਉਣਾ, ਜਿਉਂ ਹੀ ਜਾਣਾ, ਕਿਸੇ ਗੱਲ ਦਾ ਵੀ ਕੋਈ ਮਾਇਨਾ ਨਹੀਂ। ਜਿਵੇਂ ਇਹ ਸਭ ਕੁਝ ਮੈਂ ਕਰ ਹੀ ਨਾ ਰਿਹਾ ਹੋਵਾਂ, ਜਿਵੇਂ ਇਹ ਸਭ ਕੁਝ ਕਰਦਾ ਹੋਇਆ ਵੀ ਮੈਂ ਐਬਸੈਂਟ ਹੋਵਾਂ। ਤੂੰ ਸ਼ਾਇਦ ਇਹ ਸਭ ਕੁਝ ਸਮਝ ਨਹੀਂ ਸਕੇਂਗੀ। ਜੋ ਕੁਝ ਮੈਂ ਕਰਦਾ ਰਿਹਾ ਉਹ ਢੋਂਗ ਵੀ ਨਹੀਂ ਸੀ, ਪਰ ਮੈਨੂੰ ਆਪ ਨੂੰ ਲੱਗਦਾ ਜਿਵੇਂ ਮੇਰੀ ਕਿਧਰੇ ਕੋਈ ਇਨਵੋਲਵਮੈਂਟ ਵੀ ਨਹੀਂ। ਮੇਰੀ ਰੂਹ, ਸਾਈਕੀ ਜਿਵੇਂ ਦੂਰ ਖੜੋ ਕੇ ਸਾਰਾ ਤਮਾਸ਼ਾ ਵੇਖਦੀ ਰਹਿੰਦੀ ਹੈ। ਅਤੇ ਕਮਲ ਲਤਾ ਨੂੰ ਐਡੀ ਪਰੇਸ਼ਾਨ ਹੋਈ ਦੇਖ ਲੱਗਿਆ, ਇਹ ਐਡੀ ਔਖੀ ਕਿਉਂ ਹੈ ਅਤੇ ਇਹ ਸਭ ਕੀ ਕਰੀ ਜਾਣਾ? ਅਸਲ 'ਚ ਸਾਡੇ ਕੋਲ ਜਿਉਣ ਜੋਗੀ ਕੋਈ ਫਿਲਾਸਫੀ ਨਹੀਂ, ਜਿਹਦੀ ਐਬਸੈਂਸ ਵਿੱਚ ਸਭ ਕੁਝ ਹੀ ਐਬਸਰਡ, ਮੀਨਿੰਗਲੈਸ ਅਤੇ ਫਜ਼ੂਲ ਹੋ ਜਾਂਦਾ ਹੈ। ਕਮਲ ਲਤਾ ਇਹ ਨਹੀਂ ਸਮਝਦੀ। ਉਹਨੇ ਡਾਂਸ ਰਿਆਜ਼ ਛੱਡ ਦਿੱਤਾ ਹੈ, ਪਰ ਉਹ ਨਹੀਂ ਜਾਣਦੀ ਡਾਂਸ ਉਸ ਲਈ ਸੈਲਫ ਰਿਅਲਾਈਜੇਸ਼ਨ ਅਤੇ ਸੈਲਫ ਟਰਾਂਸੈਂਡੈਂਸ ਦਾ ਸਾਧਨ ਹੈ। ਅਤੇ ਤੁਹਾਨੂੰ ਉਹਦਾ ਬਹੁਤ ਫਿਕਰ ਹੈ? ਰੀਟਾ ਨੇ ਤਲਖੀ ਛੁਪਾਉਂਦਿਆਂ ਪੁੱਛਿਆ। ਹਾਂ ਰੀਟਾ, ਕਿਉਂਕਿ ਮਾਡਰਨ ਲਿਬਰੇਟਿਡ ਵੂਮਨ ਨਹੀਂ ਜਿਹੜੀ ਆਪਣਾ ਫਿਕਰ ਆਪ ਕਰ ਸਕੇ, ਪੁਰਸ਼ੋਤਮ ਬੋਲਿਆ। ਮੇਰਾ ਕੋਈ ਖਿਆਲ ਨਹੀਂ ਤੁਹਾਨੂੰ। ਖਿਆਲ ਤਾਂ ਹੈ ਪਰ ਫਿਕਰ ਨਹੀਂ, ਕਿਉਂਕਿ ਤੇਰੇ ਵਰਗੀ ਬੋਲਡ ਲਿਬਰੇਟਿਡ ਮਾਡਰਨ ਵੂਮਨ ਲਈ ਸੈਲਫ ਰਿਅਲਾਈਜੇਸ਼ਨ ਲਈ ਅੰਦਰਲੀ ਜਾਂ ਬਾਹਰਲੀ ਕੋਈ ਰੁਕਾਵਟ ਨਹੀਂ। ਆਖਦਿਆਂ ਉਹਨੇ ਰੀਟਾ ਦਾ ਹੱਥ ਫੜ ਲਿਆ। ਤੁਸੀਂ ਇੱਕ ਪ੍ਰੋਫੈਸਰ ਹੋ ਨਾ, ਬਹੁਤ ਸਾਰੀਆਂ ਦਲੀਲਾਂ ਦੇ ਕੇ ਕਿਸੇ ਗੱਲ ਦਾ ਜੋ ਵੀ ਪੱਖ ਸਿੱਧ ਕਰਨਾ ਚਾਹੋ ਕਰ ਸਕਦੇ ਹੋ, ਰੀਟਾ ਨੇ ਰੋਸ ਨਾਲ ਕਿਹਾ। ਪਰਸ਼ੋਤਮ ਨੂੰ ਯਾਦ ਆਇਆ ਇਹੀ ਗੱਲ ਉਹਨੂੰ ਕਮਲ ਲਤਾ ਨੇ ਆਖੀ ਸੀ। ਹਾਂ, ਮੈਂ ਵੀ ਸਮਝਦੀ ਹਾਂ ਕਿ ਤੁਹਾਡੀ ਔਰਤ ਇੱਕ ਚੰਗੀ ਔਰਤ ਹੈ। ਤੁਹਾਨੂੰ ਉਹਨੂੰ ਛੱਡ ਕੇ ਮੇਰੇ ਕੋਲ ਨਹੀਂ ਆਉਣਾ ਚਾਹੀਦਾ। ਨਾਲੇ ਹੁਣ ਉਸ ਨੂੰ ਪਤਾ ਵੀ ਲੱਗ ਗਿਆ। ਰੀਟਾ ਨੇ ਆਪਣਾ ਹੱਥ ਉਹਦੇ ਹੱਥ ਵਿੱਚੋਂ ਮਲਕ ਦੇ ਕੇ ਖਿੱਚਦਿਆਂ ਕਿਹਾ। ਗੱਲ ਇਹ ਨਹੀਂ ਕਿ ਉਹਨੂੰ ਪਤਾ ਲੱਗ ਗਿਆ ਰੀਟਾ, ਗੱਲ ਇਹ ਹੈ ਭਾਵੇਂ ਕੋਈ ਵੀ ਗੱਲ ਹੈ, ਤੁਸੀਂ ਇੱਥੇ ਨਾ ਆਇਆ ਕਰੋ ਅਤੇ ਇੱਥੋਂ ਜਾਓ। ਰੀਟਾ ਨੇ ਮਸਾ ਆਪਣਾ ਰੋਣਾ ਰੋਕ ਕੇ ਕਿਹਾ। ਤੂੰ ਸੀਰੀਅਸਲੀ ਆਖ ਰਹੀ ਹੈ? ਹਾਂ। ਪਰਸ਼ੋਤਮ ਉੱਠ ਕੇ ਖੜਾ ਹੋ ਗਿਆ। ਬਸ ਜਾਓ, ਮੁੜ ਕੇ ਕਦੇ ਆਉਣਾ ਵੀ ਨਾ, ਰੀਟਾ ਨੇ ਗੰਭੀਰ ਮੂੰਹ ਬਣਾ ਕੇ ਕਿਹਾ। ਪਰਸ਼ੋਤਮ ਇੱਕ ਪਲ ਉਸ ਵੱਲ ਵੇਖਦਾ ਰਿਹਾ ਅਤੇ ਫਿਰ ਕਮਰੇ 'ਚੋਂ ਬਾਹਰ ਆ ਗਿਆ। ਫਟਾਕ ਕਰਕੇ ਪਿੱਛੋਂ ਰੀਟਾ ਨੇ ਬੂਹਾ ਬੰਦ ਕੀਤਾ, ਚਿਟਕਣੀ ਮਾਰੀ ਅਤੇ ਬਿਸਤਰੇ 'ਤੇ ਜਾ ਕੇ ਰੋਣ ਲੱਗ ਪਈ। ਪਰਸ਼ੋਤਮ ਪੌੜੀਆਂ ਉਤਰ ਕੇ ਹੇਠਾਂ ਸੜਕ 'ਤੇ ਆ ਗਿਆ। ਉੱਪਰ ਵੱਲ ਵੇਖਿਆ। ਰੀਟਾ ਨੇ ਬਾਰੀ ਦਾ ਪਰਦਾ ਉਸੇ ਤਰ੍ਹਾਂ ਉੱਡ ਰਿਹਾ ਸੀ, ਪਰ ਉੱਥੇ ਅੱਜ ਰੀਟਾ ਆਪ ਨਹੀਂ ਸੀ ਖੜੀ। ਉਹ ਮੂੰਹ ਭੁਆਂ ਕੇ ਤੁਰ ਪਿਆ, ਪਰ ਘਰ ਜਾਣ ਦੀ ਥਾਂ ਉਹ ਦੂਜੇ ਪਾਸੇ ਨੂੰ ਮੁੜ ਗਿਆ। ਸਫੈਦਿਆਂ ਦੀ ਛਾਵੇਂ ਕਾਲੀ ਬੋਲੀ ਰਾਤ ਵਿੱਚ ਤੁਰਦਾ ਗਿਆ। ਨਹਿਰ ਦੇ ਕੰਢੇ ਪਹੁੰਚ ਗਿਆ। ਕਈ ਮੀਲ ਤੁਰਦਾ ਗਿਆ। ਇੱਕ ਥਾਂ ਨਹਿਰ ਦੇ ਕੰਢੇ ਬੈਠ ਗਿਆ। ਕਾਲੀ ਬੋਲੀ ਰਾਤ ਸਾਂ ਕਰ ਰਹੀ ਸੀ, ਪਰ ਕਿਧਰੇ ਉਸ ਨੂੰ ਟਿਮਟਿਮਾਉਂਦਾ ਕੋਈ ਟਹਿਣਾ ਵੀ ਦਿਸ ਪੈਂਦਾ। ਬਹੁਤ ਦੇਰ ਉੱਥੇ ਬੈਠਾ ਰਿਹਾ, ਨਾ ਜਾਣੇ ਕੀ ਸੋਚਦਾ ਰਿਹਾ।
ਰਾਤ ਅੱਧੀ ਤੋਂ ਬਹੁਤੀ ਲੰਘ ਚੁੱਕੀ ਸੀ ਜਦੋਂ ਘਰ ਨੂੰ ਮੁੜਿਆ। ਕਈ ਮੀਲ ਤੁਰ ਕੇ ਜਦੋਂ ਘਰ ਪਹੁੰਚਿਆ, ਰਾਤ ਬੀਤਣ ਹੀ ਵਾਲੀ ਸੀ। ਉਹਨੇ ਝੀਥ ਵਿੱਚੋਂ ਦੇਖਿਆ, ਬੂਹੇ ਬੰਦ ਕਰੀ ਕਮਲਲਤਾ ਡੋਲਦੇ ਥਿੜਕਦੇ ਕਦਮਾਂ ਨਾਲ ਨਟਰਾਜ ਸ਼ਿਵ ਜੀ ਦੀ ਮੂਰਤੀ ਮੂਹਰੇ ਅਜੇ ਵੀ ਨੱਚ ਰਹੀ ਸੀ।